हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਲੇਟਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਓ ਗੱਲਾਂ ਕਰੀਏ ਦੇ 40ਵੇਂ ਐਪੀਸੋਡ ਦੇ ਵਿੱਚ ਆਪਾਂ ਮਿਲ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਰਜਣਾਤਮਕ ਸਿੱਖਿਆ ਸੰਸਾਰ ਮੁੱਖ ਤੌਰ ਤੇ ਅਧਿਆਪਕਾਂ ਦਾ ਗਰੁੱਪ ਹੈ ਤੇ ਇਸ ਗਰੁੱਪ ਦੇ ਵਿੱਚ 30,000 ਤੋਂ ਉੱਪਰ ਅਧਿਆਪਕ ਮੈਂਬਰ ਕਾਰਜਸ਼ੀਲ ਨੇ ਤੇ ਇਸ ਗਰੁੱਪ ਰਾਹੀਂ ਬਹੁਤ ਸਾਰੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਸੈਟਰਡੇ ਲਾਈਵ ਇੱਕ ਮਹੱਤਵਪੂਰਨ ਸਰਗਰਮੀ ਹੈ ਜਿਹਦੀਆਂ ਬਹੁਤ ਸਾਰੀਆਂ ਸ਼ੇਡਸ ਨੇ, ਜਿਹਦੇ ਵਿੱਚ ਅਸੀਂ ਇਕੱਲੇ ਅਧਿਆਪਕ ਨਾਲ ਵੀ ਰੂਬਰੂ ਕਰਦੇ ਹਾਂ, ਜਿਹਦੇ ਵਿੱਚ ਅਸੀਂ ਪੈਨਲ ਡਿਸਕਸ਼ਨ ਵੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕਵੀ ਦਰਬਾਰ ਵੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਮੈਂ ਮੇਰਾ ਸਕੂਲ ਤੇ ਮੇਰੇ ਵਿਦਿਆਰਥੀ ਦੇ ਤਹਿਤ ਕਈ ਉਹਨਾਂ ਅਧਿਆਪਕਾਂ ਨਾਲ ਗੱਲਾਂ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਭਰਿਆ ਹੈ ਤੇ ਆਪਣੇ ਸਕੂਲ ਨੂੰ ਬਹੁਤ ਜ਼ਿਆਦਾ ਨਿਖਾਰਿਆ ਹੈ। ਬਹੁਤ ਸਾਰੇ ਮੁਕਾਬਲੇ ਇਸ ਗਰੁੱਪ ਰਾਹੀਂ ਅਸੀਂ ਕਰ ਰਹੇ ਹਾਂ। ਅੱਜ ਇੱਕੋ ਵੇਲੇ ਇਸ ਗਰੁੱਪ ਦੇ ਵਿੱਚ ਗੀਤ ਗਾਇਨ ਦਾ ਮੁਕਾਬਲਾ ਹੋ ਰਿਹਾ ਹੈ, ਜਿਹਦੇ ਵਿੱਚ ਗੀਤ, ਗਜ਼ਲ ਤੇ ਲੋਕ ਗੀਤ ਦੇ ਵਿੱਚ ਕਾਫੀ ਸਾਰੇ ਲੋਕ ਭਾਗ ਲੈ ਰਹੇ ਨੇ ਤੇ ਦੂਜੇ ਪਾਸੇ ਅੱਜ ਸੈਟਰਡੇ ਹੈ ਤੇ ਸੈਟਰਡੇ ਦੇ ਰੂਪ ਦੇ ਵਿੱਚ ਆਪਾਂ ਪੈਨਲ ਡਿਸਕਸ਼ਨ ਕਰ ਰਹੇ ਹਾਂ ਤੇ ਇਸ ਪੈਨਲ ਡਿਸਕਸ਼ਨ ਦਾ ਜਿਹੜਾ ਸਿਰਲੇਖ ਹੈ, ਵਿਸ਼ਾ ਜਿਹੜਾ ਸਬਜੈਕਟ ਹੈ, ਉਹ ਹੈ ਆਨਲਾਈਨ ਸਿੱਖਿਆ ਸੀਮਾਵਾਂ ਤੇ ਸੰਭਾਵਨਾਵਾਂ। ਦੋਸਤੋ, ਤੁਸੀਂ ਜਾਣਦੇ ਹੋ ਮਨੁੱਖ ਕਦੇ ਵੀ ਰੁਕਦਾ ਨਹੀਂ ਹੈਗਾ, ਮਨੁੱਖ ਦਾ ਵਿਕਾਸ ਵੀ ਕਦੇ ਨਹੀਂ ਰੁਕਦਾ ਹੈਗਾ। ਆਦਮੀ ਨੇ ਹਮੇਸ਼ਾ ਅੱਗੇ ਵੱਲ ਵਧਣਾ ਹੁੰਦਾ ਹੈ। ਜਿੰਨੇ ਮਰਜ਼ੀ ਸੰਕਟ ਆਉਣ, ਹਰ ਸੰਕਟ ਜਿੱਥੇ ਇੱਕ ਚੁਣੌਤੀ ਹੁੰਦਾ ਉੱਥੇ ਹਰ ਸੰਕਟ ਇੱਕ ਮੌਕਾ ਵੀ ਹੁੰਦਾ ਹੈ। ਉਸ ਮੌਕੇ ਦਾ ਫਾਇਦਾ ਉਠਾਉਂਦਿਆਂ ਇਸ ਕਰੋਨਾ ਕਾਲ ਦੇ ਵਿੱਚ ਟੈਕਨੀਕ ਨੇ ਵੀ ਬਹੁਤ ਤਰੱਕੀ ਕੀਤੀ ਹੈ ਤੇ ਸਾਡੇ ਕੋਲੇ ਸਾਡੀ ਟ੍ਰੈਡੀਸ਼ਨਲ ਐਜੂਕੇਸ਼ਨ ਦੇ ਪੈਰਲਲ ਇੱਕ ਆਨਲਾਈਨ ਐਜੂਕੇਸ਼ਨ ਦਾ ਕਨਸੈਪਟ ਜਿਹੜਾ ਹੋਂਦ 'ਚ ਤਾਂ ਭਾਵੇਂ ਬਹੁਤ ਪਹਿਲਾਂ ਆ ਗਿਆ ਸੀ, ਪਰ ਪੂਰੀ ਤਰ੍ਹਾਂ ਡਿਵੈਲਪ ਤੇ ਪੂਰੀ ਤਰ੍ਹਾਂ ਵਰਤੋਂ ਦੇ ਵਿੱਚ ਅਸੀਂ ਇਸ ਸੰਕਟ ਕਾਲ ਦੇ ਵਿੱਚ ਉਹਨੂੰ ਕਰਨਾ ਸਿੱਖਿਆ ਹੈ ਤੇ ਅੱਜ ਆਪਾਂ ਉਸ ਪਲੇਟਫਾਰਮ ਬਾਰੇ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿ ਉਹਦੀਆਂ ਕੀ ਸੀਮਾਵਾਂ ਨੇ ਤੇ ਕੀ ਸੰਭਾਵਨਾਵਾਂ ਨੇ ਤੇ ਉਹਦੇ ਵਿੱਚ ਸਾਡੇ 4 ਅਧਿਆਪਕ ਐਕਸਪਰਟ ਨੇ। ਅਸੀਂ ਆਪਣੇ ਪੈਨਲ ਡਿਸਕਸ਼ਨ ਦਾ ਤੇ ਬਾਕੀ ਸਾਰੇ ਪ੍ਰੋਗਰਾਮਾਂ ਦਾ ਇੱਕ ਮਹੱਤਵਪੂਰਨ ਐਸਪੈਕਟ ਇਹ ਹੈ ਕਿ ਭਾਵੇਂ ਦੁਨੀਆ ਦੇ ਵਿੱਚ ਬਹੁਤ ਸਾਰੇ ਐਕਸਪਰਟ ਨੇ ਬਹੁਤ ਸਾਰੀਆਂ ਚੀਜ਼ਾਂ ਦੇ, ਪਰ ਇਸ ਗਰੁੱਪ ਦੇ ਵਿੱਚ ਜਿਹੜੀ ਵੀ ਸਰਗਰਮੀ ਹੁੰਦੀ ਹੈ ਉਹਦੇ ਵਿੱਚ ਅਸੀਂ ਅਧਿਆਪਕਾਂ ਨੂੰ ਹੀ ਸ਼ਾਮਲ ਕਰਦੇ ਹਾਂ ਜਾਂ ਅਧਿਆਪਕ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਸ਼ਾਮਲ ਕਰਦੇ ਹਾਂ। ਸੋ ਅੱਜ ਸਾਡੇ ਨਾਲ ਜੋ 4 ਸ਼ਖਸੀਅਤਾਂ ਸ਼ਾਮਲ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਸੁਰੇਸ਼ ਕੁਮਾਰ ਹੋਰਾਂ ਦਾ। ਸੁਰੇਸ਼ ਕੁਮਾਰ ਜੀ ਜਿੱਥੇ ਪਹਿਲਾਂ ਪੜ੍ਹੋ ਪੰਜਾਬ ਦੇ ਵਿੱਚ ਲੰਮਾ ਸਮਾਂ ਮੋਹਾਲੀ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ, ਉੱਥੇ ਬਤੌਰ ਅਧਿਆਪਕ ਇਹਨਾਂ ਦਾ ਕੰਮ ਬਹੁਤ ਖੂਬਸੂਰਤ ਹੈ ਤੇ ਅੱਜ ਕੱਲ੍ਹ CHT ਦੇ ਤੌਰ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਨੇ। ਸੋ ਸੁਰੇਸ਼ ਕੁਮਾਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪਲੇਟਫਾਰਮ ਤੋਂ। ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰ ਲਓ ਤੇ ਆਪਾਂ ਇਸ ਤੋਂ ਬਾਅਦ ਅਗਲੇ ਮਹਿਮਾਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਸਾਡੇ ਦੂਜੇ ਮਹਿਮਾਨ ਨੇ ਗੁਰਨੈਬ ਮੰਘਾਣੀਆਂ। ਗੁਰਨੈਬ ਮੰਘਾਣੀਆਂ ਵੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਅੱਜ ਕੱਲ੍ਹ ਮਾਨਸਾ ਤੋਂ ਡਿਸਟ੍ਰਿਕਟ ਕੋਆਰਡੀਨੇਟਰ ਨੇ ਪੜ੍ਹੋ ਪੰਜਾਬ ਦੇ, ਬਹੁਤ ਅੱਛੇ ਸਾਹਿਤਕਾਰ ਨੇ, ਨਾਵਲਕਾਰ ਨੇ, ਸ਼ਾਇਰ ਨੇ, ਵਿਅੰਗਕਾਰ ਨੇ ਤੇ ਸਭ ਤੋਂ ਵੱਡੀ ਗੱਲ ਬਹੁਤ ਖੂਬਸੂਰਤ ਇਨਸਾਨ ਨੇ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਕ ਦੂਜੇ ਦੇ ਕੰਮ ਆਉਣ ਵਾਲੇ ਸੰਵੇਦਨਸ਼ੀਲ ਪਰਸਨ ਨੇ। ਉਸ ਤੋਂ ਬਾਅਦ ਤੀਜੇ ਸਾਡੇ ਕੋਲ ਨੇ ਰੰਗ ਹਰਜਿੰਦਰ ਜੀ, ਜਿਹੜੇ ਇਸ ਵੇਲੇ ਸਟੇਟ ਰਿਸੋਰਸ ਪਰਸਨ ਦੇ ਤੌਰ ਤੇ ਕੰਮ ਕਰ ਰਹੇ ਨੇ। ਸਵਾਗਤ ਜ਼ਿੰਦਗੀ ਦੇ ਵਿੱਚ, ਪੰਜਾਬੀ ਅਧਿਆਪਕ ਨੇ, ਬਹੁਤ ਅੱਛੇ ਆਰਟਿਸਟ ਨੇ। ਮੈਂ ਇਹਨਾਂ ਨੂੰ ਅੱਜ ਵੀ ਜਦੋਂ ਰੰਗ ਹਰਜਿੰਦਰ ਦਾ ਨਾਮ ਮੇਰੇ ਸਾਹਮਣੇ ਆਉਂਦਾ ਹੈ ਤਾਂ ਇਹਨਾਂ ਦਾ ਅਧਿਆਪਨ ਵੀ ਬਾਅਦ ਦੇ ਵਿੱਚ ਆਉਂਦਾ, ਇਹਨਾਂ ਦਾ ਸਟੇਟ ਰਿਸੋਰਸ ਪਰਸਨ ਵੀ ਬਾਅਦ ਦੇ ਵਿੱਚ ਆਉਂਦੀ ਹੈ। ਸਭ ਤੋਂ ਪਹਿਲਾਂ ਰੰਗ ਹਰਜਿੰਦਰ ਮੇਰੇ ਸਾਹਮਣੇ ਬਹੁਤ ਸਾਰੇ ਖੂਬਸੂਰਤ ਨਾਟਕਾਂ ਦਾ ਖੂਬਸੂਰਤ ਕਲਾਕਾਰ ਹੈ ਮੇਰੇ ਸਾਹਮਣੇ, ਤੇ ਮੈਂ ਰੰਗ ਹਰਜਿੰਦਰ ਨੂੰ ਹਮੇਸ਼ਾ ਉਸ ਰੂਪ ਦੇ ਵਿੱਚ ਹੀ ਆਪਣੇ ਚੇਤਿਆਂ ਦੇ ਵਿੱਚ ਵਸਾਇਆ ਹੋਇਆ ਹੈ। ਪਰ ਰੰਗ ਹਰਜਿੰਦਰ ਦੀਆਂ ਬਹੁਤ ਸਾਰੀਆਂ ਪਰਤਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਪਰਤ ਸਿੱਖਿਆ ਦੇ ਨਾਲ ਜੁੜੀ ਹੋਈ ਹੈ, ਤਾਂ ਹੀ ਆਪਾਂ ਇਹਨਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਐਕਸਪਰਟ ਲਿਆ ਹੋਇਆ ਹੈ। ਸਾਡੇ ਨਾਲ ਜਿਹੜੇ ਚੌਥੇ ਭਾਗੀਦਾਰ ਨੇ ਉਹ ਹੈ ਮੈਡਮ ਗੁਰਪ੍ਰੀਤ ਕੌਰ ਲਾਡਲ, ਜਿਹੜੇ ਬਹਿਰਮਪੁਰ ਦੇ ਵਿੱਚ ਬਤੌਰ ETT ਅਧਿਆਪਕ ਕੰਮ ਕਰਦੇ ਨੇ। ਪਰ ਇਹਨਾਂ ਦੀ ਜਾਣ ਪਹਿਚਾਣ ਵੀ ਸਿਰਫ ਇੰਨੀ ਕਿ ETT ਅਧਿਆਪਕ ਨੇ। ਇਹਨਾਂ ਨੇ ਪਿਛਲੇ ਥੋੜੇ ਸਮੇਂ ਦੇ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਾਇਆ ਹੈ। ਮਾਰਨਿੰਗ ਅਸੈਂਬਲੀ ਦੀਆਂ ਬਹੁਤ ਸਾਰੀਆਂ ਸਲਾਈਡਸ ਬਹੁਤ ਕ੍ਰੀਏਟਿਵ ਰੂਪ ਦੇ ਵਿੱਚ ਇਹਨਾਂ ਨੇ ਇਸ ਆਨਲਾਈਨ ਪਲੇਟਫਾਰਮ ਤੋਂ ਸਾਡੇ ਰੂਬਰੂ ਕੀਤੀਆਂ ਨੇ। ਇਸ ਤੋਂ ਇਲਾਵਾ ਜੋ ਦੂਰਦਰਸ਼ਨ ਤੇ ਆਨਲਾਈਨ ਸਿੱਖਿਆ ਦਾ ਪ੍ਰੋਗਰਾਮ ਚੱਲਦਾ ਉਹਦੇ ਵਿੱਚ ਵੀ ਲਗਾਤਾਰ ਇਹ ਵਰਕ ਕਰ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਕੁਝ ਅਧਿਆਪਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ
ਇਸ ਆਨਲਾਈਨ ਪਲੇਟਫਾਰਮ ਨੂੰ ਐਜੂਕੇਸ਼ਨ ਦੇ ਮਾਧਿਅਮ ਦੇ ਤੌਰ ਤੇ ਰੱਜ ਕੇ ਵਰਤਿਆ ਤੇ ਬਹੁਤ ਤਾਕਤ ਨਾਲ ਵਰਤਿਆ। ਸੋ ਅਸੀਂ ਆਪਣੇ ਚਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ ਤੇ ਮੇਰੇ ਨਾਲ ਮੇਰੇ ਕੋ-ਹੋਸਟ ਦੇ ਤੌਰ ਤੇ ਸੁਖਜੀਵਨ ਹੋਰੀ ਸ਼ਾਮਲ ਨੇ ਤੇ ਮੇਰੇ ਨਾਲ ਸਾਡੇ ਇਸ ਗਰੁੱਪ ਦੇ ਐਡਮਿਨ ਦੇ ਤੌਰ ਤੇ ਮੈਡਮ ਰੁਪਿੰਦਰ ਸੰਧੂ ਸ਼ਾਮਲ ਨੇ ਤੇ ਮੈਂ ਸਾਡੇ ਬਾਕੀ ਐਡਮਿਨ ਗੁਰਨੈਬ ਸਾਡੇ ਐਡਮਿਨ ਨੇ, ਸੁਖਜੀਵਨ ਸਾਡੇ ਐਡਮਿਨ ਨੇ, ਰੁਪਿੰਦਰ ਮੈਡਮ ਸਾਡੇ ਐਡਮਿਨ ਨੇ। ਇਹ ਤਿੰਨ ਸਾਡੇ ਨਾਲ ਸ਼ਾਮਲ ਨੇ, ਮੈਡਮ ਮਨਜਿੰਦਰ ਕੌਰ ਤੇ ਧਾਮੀ ਸਾਹਿਬ ਤੇ ਨਵਨੀਤ ਹੋਰੀ। ਇਹਨਾਂ ਉਮੀਦ ਹੈ ਕਿ ਇਹ ਵੀ ਸਾਡੇ ਨਾਲ ਸ਼ਾਮਲ ਹੋਣਗੇ ਤੇ ਆਪਾਂ ਅੱਜ ਦਾ ਇਹ ਪ੍ਰੋਗਰਾਮ ਜਿਹੜੀ ਇਹ ਡਿਬੇਟ ਹੈ, ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਮੈਂ ਚਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹੋਇਆ ਗੱਲਬਾਤ ਸ਼ੁਰੂ ਕਰੂੰਗਾ ਸੁਰੇਸ਼ ਕੁਮਾਰ ਹੋਰਾਂ ਤੋਂ। ਸੁਰੇਸ਼ ਕੁਮਾਰ ਜੀ, ਤੁਸੀਂ ਸੀਨੀਅਰ ਮੋਸਟ ਬੰਦੇ ਹੋ ਤੇ ਤੁਹਾਡਾ ਐਜੂਕੇਸ਼ਨ ਦੇ ਵਿੱਚ ਬਹੁਤ ਸਾਰਾ ਕੰਮ ਹੈ। ਦੋ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ, ਇੱਕ ਸਾਧਨ ਹੁੰਦਾ ਹੈ ਤੇ ਇੱਕ ਉਦੇਸ਼ ਹੁੰਦਾ ਹੈ ਕਿਸੇ ਦਾ। ਤੁਸੀਂ ਕੀ ਸਮਝਦੇ ਹੋ ਜਿਹੜੀ ਆਨਲਾਈਨ ਸਿੱਖਿਆ ਇਸ ਵੇਲੇ ਕਨਸੈਪਟ ਸਾਡੇ ਕੋਲੇ ਆਇਆ ਹੈ, ਇਹ ਕਿਸੇ ਚੀਜ਼ ਦਾ ਸਾਧਨ ਹੈ ਜਾਂ ਸਾਡਾ ਟਾਰਗੇਟ ਹੈ ਜਾਂ ਸਾਡਾ ਉਦੇਸ਼ ਹੈ? ਪਹਿਲਾਂ ਤਾਂ ਡਾਕਟਰ ਸਾਹਿਬ ਸ਼ੁਕਰਾਨਾ ਆਪ ਜੀ ਦਾ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਆਪਣੇ ਇਹਨਾਂ ਮਿੱਤਰਾਂ ਦੇ ਵਿੱਚ ਸ਼ਾਮਿਲ ਕੀਤਾ ਜੇ ਅਸੀਂ ਇਸ ਢੰਗ ਨਾਲ ਇਹ ਗੱਲਬਾਤ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰਾਨਾ ਤੇ ਬਾਕੀ ਸਾਰੇ ਸਾਥੀਆਂ ਦਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਵਿੱਚ ਬੈਠਣ ਦਾ ਮੈਨੂੰ ਮੌਕਾ ਮਿਲ ਰਿਹਾ ਜੀ। ਬਾਕੀ ਜਿੱਥੇ ਤੁਸੀਂ ਬਹੁਤ ਹੀ ਆਨਲਾਈਨ ਐਜੂਕੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ ਮੌਜੂਦਾ ਸੰਦਰਭ ਦੇ ਵਿੱਚ, ਕਿ ਇਹ ਜਿਹੜੀ ਆਨਲਾਈਨ ਐਜੂਕੇਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਉਦੇਸ਼ ਤਾਂ ਨਹੀਂ ਹੈਗਾ, ਇਹ ਸਿਰਫ ਤੇ ਸਿਰਫ ਸਾਧਨ ਹੈ। ਇਟ ਇਜ਼ ਅ ਮੀਨਸ ਨਾਟ ਅ ਅਲਟੀਮੇਟ ਗੋਲ। ਜਿੱਥੇ ਤੱਕ ਗੋਲ ਦੀ ਗੱਲ ਹੈ, ਗੋਲ ਤਾਂ ਸਾਡਾ ਸਿੱਖਿਆ ਹੀ ਹੈ, ਐਜੂਕੇਸ਼ਨ ਹੀ ਹੈ, ਲਰਨਿੰਗ ਹੀ ਹੈ, ਜਿਹਦੇ ਵੱਖਰੇ ਵੱਖਰੇ ਆਪਣੇ ਮਿਆਰ ਹਨ। ਚਾਹੇ ਉਹਨੂੰ ਜਿਹੜੀ ਮਰਜ਼ੀ ਡੋਮੇਨ ਦੇ ਨਾਲ ਆਪਾਂ ਗੱਲ ਕਰ ਲਈਏ, ਉਹ ਆਪਣੀ ਡੋਮੇਨਸ ਤੇ ਹੁੰਦਾ ਵੀ ਕੋਗਨੀਟਿਵ ਡੋਮੇਨ ਹੈ ਉਹਦੀ, ਅਫੈਕਟਿਵ ਹੈ ਜਾਂ ਸਾਈਕੋਮੋਟਿਵ ਹੈ, ਤੇ ਉਹਦਾ ਗੋਲ ਤਾਂ ਉਹੀ ਹੈ, ਸਿੱਖਿਆ ਹੀ ਉਦੇਸ਼ ਹੈ। ਲੇਕਿਨ ਇਹ ਇੱਕ ਅਧਿਆਪਕ ਦੇ ਹੱਥ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਹਥਿਆਰ ਹੈ, ਲੇਕਿਨ ਇਹ ਡਬਲ ਐਜਡ ਹਥਿਆਰ ਹੋ ਸਕਦਾ ਹੈ। ਕਿਉਂਕਿ ਜਿਸ ਤਰ੍ਹਾਂ ਇੱਕ ਮੈਂ ਥੋੜ੍ਹੀ ਜਿਹੀ ਆਪਣੀ ਗੱਲਬਾਤ ਨੂੰ ਦੱਸਣ ਦੇ ਲਈ ਮੈਂ ਇੱਕ ਐਗਜ਼ਾਮਪਲ ਦਾ ਸਹਾਰਾ ਲਵਾਂਗਾ ਕਿ ਜਿਸ ਤਰ੍ਹਾਂ ਇੱਕ ਲਾਠੀ ਹੁੰਦੀ ਹੈ ਜਾਂ ਚਾਕੂ ਹੁੰਦਾ ਹੈ, ਅਗਰ ਉਹ ਰਾਹਜਾਨ ਦੇ ਹੱਥ ਵਿੱਚ ਹੋਏ, ਚੋਰ ਦੇ ਹੱਥ ਵਿੱਚ ਹੋਏ ਤਾਂ ਉਹਦਾ ਉਪਯੋਗ ਕੁਛ ਹੋਰ ਹੋ ਜਾਂਦਾ, ਉਸੇ ਲਾਠੀ ਦਾ, ਉਸੇ ਚਾਕੂ ਦਾ। ਅਗਰ ਉਹੀ ਚਾਕੂ ਤੇ ਉਹੀ ਲਾਠੀ ਅਗਰ ਕਿਸੇ ਪੁਲਿਸ ਵਾਲੇ ਦੇ ਹੱਥ ਹੁੰਦੀ ਹੈ ਜਾਂ ਚਾਕੂ ਕਿਸੇ ਡਾਕਟਰ ਦੇ ਹੱਥ ਵਿੱਚ ਹੁੰਦਾ ਹੈ ਤਾਂ ਉਹਦਾ ਉਪਯੋਗ ਕੁਛ ਹੋਰ ਜਾਨ ਬਚਾਉਣ ਵਾਲਾ ਬਣ ਜਾਂਦਾ ਹੈ। ਲਾਠੀ ਉਹੀ ਹੈ। ਤੇ ਇਸੇ ਤਰ੍ਹਾਂ ਇਹ ਆਨਲਾਈਨ ਐਜੂਕੇਸ਼ਨ ਵੀ ਇਸੇ ਤਰ੍ਹਾਂ ਡਬਲ ਐਜਡ ਵੈਪਨ ਹੈ। ਅਗਰ ਇਹ ਇੱਕ ਬਹੁਤ ਹੀ ਸੁਹਿਰਦ ਤੇ ਬਹੁਤ ਹੀ ਟ੍ਰੇਨ ਟੀਚਰ ਦੇ ਹੱਥ ਵਿੱਚ ਇਹ ਸਾਧਨ ਹੈ ਤਾਂ ਇਸ ਤੋਂ ਬਹੁਤ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗੱਲ ਉੱਥੇ ਤੇ ਆ ਜਾਂਦੀ ਹੈ ਕਿ ਇਹ ਹੈ ਤਾਂ ਵਾਸਤਵ ਦੇ ਵਿੱਚ ਸਾਧਨ ਹੀ, ਆਪਣੇ ਆਪ ਦੇ ਵਿੱਚ ਉਦੇਸ਼ ਨਹੀਂ ਹੈ। ਤੇ ਦੂਜੀ ਗੱਲ ਹੈ, ਇਸ ਨੂੰ ਚਲਾਉਣ ਦੇ ਲਈ ਇੱਕ ਟੀਚਰ ਦਾ ਐਫੀਸ਼ੀਐਂਟ ਹੋਣਾ, ਇੱਕ ਅਧਿਆਪਕ ਦਾ ਐਫੀਸ਼ੀਐਂਟ ਹੋਣਾ ਅਤੀ ਜ਼ਰੂਰੀ ਹੈ। ਔਰ ਜਿਹੜੇ ਇਸ ਉਦੇਸ਼ ਦੇ ਲਈ, ਇਸ ਉਦੇਸ਼ ਦੀ ਪੂਰਤੀ ਲਈ ਸਾਧਨ ਦਾ ਉਪਯੋਗ ਕਰਦੇ ਹਾਂ, ਜਿਹੜਾ ਵੀ ਸਾਡਾ ਕਰਿਕੂਲਮ ਹੁੰਦਾ ਹੈ ਜਾਂ ਐਜੂਕੇਸ਼ਨ ਸਿਸਟਮ ਹੁੰਦਾ ਹੈ, ਉਹਨਾਂ ਲਈ ਇਹ ਬੜਾ ਜ਼ਰੂਰੀ ਹੈ ਕਿ ਜਿਨ੍ਹਾਂ ਅਧਿਆਪਕਾਂ ਦੇ ਦੁਆਰਾ, ਜਿਨ੍ਹਾਂ ਟੀਚਰਾਂ ਦੇ ਦੁਆਰਾ ਇਸ ਸਾਧਨ ਦੀ ਵਰਤੋਂ ਕੀਤੀ ਜਾਣੀ ਹੈ ਜਾਂ ਜਾਂਦੀ ਹੈ, ਉਹਨਾਂ ਨੂੰ ਪ੍ਰੋਪਰ ਤੇ ਵਿਧੀਵਤ ਤਰੀਕੇ ਦੇ ਨਾਲ ਟ੍ਰੇਨਡ ਕੀਤਾ ਜਾਏ। ਜਿਹੜੇ ਮੇਰੇ ਆਪਣੇ ਵਿਚਾਰ ਹੈ, ਤਾਂ ਗੱਲ ਅਲਟੀਮੇਟ ਇੱਥੇ ਆ ਜਾਂਦੀ ਹੈ ਕਿ ਇੱਕ ਸਾਧਨ ਹੈ, ਉਦੇਸ਼ ਨਹੀਂ ਹੈ ਆਪਣੇ ਆਪ ਦੇ ਵਿੱਚ। ਜੀ ਬਿਲਕੁਲ। ਆਨਲਾਈਨ ਐਜੂਕੇਸ਼ਨ ਇੱਕ ਟੂਲ ਹੈ ਸਾਡਾ। ਜਦੋਂ ਅਸੀਂ ਇਸ ਨੂੰ ਉਦੇਸ਼ ਮੰਨ ਲੈਂਦੇ ਹਾਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਸੀ, ਕਨਸੈਪਟ ਦੀ ਪੱਧਰ ਤੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਆਪਾਂ ਚੱਲਦੇ ਹਾਂ ਗੁਰਨੈਬ ਸਿੰਘ ਹੋਰਾਂ ਕੋਲੇ। ਗੁਰਨੈਬ, ਆਨਲਾਈਨ ਐਜੂਕੇਸ਼ਨ ਦਾ ਜਿੰਨਾ ਇਹ ਰੌਲਾ ਰੱਪਾ ਹੈ, ਇਹ ਸਾਰਾ ਕਰੋਨਾ ਦੇ ਦੌਰ ਦੇ ਵਿੱਚ ਸਾਡੇ ਕੋਲੇ ਆਇਆ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਰੋਨਾ ਤੋਂ ਪਹਿਲਾਂ ਵੀ ਸਾਡੇ ਕੋਲੇ ਆਨਲਾਈਨ ਸਿੱਖਿਆ ਦਾ ਕੋਈ ਰੂਪ ਸੀ ਜਾਂ ਨਹੀਂ? ਜਿੱਥੋਂ ਤੱਕ ਸਰ ਆਪਣੀ ਆਨਲਾਈਨ ਸਿੱਖਿਆ ਦੇ ਸੰਬੰਧ ਦੇ ਵਿੱਚ, ਸੰਦਰਭ ਦੇ ਵਿੱਚ ਆਪਣੀ ਗੱਲਬਾਤ ਚੱਲ ਰਹੀ ਹੈ, ਜੇ ਆਨਲਾਈਨ ਸਿੱਖਿਆ ਦੇ ਪਹਿਲੇ ਰੂਪ ਦੀ ਆਪਾਂ ਗੱਲ ਕਰੀਏ ਤਾਂ ਰੂਪ ਸੀ ਇਹਦਾ, ਮਤਲਬ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ, ਜਿਵੇਂ ਆਪਾਂ ਦੇਖੀਏ ਕਿ ਖਾਸ ਕਰਕੇ ਵੱਡੀਆਂ ਜਮਾਤਾਂ ਵਾਸਤੇ, ਜਾਂ ਜਿੱਦਾਂ ਆਪਣੇ ਕੋਚਿੰਗ ਸੈਂਟਰ ਆਪਣੇ ਚੱਲਦੇ ਸੀਗੇ, ਜਾਂ ਪ੍ਰੋਫੈਸ਼ਨਲ ਕੋਚਿੰਗਾਂ ਦੀ ਤਿਆਰੀ, ਪ੍ਰੋਫੈਸ਼ਨਲ ਟੀਚਿੰਗ ਦੀ ਤਿਆਰੀ ਬੱਚੇ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਸੀਗੇ ਆਪਣੀਆਂ ਜਮਾਤਾਂ ਦੇ ਵਿੱਚ। ਪਲੀਜ਼ ਕਿਸ ਦੇ ਵਿੱਚ ਆਵਾਜ਼ ਆ ਰਹੀ ਹੈ ਜੀ? ਗੁਰਨੈਬ
ਲੱਖਾਂ ਦੇ ਪੈਕਸ ਦੇ ਰੂਪ ਦੇ ਵਿੱਚ ਮਤਲਬ ਪਹਿਲਾਂ ਵੀ ਇਹ ਚੀਜ਼ਾਂ ਉਪਲਬਧ ਸੀਗੀਆਂ, ਪਰ ਇਹਦਾ ਮਤਲਬ ਜੇ ਆਪਾਂ ਘੇਰਾ ਦੇਖੀਏ ਤਾਂ ਉਹ ਬਹੁਤ ਸੀਮਿਤ ਸੀਗਾ ਕਿ ਵੱਡੇ ਬੱਚਿਆਂ ਤੱਕ ਜਾਂ ਵੱਡੀਆਂ ਜਮਾਤਾਂ ਤੱਕ ਸੀਮਿਤ ਸੀਗਾ। ਤੇ ਇਹਦਾ ਰੂਪ ਹੈ ਜਿਹੜਾ ਉਹ ਕਰੋਨਾ ਕਾਲ ਦੇ ਦੌਰਾਨ ਸਕੂਲਾਂ ਤੱਕ ਜਾਂ ਸਾਡੇ ਈਵਨ ਕਿ ਪ੍ਰੀ ਪ੍ਰਾਇਮਰੀ ਦੇ ਬੱਚੇ ਤੱਕ ਤੇ ਪਹਿਲੀ ਦੇ ਬੱਚੇ ਤੱਕ ਵੀ ਇਸ ਚੀਜ਼ ਨੂੰ ਮਤਲਬ ਲਾਗੂ ਕੀਤਾ ਗਿਆ ਇਸ ਰੂਪ ਦੇ ਵਿੱਚ। ਸੋ ਇਸ ਤੋਂ ਬਿਨਾਂ ਵੀ ਜਿਵੇਂ ਆਪਾਂ YouTube ਚੈਨਲਾਂ ਦੀ ਗੱਲ ਕਰ ਲਈਏ, ਵੈਬਸਾਈਟ ਦੀ ਗੱਲ ਕਰ ਲਈਏ, ਜਾਂ ਹੋਰ ਸ਼ਖਸੀਅਤ ਦੇ ਬਲੌਗ ਦੀ ਗੱਲ ਕਰ ਲਈਏ, ਜਾਂ ਕੋਈ ਏਦਾਂ ਦੇ ਲੈਕਚਰਾਂ ਦੀ ਗੱਲ ਕਰ ਲਈਏ, ਭਾਵੇਂ ਉਹਦਾ ਇੱਕ ਮਤਲਬ ਸਾਡੇ ਪਾਠਕ੍ਰਮ ਨੂੰ ਲੈ ਕੇ ਉਸ ਤਰੀਕੇ ਦਾ ਰੂਪ ਨਹੀਂ ਸੀਗਾ ਪਹਿਲਾਂ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਨਲਾਈਨ ਸਿੱਖਿਆ ਦਾ ਜਿਹੜਾ ਕਨਸੈਪਟ ਸੀਗਾ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਵੱਖ-ਵੱਖ ਲੋੜਾਂ ਦੇ ਮੁਤਾਬਿਕ ਇਹਨੂੰ ਵਰਤਣਾ ਆਪਣੇ ਦੇ ਨਾਲ। ਪਰ ਹੁਣ ਕਰੋਨਾ ਦੇ ਸੰਕਟ ਦੇ ਦੌਰਾਨ ਅਸੀਂ ਇਹਨੂੰ ਮਤਲਬ ਸਿਲੇਬਸ ਦੇ ਨਾਲ ਜੋੜ ਕੇ ਸਾਡੇ ਹਰ ਇੱਕ ਬੱਚੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਹੈ ਜਿਹੜੀ ਉਸ ਰੂਪ ਦੇ ਵਿੱਚ ਇਹਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ, ਜਿਹੜੇ ਯਤਨ ਹੈ ਜਿਹੜੇ ਉਹ ਅਸੀਂ ਕਰ ਰਹੇ ਹਾਂ। ਸੋ ਰੂਪ ਇਹਦਾ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੁਝ ਬਦਲਾਅ ਆਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਦਲਾਅ ਆਉਣ ਦੀਆਂ ਵੀ ਵੱਡੀਆਂ ਸੰਭਾਵਨਾ ਜੀ ਇਹਦੇ ਵਿੱਚ। ਜੀ ਬਹੁਤ ਅੱਛੇ। ਬਿਲਕੁਲ ਗੈਰ ਰਸਮੀ ਤੌਰ ਤੇ ਸਾਡੇ ਕੋਲ ਬਹੁਤ ਸਾਰੇ ਪਲੇਟਫਾਰਮ ਪਹਿਲਾਂ ਵੀ ਸੀ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਬੰਦੇ ਨੂੰ ਐਜੂਕੇਟ ਕਰਦੇ ਨੇ। ਉਸ ਐਜੂਕੇਸ਼ਨ ਦਾ ਭਾਵੇਂ ਰੂਪ ਕੋਈ ਹੋਰ ਹੁੰਦਾ ਹੈ, ਤੇ ਰਸਮੀ ਤੌਰ ਤੇ ਵੀ ਸਾਡੇ ਕੋਲ ਕਈ ਰੂਪ ਸੀ ਪਹਿਲਾਂ, ਭਾਵੇਂ ਅਸੀਂ ਉਹਨਾਂ ਨੂੰ ਉਸ ਰੂਪ ਦੇ ਵਿੱਚ ਕਦੇ ਸ਼ਕਤੀਸ਼ਾਲੀ ਤਰੀਕੇ ਨਾਲ ਨਹੀਂ ਵਰਤਿਆ ਸੀ। ਈਵਨ ਐਜੂਸੈਟ ਸਾਡੇ ਸਕੂਲਾਂ ਦੇ ਵਿੱਚ ਇਸ ਕਰੋਨਾ ਤੋਂ ਪਹਿਲਾਂ ਵੀ ਸੀ, ਤੇ ਹੋਰ ਅਦਾਰਿਆਂ ਦੇ ਵਿੱਚ ਹਾਇਰ ਐਜੂਕੇਸ਼ਨ ਦੇ ਵਿੱਚ ਤੇ ਹੋਰ ਰੂਪਾਂ ਦੇ ਵਿੱਚ ਇਹਦੇ ਬਹੁਤ ਸਾਰੇ ਰੂਪ ਸੀ। ਰੰਗ ਹਰਜਿੰਦਰ ਜੀ, ਤੁਸੀਂ ਕਿਉਂਕਿ ਹੁਣ ਲਗਾਤਾਰ ਜੁੜੇ ਹੋਏ ਹੋ, ਡਿਪਾਰਟਮੈਂਟ ਨਾਲ ਜੁੜੇ ਹੋਏ ਹੋ, ਐਜੂਕੇਸ਼ਨ ਦੇ ਇਸ ਰੂਪ ਨਾਲ ਜੁੜੇ ਹੋਏ ਹੋ, ਸਟੇਟ ਨਾਲ ਜੁੜੇ ਹੋਏ ਹੋ, ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜੇ ਰੂਪ ਨੇ ਜਿਹੜੇ ਆਨਲਾਈਨ ਐਜੂਕੇਸ਼ਨ ਦੇ ਨੇ ਜਿਨ੍ਹਾਂ ਰਾਹੀਂ ਅਸੀਂ ਸਾਡੇ ਬੱਚਿਆਂ ਤੱਕ, ਚਾਹੇ ਉਹ ਕਾਲਜਾਂ ਦੇ ਬੱਚੇ ਨੇ ਚਾਹੇ ਸਕੂਲਾਂ ਦੇ ਬੱਚੇ ਨੇ, ਅਸੀਂ ਸਿੱਖਿਆ ਲੈ ਕੇ ਜਾ ਸਕਦੇ ਹਾਂ ਜਾਂ ਲੈ ਕੇ ਜਾ ਰਹੇ ਹਾਂ? ਸਭ ਤੋਂ ਪਹਿਲਾਂ ਤਾਂ ਸਿਰਜਣਾਤਮਕ ਸਿੱਖਿਆ ਸੰਸਾਰ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਇਸ ਪਲੇਟਫਾਰਮ ਤੇ ਜੁੜੇ ਹੋਏ ਨੇ ਸਾਰਿਆਂ ਨੂੰ ਰਸਮੀ ਤੌਰ ਤੇ ਸਤਿ ਸ੍ਰੀ ਅਕਾਲ। ਮੇਰੇ ਨਾਲ ਮੇਰੇ ਸਾਥੀ ਸੁਰੇਸ਼ ਕੁਮਾਰ ਜੀ, ਗੁਰਨੈਬ, ਗੁਰਪ੍ਰੀਤ ਮੈਮ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਏ ਨੇ, ਇਹਨਾਂ ਨੂੰ ਵੀ ਸਤਿ ਸ੍ਰੀ ਅਕਾਲ। ਤੁਹਾਡਾ ਡਾਕਟਰ ਦੀਪ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਇੱਕ ਸੰਜੀਦਾ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਇਕੱਠੇ ਕੀਤਾ ਸਾਨੂੰ ਜੀ। ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਸੁਰੇਸ਼ ਜੀ ਹੋਰਾਂ ਦੀ ਗੱਲ ਦੇ ਵਿੱਚ ਥੋੜਾ ਜਿਹਾ ਇੱਕ ਉਹਨਾਂ ਦੀ ਗੱਲ ਦੀ ਪ੍ਰੋੜਤਾ ਜਾਂ ਵਾਧਾ ਕਰ ਸਕਦਾ? ਜੀ ਜੀ ਜੀ। ਜਿਹੜਾ ਉਹਨਾਂ ਦੇ ਨਾਲ ਤੁਸੀਂ ਸਵਾਲ ਕੀਤਾ ਸੀ, ਬਿਲਕੁਲ। ਉਹਨਾਂ ਨੇ ਗੱਲ ਕੀਤੀ ਕਿ ਤੁਹਾਡਾ ਸਵਾਲ ਸੀਗਾ ਕਿ ਜਿਹੜਾ ਆਨਲਾਈਨ ਐਜੂਕੇਸ਼ਨ ਉਹ ਸਾਧਨ ਹੈ ਕਿ ਉਦੇਸ਼। ਦੀਪ ਜੀ, ਮੈਨੂੰ ਇਉਂ ਲੱਗਦਾ ਹੈ ਕਿ ਸਿਰਫ ਆਨਲਾਈਨ ਐਜੂਕੇਸ਼ਨ ਹੀ ਨਹੀਂ, ਜੇ ਤੁਸੀਂ ਐਜੂਕੇਸ਼ਨ ਦੀ ਵੀ ਗੱਲ ਕਰਦੇ ਹੋ ਕਿਸੇ ਵੀ ਰੂਪ ਦੇ ਵਿੱਚ ਹੋਵੇ, ਬੇਸ਼ੱਕ ਪੜ੍ਹਾਈ ਜਿਹੜੀ ਅਸੀਂ ਪੜ੍ਹਾ ਰਹੇ ਹਾਂ ਉਹ ਆਪਣੇ ਆਪ ਦੇ ਵਿੱਚ ਵੀ ਉਦੇਸ਼ ਨਹੀਂ ਹੈਗੀ, ਉਹ ਆਪਣੇ ਆਪ ਦੇ ਵਿੱਚ ਵੀ ਇੱਕ ਸਾਧਨ ਆ ਉਦੇਸ਼ ਦੀ ਪ੍ਰਾਪਤੀ ਦਾ। ਜੀ। ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਗੱਲ ਕਰ ਸਕਦਾ ਕਿ ਸਾਡੇ ਜਿਵੇਂ ਅਸੀਂ ਗਿਆਨ ਪ੍ਰਾਪਤੀ ਦੀ ਕੋਈ ਗੱਲ ਕਰਦੇ ਹਾਂ ਕਿ ਅਸੀਂ ਗਿਆਨ ਪ੍ਰਾਪਤ ਕਰਨਾ, ਗਿਆਨ ਪ੍ਰਾਪਤੀ ਇਹ ਨਹੀਂ ਹੈਗਾ ਕਿ ਅਸੀਂ ਕਿਤਾਬਾਂ ਪੜ੍ਹੀ ਜਾਵਾਂਗੇ ਸਾਨੂੰ ਗਿਆਨ ਹਾਸਲ ਹੋ ਜਾਊਗਾ, ਜਾਂ ਅਸੀਂ ਐਜੂਕੇਸ਼ਨ ਜਿਹੜੀ ਆਪਣੇ ਆਪ ਦੇ ਵਿੱਚ ਕੋਈ ਤਜਰਬਾ ਨਹੀਂ ਹੈਗੀ। ਬੇਸਿਕ ਸਾਡੇ ਆਸੇ ਪਾਸੇ ਨਾ, ਕੁਦਰਤ ਦੇ ਵਿੱਚ ਸਾਡੇ ਆਸੇ ਪਾਸੇ ਸਾਡੇ ਸਮਾਜ ਦੇ ਵਿੱਚ ਜੋ ਕੁਛ, ਉਹ ਬਹੁਤ ਕੁਛ ਅਜਿਹਾ ਵਾਪਰ ਰਿਹਾ ਜਿਸ ਤੋਂ ਅਸੀਂ ਸਿੱਖਣਾ ਹੁੰਦਾ, ਤੇ ਐਜੂਕੇਸ਼ਨ ਉਸ ਆਸੇ ਪਾਸੇ ਵਾਪਰ ਰਹੇ ਦੇ ਵਿੱਚੋਂ ਕਿਸ ਤਰ੍ਹਾਂ ਸਿੱਖਣਾ ਹੈ, ਉਹ ਇੱਕ ਸਾਧਨ ਹੈ। ਇਹ ਉਹ ਸਿਖਾਉਂਦੀ ਹੈ ਕਿ ਕੀ ਚੰਗਾ ਹੈ ਤੇ ਕੀ ਤੁਹਾਡੇ ਲਈ ਮਾੜਾ ਹੈ। ਜਿਵੇਂ ਇੱਕ ਨਿਬੰਧ ਦੇ ਵਿੱਚ ਮੈਂ ਪੜ੍ਹਿਆ ਸੀਗਾ ਕਿ ਜਿਹੜੀ ਕੋਲੇ ਦੀ ਖਾਣ ਵਿੱਚ ਸਾਰਾ ਸੋਨੇ ਦੀ ਖਾਣ ਵਿੱਚ ਸਾਰਾ ਸੋਨਾ ਨਹੀਂ ਹੁੰਦਾ, ਠੀਕ ਹੈ, ਉਹਦੇ ਵਿੱਚੋਂ ਕੀ ਸਿਉਣਾ ਹੈ ਤੇ ਕੀ ਉਹਦੇ ਵਿੱਚੋਂ ਫਾਲਤੂ, ਉਹਦੇ ਵਿੱਚੋਂ ਚੁਣਨਾ ਹੁੰਦਾ ਹੈ ਅਸੀਂ। ਤੇ ਐਜੂਕੇਸ਼ਨ ਹੈ ਜਿਹੜੀ, ਇਹ ਸਾਨੂੰ ਉਹ ਸਿਖਾਉਣ ਤੱਕ ਜਿਹੜੀ ਹੈ ਕਿ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕਿੱਥੋਂ ਕੀ ਪ੍ਰਾਪਤ ਕਰਨਾ ਹੈ, ਅਸੀਂ ਕਿਹੜੇ ਉਦੇਸ਼ ਦੀ ਪ੍ਰਾਪਤੀ ਕਰਨੀ। ਐਜੂਕੇਸ਼ਨ ਆਪਣੇ ਆਪ ਦੇ ਵਿੱਚ ਹੀ ਕੋਈ ਉਦੇਸ਼ ਨਹੀਂ ਹੈ, ਐਜੂਕੇਸ਼ਨ ਆਪਣੇ ਆਪ ਦੇ ਵਿੱਚ ਹੀ ਉਦੇਸ਼ ਪ੍ਰਾਪਤ ਕਰਨ ਦਾ ਟੀਚਾ ਹੈ। ਇਸ ਲਈ ਆਨਲਾਈਨ ਐਜੂਕੇਸ਼ਨ ਦਾ ਬਿਲਕੁਲ ਵੀ ਸਾਡਾ ਟੀਚਾ ਜਾਂ ਉਦੇਸ਼ ਨਹੀਂ ਹੋ ਸਕਦੀ। ਜੀ ਜੀ। ਦੂਸਰੀ ਗੱਲ ਕਿ ਸਾਡੇ ਕੋਲੇ ਹੁਣ ਕਿਹੜੇ ਸਾਧਨ ਨੇ ਆਨਲਾਈਨ ਐਜੂਕੇਸ਼ਨ ਵਿਦਿਆਰਥੀਆਂ ਨਾਲ ਜੁੜੇ ਰਹਿਣ ਲਈ। ਸਭ ਤੋਂ ਵਧੀਆ ਤਾਂ ਪ੍ਰਭਾਵਸ਼ਾਲੀ ਜਿਹੜਾ ਸਾਡੇ ਕੋਲੇ, ਅਸੀਂ ਜ਼ੂਮ ਐਪ ਤੇ ਜੁੜੇ ਹੋਏ ਹਾਂ, ਸਾਡੇ ਕੋਲ ਇਹ ਵਧੀਆ ਪਲੇਟਫਾਰਮ ਹੈ, ਲੇਕਿਨ ਇਹਦੀਆਂ ਵੀ ਆਪਣੀਆਂ ਸੀਮਾਵਾਂ ਨੇ। ਉਹਦਾ ਕਾਰਨ ਇਹ ਹੈ ਕਿ ਇਹ ਜੇ ਤੁਸੀਂ ਪੈਕ ਨਹੀਂ ਖਰੀਦਦੇ, ਜੇ ਤੁਸੀਂ ਇੱਥੇ ਪੈਸੇ ਨਹੀਂ ਲਾਉਂਦੇ ਤਾਂ 100 ਬੰਦੇ ਤੋਂ ਵੱਧ ਤੁਸੀਂ ਇੱਥੇ ਜੁੜ ਨਹੀਂ ਸਕਦੇ, 45 ਮਿੰਟ ਤੋਂ ਵੱਧ ਤੁਸੀਂ ਗੱਲਬਾਤ ਨਹੀਂ ਕਰ ਸਕਦੇ। ਉਹਦੇ ਲਈ ਤੁਹਾਨੂੰ ਇੱਕ ਪੈਕ ਖਰੀਦਣਾ ਪੈਣਾ ਹੈ, ਘੱਟੋ ਘੱਟ ਤੁਹਾਨੂੰ 10,000 ਤੋਂ ਉੱਪਰ ਕੋਈ 15-20,000 ਰੁਪਇਆ ਸਾਲ ਦੇ ਲਈ ਲਾਉਣਾ ਪੈਣਾ ਹੈ। ਤੇ ਇਹਦੇ ਬਰਾਬਰ ਇੱਕ ਸਾਡੇ ਕੋਲ ਗੂਗਲ ਮੀਟ ਹੈ, ਜਿਹੜਾ ਇਹਦੇ ਨਾਲੋਂ ਥੋੜਾ
ਮਤਲਬ ਸਸਤਾ ਹੈ, ਜਿਹਦੇ ਚ 200-250 ਬੰਦਾ ਜੁੜ ਜਾਂਦਾ ਹੈ, ਟਾਈਮ ਦੀ ਕੋਈ ਲਿਮਿਟ ਨਹੀਂ ਹੈ। ਠੀਕ ਹੈ, ਆਨਲਾਈਨ ਸਾਡੇ ਕੋਲ ਜ਼ੂਮ ਐਪ ਹੈ, ਗੂਗਲ ਹੈ, ਇਸ ਤੋਂ ਇਲਾਵਾ ਸਾਡੇ ਕੋਲੇ YouTube ਹੈ। ਇਹਦੇ ਨਾਲ ਜਿਵੇਂ ਸਾਡਾ ਸਿੱਖਿਆ ਵਿਭਾਗ ਨੇ ਆਪਣੇ ਨੇ ਉਹ ਦੂਰਦਰਸ਼ਨ ਦੇ ਉੱਪਰ ਐਜੂਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ, ਉਹ ਹੈ ਐਜੂਸੈਟ ਹੈ, ਕੰਟੈਂਟ ਹੈ। ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਸਾਧਨ ਨੇ, ਬਲੌਗਸ ਨੇ, ਵੈਬਸਾਈਟਸ ਹੈ, ਜਿਹੜੇ ਪੇजेस ਨੇ, ਫੇਸਬੁੱਕ ਹੈ, ਇਸ WhatsApp ਹੈ। ਇਹ ਸਾਰੇ ਸਾਧਨ ਜਿਹੜੇ ਸਾਡੇ ਕੋਲ ਅੱਜ ਐਜੂਕੇਸ਼ਨ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਰਾਹੀਂ ਅਸੀਂ ਆਪਣੇ ਵਿਦਿਆਰਥੀਆਂ ਦੇ ਨਾਲ ਜੁੜ ਸਕਦੇ ਹਾਂ ਤੇ ਸੌਖਿਆਂ ਉਹਨਾਂ ਤੱਕ ਪਹੁੰਚ ਕਰ ਸਕਦੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਬਹੁਤ ਸਾਰੇ ਰੂਪਾਂ ਦੀ ਗੱਲ ਕੀਤੀ ਹੈ। ਸੱਚਮੁੱਚ ਅੱਜ ਕੱਲ੍ਹ ਆਨਲਾਈਨ ਸਿੱਖਿਆ ਦੇ ਹੋਰ ਵੀ ਬਹੁਤ ਸਾਰੇ ਰੂਪ ਨੇ, ਇਸ ਤੋਂ ਬਿਨਾਂ ਵੀ ਪੋਡਕਾਸਟ ਤੇ ਪਤਾ ਨਹੀਂ ਕੀ ਕੁਛ ਇਸ ਵੇਲੇ ਆਇਆ ਹੋਇਆ ਸਾਡੀ ਦੁਨੀਆ ਦੇ ਵਿੱਚ, ਪਰ ਕੁਛ ਮੋਟੇ ਤੌਰ ਤੇ ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ ਉਹਨਾਂ ਰੂਪਾਂ ਬਾਰੇ ਤੁਸੀਂ ਗੱਲ ਕੀਤੀ ਹੈ। ਹਾਂਜੀ ਮੈਡਮ ਗੁਰਪ੍ਰੀਤ ਕੌਰ, ਤੁਹਾਡਾ ਸੰਬੰਧ ਉਹਨਾਂ ਚੀਜ਼ਾਂ ਨਾਲ ਵੀ ਰਿਹਾ ਜਿਹੜੀਆਂ ਚੀਜ਼ਾਂ ਸਾਡੇ ਸਿਲੇਬਸ ਨਾਲ ਸੰਬੰਧਿਤ ਨਹੀਂ ਹੈਗੀਆਂ। ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਜਿਹੜੀ ਪਾਠਕ੍ਰਮ ਨਾਲ ਸੰਬੰਧਿਤ ਆਨਲਾਈਨ ਐਜੂਕੇਸ਼ਨ ਹੈ, ਇਸ ਤੋਂ ਬਿਨਾਂ ਜਿਹੜੀ ਆਨਲਾਈਨ ਸਿੱਖਿਆ ਹੋਰ ਕਿਸ ਰੂਪ ਦੇ ਵਿੱਚ ਸਾਡੇ ਨਾਲ ਜੁੜੀ ਹੋਈ ਹੈ, ਸਾਡੇ ਬੱਚਿਆਂ ਨਾਲ ਜੁੜੀ ਹੋਈ ਹੈ? ਹਾਂਜੀ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਦੀਪ ਜੀ ਦੀ ਰਹਿਨੁਮਾਈ ਹੇਠ ਅੱਜ ਸਿਰਜਣਾਤਮਕ ਸਿੱਖਿਆ ਸੰਸਾਰ ਫੇਸਬੁੱਕ ਮੰਚ ਤੇ ਲਾਈਵ ਵਿਚਾਰ ਚਰਚਾ ਦੇ 39ਵੇਂ ਐਪੀਸੋਡ ਦੇ ਵਿੱਚ ਜੁੜੇ ਹੋਏ ਸਾਰੇ ਮਾਹਰ ਅਤੇ ਸਾਡੇ ਦਰਸ਼ਕ ਜਿਹੜੇ ਪੇਜ ਦੇ ਵਿੱਚ ਲਿੰਕ ਦੇ ਥਰੂ ਜਾਂ ਲਾਈਵ ਪੇਜ ਦੇ ਨਾਲ ਜੁੜੇ ਹੋਏ ਹਨ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਮੰਚ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਅੱਜ ਸਿਰਜਣਾਤਮਕ ਸਿੱਖਿਆ ਸੰਸਾਰ ਇੱਕ ਉਹ ਮੰਚ ਹੈ ਜਿਹੜਾ ਸਾਡੇ ਵਰਗੇ ਅਧਿਆਪਕਾਂ, ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ, ਪਰਸਨੈਲਿਟੀ ਪੋਲਿਸ਼ ਕਰਨ ਅਤੇ ਇਸ ਦੇ ਨਾਲ ਇਹੋ ਜਿਹੀਆਂ ਵਿਚਾਰ ਚਰਚਾਵਾਂ, ਹਫਤਾਵਾਰ ਲਾਈਵ ਕਵੀ ਦਰਬਾਰ, ਮੈਂ, ਮੇਰਾ ਸਕੂਲ ਤੇ ਮੇਰਾ ਵਿਦਿਆਰਥੀ, ਇਹੋ ਜਿਹੇ ਹਮਲਿਆਂ ਦੇ ਨਾਲ ਇੱਕ ਪੇਜ ਨਾ ਹੋ ਕੇ ਸਮਾਜ ਸੇਵੀ ਸੰਸਥਾ ਦੇ ਰੂਪ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਕੀਰਤੀਮਾਨ ਹੈ। ਸੋ ਹੁਣ ਆਈਏ ਆਪਾਂ ਆਪਣੇ ਵਿਸ਼ੇ ਤੇ। ਸਿਲੇਬਸ ਜਾਂ ਪਾਠਕ੍ਰਮ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ, ਸਾਡੇ ਅਧਿਆਪਕਾਂ ਨੇ ਹੋਰ ਬਹੁਤ ਸਾਰੇ ਐਸਪੈਕਟਸ ਜਿਹੜੇ ਆ ਆਨਲਾਈਨ ਐਜੂਕੇਸ਼ਨ ਦੇ ਥਰੂ ਸਪਰੈਡ ਕਰਨੇ ਸ਼ੁਰੂ ਕੀਤੇ ਆ, ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਵਾਇਰਸ ਨੂੰ ਲੈ ਕੇ ਹੀ ਅਸੀਂ ਕਹਿ ਸਕਦੇ ਹਾਂ ਕਿ ਹਾਲਾਤਾਂ ਦੀ ਨਾਜ਼ੁਕਤਾ ਨੂੰ ਮੱਦੇਨਜ਼ਰ ਰੱਖਦੇ ਹੀ ਆਨਲਾਈਨ ਜਿਹੜਾ ਆ ਐਜੂਕੇਸ਼ਨ ਦਾ ਟ੍ਰੈਂਡ ਸ਼ੁਰੂ ਹੋਇਆ। ਤਾਂ ਇਸ ਲਈ ਪਹਿਲਾ ਸਟੈਪ ਇਹ ਰਿਹਾ ਕਿ ਹੈਲਥ ਐਂਡ ਹਾਈਜੀਨ ਦੇ ਨਾਲ ਰਿਲੇਟਡ ਅਧਿਆਪਕਾਂ ਨੇ ਵੀਡੀਓਜ਼, ਆਡੀਓਜ਼ ਜਾਂ ਪੋਸਟਰਸ, ਇਹੋ ਜਿਹੀ ਚੀਜ਼ਾਂ ਬੱਚਿਆਂ ਨਾਲ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ ਤਾਂ ਕਿ ਉਹ ਬਿਮਾਰੀ ਤੋਂ ਤਾਂ ਬਚਣ ਨਾਲ ਆਪਣੀ ਹੈਲਥ ਹਾਈਜੀਨ ਦਾ ਧਿਆਨ ਰੱਖਣ। ਇਸ ਤੋਂ ਬਾਅਦ ਮੋਰੈਲਿਟੀ ਨਾਲ ਰਿਲੇਟਡ, ਜਿਵੇਂ ਗੁੱਡ ਹੈਬਿਟਸ ਦੇ ਨਾਲ ਰਿਲੇਟਡ ਵੀਡੀਓਜ਼ ਕੀਤੀਆਂ ਗਈਆਂ। ਉਸ ਤੋਂ ਬਾਅਦ ਕੁਐਸਚਨ ਆਨਸਰ ਅਸੀਂ ਕਹਿ ਸਕਦੇ ਹਾਂ, ਜੀਕੇ ਨਾਲ ਰਿਲੇਟਡ। ਅੱਗੇ ਅਸੀਂ ਕਹਿ ਸਕਦੇ ਹਾਂ ਕਿ ਸਮਰ ਕੈਂਪਸ ਜਿਹੜੇ ਆ ਪਿਛਲੇ ਸਾਲ ਜੂਨ ਦੇ ਵਿੱਚ ਆਨਲਾਈਨ ਆਰਗੇਨਾਈਜ਼ ਕੀਤੇ ਗਏ, ਜਿਹਦੇ ਵਿੱਚ ਬੱਚਿਆਂ ਨੇ ਬਹੁਤ ਸਾਰੀ ਕ੍ਰੀਏਟੀਵਿਟੀ ਦਿਖਾਈ, ਅਲੱਗ-ਅਲੱਗ ਡੇਜ਼ ਦੇ ਅਕੋਰਡਿੰਗ ਐਕਟੀਵਿਟੀਜ਼ ਹੁੰਦੀਆਂ ਰਹੀਆਂ ਤੇ ਸਾਡੇ ਵਿਭਾਗ ਨੇ ਅਲਟੀਮੇਟਲੀ ਫੋਕਸ ਕੀਤਾ ਸਿਲੇਬਸ ਦੇ ਉੱਤੇ, ਚਾਹੇ ਉਹ ਜ਼ੂਮ ਹੋਵੇ, ਚਾਹੇ ਉਹ WhatsApp, ਐਜੂਕੇਅਰ ਐਪ ਜਾਂ DD ਪੰਜਾਬੀ। ਪਰ ਅਸੀਂ ਹਾਂ ਇਨ ਹੋਲ ਕੇ ਅਧਿਆਪਕਾਂ ਨੇ ਪਾਠਕ੍ਰਮ ਤੋਂ ਇਲਾਵਾ ਆਪਣਾ ਬਣਦਾ ਯੋਗਦਾਨ ਹਰ ਖੇਤਰ ਦੇ ਵਿੱਚ, ਹਰ ਅਸੀਂ ਕਹਿ ਸਕਦੇ ਹਾਂ ਆਸਪੈਕਟ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਅੱਛਾ, ਬਹੁਤ ਅੱਛਾ। ਸੱਚਮੁੱਚ ਤੁਸੀਂ ਬਹੁਤ ਸਾਰੇ ਪੱਖ ਜਿਹੜੇ ਕਿਤੇ ਮੇਰੇ ਧਿਆਨ 'ਚ ਵੀ ਨਹੀਂ ਸੀ, ਉਹਨਾਂ ਪੱਖਾਂ ਨੂੰ ਸਾਹਮਣੇ ਲਿਆਂਦਾ। ਖਾਸ ਤੌਰ ਤੇ ਕਰੋਨਾ ਵਾਲਾ ਪੱਖ ਜਾਂ ਕੰਪੀਟੀਸ਼ਨਾਂ ਵਾਲਾ ਪੱਖ, ਮੋਰਲ ਐਜੂਕੇਸ਼ਨ ਵਾਲਾ ਪੱਖ, ਇਹ ਵੱਡੇ ਪੱਖ ਸੀ ਜਿਹੜੇ ਉਸ ਦੌਰ ਦੇ ਵਿੱਚ ਸਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਸੀ ਅਸੀਂ ਆਪਣੇ ਬੱਚਿਆਂ ਤੱਕ ਲੈ ਕੇ ਜਾ ਸਕਦੇ ਜਾਂ ਆਪਣੇ ਅਧਿਆਪਕਾਂ ਤੱਕ ਲੈ ਕੇ ਜਾ ਸਕਦੇ, ਤੇ ਇਸ ਪਲੇਟਫਾਰਮ ਰਾਹੀਂ ਉਹ ਚੀਜ਼ਾਂ ਗਈਆਂ, ਉਹਨੇ ਮੋਟੀਵੇਟ ਵੀ ਕੀਤਾ ਤੇ ਬਹੁਤ ਸਾਰੇ ਰੂਪਾਂ ਦੇ ਵਿੱਚ ਐਜੂਕੇਟ ਵੀ ਕੀਤਾ। ਸੋ ਸਾਡਾ ਪਹਿਲਾ ਰਾਊਂਡ ਇਹਦੇ ਕਨਸੈਪਟ ਨੂੰ ਸਮਝਣ ਦੇ ਰੂਪ ਦੇ ਵਿੱਚ ਸੀ, ਤੇ ਦੂਜੇ ਰਾਊਂਡ ਦੇ ਵਿੱਚ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਇਹ ਕਿਵੇਂ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ, ਇਹਦੀਆਂ ਸੰਭਾਵਨਾਵਾਂ ਕੀ ਪਈਆਂ ਨੇ। ਇਹਦੇ ਵਿੱਚ ਮੈਂ ਗੁਰਨੈਬ ਤੋਂ ਸ਼ੁਰੂ ਕਰਨਾ ਚਾਹੂੰਗਾ ਰਾਊਂਡ ਦੂਜਾ ਸਾਡਾ। ਗੁਰਨੈਬ ਜੀ, ਤੁਸੀਂ ਆਨਲਾਈਨ ਸਿੱਖਿਆ ਦੇ ਮੋਟੇ ਤੌਰ ਤੇ ਤੁਹਾਡੀ ਨਜ਼ਰ ਦੇ ਵਿੱਚ ਕੀ ਫਾਇਦੇ ਨੇ ਜਿਹੜੇ ਸਾਡੇ ਆਫਲਾਈਨ ਸਿਸਟਮ ਦੇ ਵਿੱਚ ਨਹੀਂ ਸੀ, ਜਿਹੜੇ ਸਾਨੂੰ ਆਨਲਾਈਨ ਸਿਸਟਮ 'ਚ ਮਿਲੇ? ਜਿੱਥੋਂ ਤੱਕ ਆਪਾਂ ਗੱਲ ਕਰੀਏ ਤਾਂ ਆਨਲਾਈਨ ਸਿੱਖਿਆ ਬੇਸ਼ੱਕ ਆਪਾਂ
ਮੁੱਢਲੇ ਤੌਰ ਤੇ ਗੱਲ ਕਹਿ ਸਕਦੇ ਹਾਂ ਕਿ ਅਧਿਆਪਕ ਦਾ ਜਾਂ ਸਾਡੀ ਸੰਸਥਾ ਦਾ ਬਦਲ ਤਾਂ ਨਹੀਂ ਹੈ, ਪਰ ਕੁਝ ਚੀਜ਼ਾਂ ਫਿਰ ਵੀ ਇਹਦੇ ਵਿੱਚ ਏਦਾਂ ਦੀਆਂ ਪਈਆਂ ਹੈ ਜਾਂ ਇਸ ਤਰੀਕੇ ਦੀਆਂ ਪਈਆਂ ਹੈ ਜੋ ਅੱਜ ਦੇ ਸਮੇਂ ਦੇ ਮੁਤਾਬਕ ਜਾਂ ਜੋ ਕਿ ਯੁੱਗ ਦੇ ਮੁਤਾਬਕ ਜਾਂ ਜੋ ਕਿ ਟੈਕਨੋਲੋਜੀ ਦੇ ਮੁਤਾਬਕ ਫਿਰ ਵੀ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਹੂੰ ਬੇਸ਼ੱਕ ਜਰਨਲ ਦੀਆਂ ਗੱਲਾਂ ਦੇ ਵਿੱਚ ਮੈਂ ਗੱਲ ਕਰ ਸਕਦਾ ਕਿ ਇਹਦੇ ਨਾਲ ਸਮੇਂ ਦੀ ਬਚਤ ਹੁੰਦੀ ਹੈ, ਇਹਦੇ ਨਾਲ ਸਮੇਂ ਦੀ ਬੰਦਸ਼ ਤੋਂ ਸਾਨੂੰ ਛੂਟ ਮਿਲਦੀ ਹੈ। ਕੋਈ ਚੀਜ਼ ਕਦੋਂ ਵੀ ਸਿੱਖੀ ਜਾ ਸਕਦੀ ਹੈ, ਕਿਸੇ ਵੀ ਵੇਲੇ ਸਿੱਖੀ ਜਾ ਸਕਦੀ ਹੈ। ਸਿੱਖਿਆ ਦੇ ਵਿੱਚ ਫਲੈਕਸੀਬਲ ਰੂਪ ਹੈ ਜਿਹੜਾ ਉਹਦਾ ਮਤਲਬ ਵੱਡੀ ਪੱਧਰ ਤੇ ਸਾਹਮਣੇ ਆਉਂਦਾ ਸਾਨੂੰ ਕਿ ਬਹੁਤ ਸਾਰੀਆਂ ਚੋਇਸਿਸ ਸਾਨੂੰ ਇਹਦੇ ਉੱਤੇ ਕਰਨ ਨੂੰ ਮਿਲ ਜਾਂਦੀਆਂ। ਪਰ ਜੇ ਖਾਸ ਕਰਕੇ ਮੈਂ ਸਕੂਲੀ ਸਿੱਖਿਆ ਦੇ ਸੰਦਰਭ ਦੇ ਵਿੱਚ ਆਪਣੀ ਗੱਲ ਰੱਖਾਂ ਤਾਂ ਆਨਲਾਈਨ ਸਿੱਖਿਆ ਦੇ ਬਤੌਰ ਜਿਹੜਾ ਸਾਡੇ ਅਧਿਆਪਕਾਂ ਨੇ ਕੰਮ ਕੀਤਾ ਇਸ ਚੀਜ਼ ਨੂੰ ਲੈ ਕੇ, ਇਹਦੇ ਵਿੱਚ ਸਭ ਤੋਂ ਵੱਡੀਆਂ ਫਾਇਦੇ ਵਾਲੀਆਂ ਗੱਲਾਂ ਇਹ ਹੈ ਕਿ ਅਸੀਂ ਕੰਟੈਂਟ ਦੇ ਉੱਤੇ ਜਾਂ ਇੱਕ ਪ੍ਰੋਪਰ ਟੀਚਿੰਗ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰ ਸਕੇ ਹਾਂ ਕਿ ਇੱਕ ਲਾਈਵ ਜਦੋਂ ਦਿਮਾਗ ਦੇ ਵਿੱਚ ਪੜ੍ਹਾ ਰਿਹਾ ਤਾਂ ਹੋ ਸਕਦਾ ਉਹਦੇ ਵਿੱਚ ਰੂਟੀਨ ਦੇ ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਕਰ ਸਕਦਾ ਹੋਵੇ। ਮਤਲਬ ਏਦਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਜਿਹੜੀਆਂ ਲਾਈਵ ਜਮਾਤ ਦੇ ਵਿੱਚ ਪਤਾ ਨਹੀਂ ਵੈਸੇ ਹੀ ਕਿਸੇ ਦੇ ਬਿਨਾਂ ਵਿਚਾਰੇ ਲੰਘ ਜਾਣ, ਬੱਚੇ ਨੇ ਉਹਨੂੰ ਕਿਵੇਂ ਗੇਨ ਕੀਤਾ, ਬੱਚੇ ਨੇ ਉਹਨੂੰ ਕਿਵੇਂ ਹੋ ਜਾਣ। ਆਨਲਾਈਨ ਸਿੱਖਿਆ ਕਰਦੇ ਹਾਂ, ਰਿਕਾਰਡਡ ਚੀਜ਼ਾਂ ਦੀ ਅਸੀਂ ਗੱਲ ਕਰਦੇ ਹਾਂ ਜਾਂ ਇਸ ਤਰੀਕੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਕੁਆਲਿਟੀ ਦਾ ਪੱਧਰ ਵੀ ਹੈ ਜਿਹੜਾ ਉਹ ਕੁਦਰਤ ਦੇ ਸਾਹਮਣੇ ਆਉਂਦਾ ਹੈ, ਚਾਹੇ ਉਹ ਸਾਡੇ ਪਾਠਕ੍ਰਮ ਦਾ, ਚਾਹੇ ਸਾਡੇ ਬੋਲਣ ਦਾ, ਚਾਹੇ ਸਾਡੇ ਉਚਾਰਨ ਦਾ, ਮਤਲਬ ਉਸ ਚੀਜ਼ ਦੇ ਸਾਹਮਣੇ ਆਉਂਦੀ ਹੈ। ਇੱਕ ਰਿਕਾਰਡ ਚੀਜ਼ ਹੈ ਸਾਡੇ ਕੋਲ ਉਪਲਬਧ ਹੁੰਦੀ ਹੈ, ਜਿਵੇਂ ਅਸੀਂ ਰੰਗ ਹਰਜਿੰਦਰ ਦੀ ਕੰਟੈਂਟ ਦੀ ਗੱਲ ਕੀਤੀ, ਹੁਣ ਸਾਡੇ ਸਕੂਲਾਂ ਦੇ ਵਿੱਚ ਉਪਲਬਧ ਹੈ। ਜਾਂ ਹੁਣ ਮੈਂ ਗੱਲ ਕਰ ਰਿਹਾ ਕਿ ਦੇ ਉੱਤੇ ਪਿਛਲੇ ਸਾਲ ਤੱਕ ਚੱਲੀ ਹੁਣ ਥੋੜੀ ਜਿਹੀ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ ਗੁਰਨੈਬ ਤੁਹਾਡੀ, ਦੇਖਿਓ ਥੋੜਾ ਚੈੱਕ ਕਰਿਓ ਆਵਾਜ਼। ਹਾਂਜੀ ਸਰ, ਹੁਣ ਦੇਖੋ। ਹਾਂ ਹੁਣ ਠੀਕ ਲੱਗਦੀ ਹੈ ਕੁਛ ਜੀ। ਹਾਂਜੀ, ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਖਾਸ ਕਰਕੇ ਟੀਵੀ ਦੇ ਐਂਗਲ ਤੋਂ ਜਾਂ ਆਨਲਾਈਨ ਮਾਧਿਅਮ ਦੇ ਐਂਗਲ ਤੋਂ ਜਦੋਂ ਕੋਈ ਵੀ ਕੰਟੈਂਟ ਅਸੀਂ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਵੀ ਤਿਆਰੀ ਕਰਦੇ ਹਾਂ ਤਾਂ ਉਹਦਾ ਸ਼ੁੱਧੀਕਰਨ ਤੇ ਬਹੁਤ ਚੀਜ਼ਾਂ ਸਾਡੇ ਬੱਚੇ ਕੋਲ ਉਸ ਰੂਪ ਦੇ ਵਿੱਚ ਪਹੁੰਚੀਆਂ। ਸਾਨੂੰ ਆਪਣੀਆਂ ਗਲਤੀਆਂ ਬਹੁਤ ਸਾਰੀਆਂ ਦਾ ਪਤਾ ਲੱਗ ਜਾਂਦਾ, ਦੁਬਾਰਾ ਰਿਕਾਰਡਡ ਐਡੀਟਿੰਗ ਕਰਕੇ ਉਹਨਾਂ ਨੂੰ ਠੀਕ ਕਰਕੇ ਦੁਬਾਰਾ ਉਸ ਤਰੀਕੇ ਦੇ ਨਾਲ ਬੱਚਿਆਂ ਤੱਕ ਪਹੁੰਚਾ ਸਕਦੇ ਹਾਂ। ਤੇ ਉਸ ਤੋਂ ਵੀ ਅਗਲਾ ਫਾਇਦਾ ਇਹਦਾ ਇਹ ਹੈ ਕਿ ਜਦੋਂ ਇਹ ਚੀਜ਼ਾਂ ਸਾਡੇ ਕੋਲੇ ਇੱਕ ਵਾਰੀ ਬਣ ਗਈਆਂ ਤਾਂ ਇਹ ਬਹੁਤ ਲੰਬੇ ਸਮੇਂ ਤੱਕ ਸਾਡੇ ਕੋਲ ਉਪਲਬਧ ਰਹਿੰਦੀਆਂ ਨੇ। ਇਹਨਾਂ ਨੂੰ ਰਿਪੀਟ ਕਰਕੇ ਵਾਰੀ-ਵਾਰੀ ਸੁਣਿਆ ਜਾ ਸਕਦਾ ਹੈ, ਇਹਨਾਂ ਨੂੰ ਵਾਰੀ-ਵਾਰੀ ਬੱਚਿਆਂ ਨੂੰ ਦਿਖਾਇਆ ਜਾ ਸਕਦਾ ਹੈ। ਮਿਹਨਤ ਜੇ ਇੱਕ ਵਾਰੀ ਇੱਕ ਪਾਠਕ੍ਰਮ ਦੇ ਉੱਤੇ ਟੀਚਰ ਕਰ ਲੈਂਦਾ ਤਾਂ ਉਹਨੂੰ ਕਿੰਨੇ ਸਾਲਾਂ ਤੱਕ ਉਸ ਚੀਜ਼ ਨੂੰ ਉਸੇ ਰੂਪ ਦੇ ਵਿੱਚ ਵਰਤਿਆ ਜਾ ਸਕਦਾ ਹੈ, ਉਹਦੇ ਵਿੱਚ ਨਵੀਆਂ ਸੋਧਾਂ ਕੀਤੀਆਂ ਜਾ ਸਕਦੀਆਂ। ਸੋ ਇਸ ਤਰੀਕੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਫਾਇਦੇ ਜਿਹੜੇ ਉਸ ਸਾਡੇ ਪਾਠਕ੍ਰਮ ਦੇ ਪੱਖ ਤੋਂ ਲਾ ਲਓ, ਸਾਡੇ ਕੁਆਲਿਟੀ ਦੇ ਪੱਖ ਤੋਂ ਲਾ ਲਓ ਤਾਂ ਇਹ ਵੱਡੀ ਰੂਪ ਦੇ ਵਿੱਚ ਇਸ ਤਰੀਕੇ ਦੇ ਨਾਲ ਆਏ ਆ ਤੇ ਆ ਰਹੇ ਆ। ਥੈਂਕ ਯੂ। ਬਹੁਤ ਸਾਰੇ ਫਾਇਦੇ ਗੁਰਨੈਬ ਨੇ ਗਿਣਾਏ ਨੇ ਤੇ ਬਹੁਤ ਸਾਰੇ ਫਾਇਦੇ ਇਸ ਤੋਂ ਬਿਨਾਂ ਹੋਰ ਵੀ ਨੇ ਕਿ ਤੁਸੀਂ ਵਿਸ਼ਵ ਪੱਧਰ ਤੇ ਕੋਈ ਵੀ ਐਕਸਪਰਟ ਕਿਤੋਂ ਵੀ ਲੈ ਸਕਦੇ ਹੋ। ਸਾਡੇ ਇਹ ਪਲੇਟਫਾਰਮ ਇਸ ਦੇ ਵਿੱਚ ਖੁੱਲ੍ਹਾ ਹੁੰਦਾ ਹੈ ਕਿ ਪੂਰੀ ਦੁਨੀਆ ਦੇ ਰਿਸੋਰਸਿਸ ਨੂੰ ਅਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਸੀਂ ਇਕੱਲੇ ਸਥਾਨਕ ਰਿਸੋਰਸਿਸ ਤੱਕ ਸੀਮਿਤ ਨਹੀਂ ਰਹਿ ਸਕਦੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਆਪਾਂ ਰੰਗ ਹਰਜਿੰਦਰ ਕੋਲੇ ਚੱਲਦੇ ਹਾਂ। ਰੰਗ ਹਰਜਿੰਦਰ ਜੀ, ਇਹਦੇ ਬਹੁਤ ਸਾਰੇ ਮਾਧਿਅਮ ਨੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ। ਇੱਕ ਪਾਸੇ ਟੀਵੀ ਹੈ ਦਾ ਮਾਧਿਅਮ, ਇੱਕ ਪਾਸੇ ਜ਼ੂਮ ਹੈ ਦਾ ਮਾਧਿਅਮ, ਇੱਕ ਪਾਸੇ ਸੋਸ਼ਲ ਮੀਡੀਆ ਦਾ ਮਾਧਿਅਮ ਹੈ। ਤੁਹਾਨੂੰ ਕੀ ਲੱਗਦਾ ਹੈ ਖਾਸ ਤੌਰ ਤੇ ਟੀਵੀ ਦੇ ਪ੍ਰਸੰਗ ਦੇ ਵਿੱਚ ਤੁਸੀਂ ਵੀ ਕਾਫੀ ਕੰਮ ਕੀਤਾ ਤੇ ਜ਼ੂਮ ਤੇ ਵੀ ਤੁਸੀਂ ਬਹੁਤ ਸਾਰਾ ਕੰਮ ਕੀਤਾ ਹੈ। ਇਹਨਾਂ ਦੇ ਵਿੱਚੋਂ ਕਿਹੜਾ ਮਾਧਿਅਮ ਤੁਹਾਨੂੰ ਜ਼ਿਆਦਾ ਠੀਕ ਲੱਗਦਾ ਹੈ ਬਾਲ ਮਾਨਸਿਕਤਾ ਦੇ ਐਂਗਲ ਤੋਂ, ਬੱਚਿਆਂ ਦੇ ਐਂਗਲ ਤੋਂ, ਅਧਿਆਪਕ ਦੇ ਐਂਗਲ ਤੋਂ? ਦੀਪ ਜੀ, ਗੱਲ ਇਹ ਹੈ ਕਿ ਆਨਲਾਈਨ ਐਜੂਕੇਸ਼ਨ ਦੇ ਵਿੱਚ ਜਿਵੇਂ ਅਸੀਂ ਜੇ ਗੱਲ ਕਰੀਏ, ਅਸੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਬਹੁਤ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਹੈ ਤੇ ਇਹ ਸਾਰਿਆਂ ਦੀਆਂ ਆਪਦੀਆਂ ਸਮੱਸਿਆਵਾਂ ਵੀ ਨੇ ਤੇ ਫਾਇਦੇ ਵੀ ਨੇ। ਜਿਵੇਂ ਸਾਡੇ ਕੋਲੇ ਜਿਹੜੇ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਖਾਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ, ਉਹ ਸਾਰੇ ਉਹ ਬੱਚੇ ਨੇ ਜਿਹੜੇ ਗਰੀਬ ਤਬਕੇ ਦੇ ਨਾਲ ਸੰਬੰਧ ਰੱਖਦੇ ਨੇ, ਜਿਹੜੇ ਲੇਬਰ ਕਲਾਸ ਦੇ ਨੇ। ਜਿਵੇਂ ਹੁਣ ਦੀ ਗੱਲ ਕਰੀਏ, ਹੁਣ ਅਸੀਂ ਜ਼ੂਮ ਤੇ ਜਦੋਂ ਕਲਾਸ ਲਾਉਣੇ ਆ ਤਾਂ ਕਦੇ 2 ਬੱਚੇ ਜੁੜਦੇ ਆ, ਕਦੇ 4 ਬੱਚੇ ਜੁੜਦੇ ਆ, ਕਿਉਂਕਿ ਬਾਕੀ ਬੱਚੇ ਜਿਹੜੇ ਕੰਮ ਦਾ ਹੈਗਾ ਸੀਜ਼ਨ ਹੈ ਤੇ ਉਹ ਆਪਣੇ ਮਾਂ ਪਿਓ ਦੇ ਨਾਲ ਉਹ ਕੰਮਾਂ ਤੇ ਗਏ, ਕੋਈ ਪੱਠਿਆਂ ਤੇ ਤੁਰਿਆ ਫਿਰਦਾ ਹੈ, ਕੋਈ ਝੋਨਾ ਲਾਉਂਦਾ ਫਿਰਦਾ ਹੈ, ਕੋਈ ਕਣਕ ਵੱਢਦਾ ਫਿਰਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ। ਤੇ ਜੇ ਅਸੀਂ ਟੀਵੀ ਦੀ ਗੱਲ ਕਰੀਏ ਤੇ ਉਹਦਾ ਆਪਣਾ ਇੱਕ ਨਿਸ਼ਚਿਤ ਸਮਾਂ ਹੈ।
ਉਸ ਨਿਸ਼ਚਿਤ ਸਮੇਂ ਤੇ ਵੀ ਕਦੇ ਲਾਈਟ ਨਹੀਂ ਹੁੰਦੀ, ਕਦੇ ਨੈਟਵਰਕ ਨਹੀਂ ਹੁੰਦਾ, ਕਦੇ ਕੋਈ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਮਤਲਬ ਇਹ ਸਾਰੇ ਸਾਧਨ ਆ ਜਿਹੜੇ ਉਹ ਆਪਣੇ ਆਪ ਦੇ ਵਿੱਚ ਜਿੱਥੇ ਫਾਇਦਾ ਦਿੰਦੇ ਨੇ ਉੱਥੇ ਇਹਨਾਂ ਦਾ ਇਹ ਨੁਕਸਾਨ ਵੀ ਹੈ। ਜਿਵੇਂ ਟੀਵੀ ਦੀ ਗੱਲ ਕਰ ਲਈਏ, ਟੀਵੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਜਦੋਂ ਪੁੱਛੀਦਾ ਵੀ ਟੀਵੀ ਤੇ ਅੱਜ ਲੈਕਚਰ ਆਉਣਾ, ਕਹਿੰਦੇ ਉਸ ਸਮੇਂ ਮੈਂ ਪਾਪੇ ਦੀ ਰੋਟੀ ਫੜਾਉਣ ਗਿਆ ਸੀ। ਤੇ ਜੇ ਬੱਚੇ ਨੂੰ ਕਹਿੰਦਾ ਕਿ ਅੱਜ ਜ਼ੂਮ ਤੇ ਕਲਾਸ ਲਾਵਾਂਗੇ, ਉਦੋਂ ਵੀ ਬੱਚੇ ਉਪਲਬਧ ਨਹੀਂ ਹੁੰਦੇ। ਤੇ ਇਹਨਾਂ ਦਾ ਸਭ ਤੋਂ ਵਧੀਆ ਮੈਨੂੰ ਲੱਗਦਾ ਕੋਈ ਜਿਹੜਾ ਉਹ ਇਹ ਹੈ ਕਿ ਇਹ ਸਾਰੇ ਜਿਹੜੇ ਲੈਕਚਰ ਖਾਸ ਕਰਕੇ ਜਿਵੇਂ ਅਸੀਂ ਅੱਜ ਕੱਲ੍ਹ ਕਰ ਰਹੇ ਹਾਂ ਕਿ ਜਿਹੜਾ ਅੱਜ ਦੂਰਦਰਸ਼ਨ ਤੇ ਲੈਕਚਰ ਪ੍ਰਸਾਰਿਤ ਹੋ ਗਿਆ, ਉਹਨਾਂ ਨੂੰ ਅਸੀਂ YouTube ਤੇ ਪਾ ਦਿੰਦੇ ਹਾਂ। YouTube ਤੇ ਪਾ ਕੇ ਉਹਦਾ ਲਿੰਕ ਬਣਾ ਲੈਣੇ, ਲਿੰਕ ਬਣਾ ਕੇ ਬੱਚਿਆਂ ਦੇ ਗਰੁੱਪ 'ਚ ਪਾ ਦੇਣੇ। ਭਲਾ ਬੱਚਾ ਉਹ ਰਾਤ ਨੂੰ ਦੇਖ ਲੇ, ਭਲਾ ਬੱਚਾ ਦਿਨੇ ਦੇਖ ਲੇ, ਜਦੋਂ ਦੇ ਕੋਲ ਸੰਭਾਵਨਾ ਹੈ ਉਦੋਂ ਹੀ ਉਹ ਦੇਖ ਸਕਦਾ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਹੈ ਕਿ ਸੌਫਟ ਮਟੀਰੀਅਲ ਜਿਹੜਾ ਉਹ ਉਹਨਾਂ ਦੇ ਮੋਬਾਈਲ ਦੇ ਵਿੱਚ ਚਲਾ ਜਾਵੇ, ਉਹ ਇਹਦੇ ਨਾਲ ਵੀ ਜ਼ਿਆਦਾ, ਜ਼ੂਮ ਨਾਲੋਂ ਵੀ ਜ਼ਿਆਦਾ ਤੇ ਟੀਵੀ ਨਾਲੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੈ। ਕਿਉਂਕਿ ਬੱਚੇ ਹਰ ਦਮ ਜਿਹੜਾ ਹੈ ਟੀਵੀ ਨਾਲੋਂ ਵੀ ਜ਼ਿਆਦਾ ਤੇ ਅਧਿਆਪਕਾਂ ਤੋਂ ਸੁਣਨ ਨਾਲੋਂ ਜ਼ਿਆਦਾ ਮੋਬਾਈਲ ਹੱਥਾਂ 'ਚ ਰੱਖਦੇ ਨੇ। ਜਦੋਂ ਤੁਸੀਂ ਮਰਜ਼ੀ ਦੇਖ ਲਓ, ਬੱਚੇ ਮੋਬਾਈਲ ਤੇ ਲੱਗੇ ਨੇ ਟਿਕ ਕਰਕੇ, ਹਨਾ। ਸੋ ਬੱਚਿਆਂ ਨੂੰ ਮਾੜਾ ਜਿਹਾ ਧਿਆਨ 'ਚ ਰੱਖ ਕੇ ਜੇ ਬੱਚਿਆਂ ਕੋਲੇ YouTube ਦੇ ਲਿੰਕ ਜਾਂ ਕੋਈ ਵੀਡੀਓ ਦੇ ਰੂਪ ਵਿੱਚ ਜਾਂ ਕੋਈ ਟੈਕਸਟ ਦੇ ਰੂਪ ਵਿੱਚ ਸਿੱਧਾ ਮੋਬਾਈਲਾਂ ਦੇ ਵਿੱਚ ਮਟੀਰੀਅਲ ਜਾਂਦਾ, ਤਾਂ ਬੱਚੇ ਇਹਦੇ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਹਨੂੰ ਸਿੱਖਦੇ ਨੇ ਜਾਂ ਲੈਂਦੇ। ਤੇ ਮੈਨੂੰ ਲੱਗਦਾ ਵੀ ਇਹ ਉਹਨਾਂ ਨਾਲ ਵੀ ਸਾਰਥਕ ਤਰੀਕਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੱਚਮੁੱਚ ਤੁਸੀਂ ਬਹੁਤ ਪ੍ਰੈਕਟੀਕਲ ਗੱਲ ਕੀਤੀ ਹੈ ਕਿ ਕਿਵੇਂ ਇੱਕ ਮਾਧਿਅਮ ਤੋਂ ਚੀਜ਼ ਕਨਵਰਟ ਕਰਕੇ ਅਸੀਂ ਦੂਜੇ ਮਾਧਿਅਮ ਤੇ ਲਿਜਾ ਸਕਦੇ ਹਾਂ ਤੇ ਦੂਜੇ ਮਾਧਿਅਮ ਰਾਹੀਂ ਉਹਦੀਆਂ ਸਾਰੀਆਂ ਸੰਭਾਵਨਾਵਾਂ ਤਲਾਸ਼ ਕੇ ਬੱਚਿਆਂ ਤੱਕ, ਬੱਚਿਆਂ ਦੀ ਰੇਂਜ ਤੱਕ ਤੇ ਬੱਚਿਆਂ ਦੀ ਰੀਚ ਤੱਕ ਲਿਜਾ ਸਕਦੇ ਹਾਂ ਆਪਾਂ। ਇਹ ਇੱਕ ਪ੍ਰੈਕਟੀਕਲ ਗੱਲ ਸੀ ਜਿਹਦੇ ਰਾਹੀਂ ਕਾਫੀ ਸਾਰਾ ਫਾਇਦਾ ਸਾਡੇ ਅਧਿਆਪਕ ਉਠਾ ਸਕਦੇ ਨੇ। ਕਿਉਂਕਿ ਜਦੋਂ ਕੋਈ ਮਟੀਰੀਅਲ ਸੌਫਟ ਰੂਪ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤਾਂ ਉਹਦੀਆਂ ਤਬਦੀਲੀ ਦੀਆਂ ਤੇ ਟਰਾਂਸਫਰਮੇਸ਼ਨ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਤੇ ਅਸੀਂ ਉਸ ਨੂੰ ਕਿਤੇ ਵੀ ਲਿਜਾ ਸਕਦੇ ਹਾਂ। ਇਹ ਗੱਲ ਇੱਕ ਪੋਜ਼ਿਟਿਵ ਗੱਲ ਹੈ। ਗੁਰਪ੍ਰੀਤ ਮੈਡਮ, ਤੁਸੀਂ ਸੋਸ਼ਲ ਮੀਡੀਆ ਨਾਲ ਵੀ ਜੁੜੇ ਹੋਏ ਹੋ, ਫੇਸਬੁੱਕ ਦੇ ਨਾਲ ਜੁੜੇ ਹੋਏ ਹੋ, YouTube ਦੇ ਨਾਲ ਜੁੜੇ ਹੋਏ ਹੋ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਸਿੱਖਿਆ ਦਾ ਕਿੰਨਾ ਢੁਕਵਾਂ ਮਾਧਿਅਮ ਹੋ ਸਕਦਾ ਹੈ ਜੇ ਬੱਚੇ ਫੇਸਬੁੱਕਾਂ ਦੇ ਨਾਲ ਜੁੜੇ ਹੋਣ ਜਾਂ ਬੱਚੇ YouTube ਦੇ ਨਾਲ ਜੁੜੇ ਹੋਣ? ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਰਾਹੀਂ ਸਿੱਖਿਆ ਦੇਣ ਦੇ ਬਹੁਤ ਸਾਰੇ ਫਾਇਦੇ ਹੋ ਸਕਦੇ ਨੇ? ਹਾਂਜੀ ਸਰ, ਕਿਉਂਕਿ ਇਹ ਜਿਹੜਾ ਦੌਰ ਚੱਲ ਰਿਹਾ ਆ ਉਸ ਦੇ ਵਿੱਚ ਸਾਡੇ ਕੋਲ ਮੈਨੂੰ ਲੱਗਦਾ ਨਹੀਂ ਕਿ ਕੋਈ ਅਨਦਰ ਆਪਸ਼ਨ ਬਚਦੀ ਹੈ ਸਿਵਾਏ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਨਾਲ ਜੋੜਨ ਦੇ। ਕਿਉਂਕਿ ਜੇਕਰ ਅਸੀਂ ਪ੍ਰਿੰਟਡ ਮਟੀਰੀਅਲ ਵੀ ਬੱਚਿਆਂ ਨੂੰ ਅਵੇਲੇਬਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੋਂ ਵੀ ਇਹ ਪ੍ਰੋਬਲਮ ਆਉਂਦੀ ਹੈ ਕਿ ਜਿਹੜਾ ਵਾਇਰਸ ਹੈ ਉਹ ਹੱਥਾਂ ਨਾਲ ਜਾਂਦਾ ਹੈ। ਆਪਣੇ ਲੈਵਲ ਤੇ ਅਸੀਂ ਵਰਕ ਬੁੱਕਸ ਜਾਂ ਫੋਟੋ ਸਟੇਟ ਮਟੀਰੀਅਲ ਕਰਕੇ ਬੱਚਿਆਂ ਤੱਕ ਮੁਹੱਈਆ ਤਾਂ ਕਰਵਾਇਆ, ਪਰ ਫਿਰ ਵੀ ਜਿਵੇਂ ਸਾਇੰਸ ਕਹਿੰਦੀ ਹੈ ਕਿ ਜਿੰਨੀਆਂ ਸਾਇੰਸਿਸ ਜ਼ਿਆਦਾ ਇਨਵੋਲਵ ਹੋਣਗੀਆਂ ਲਰਨਿੰਗ ਦੇ ਵਿੱਚ ਤਾਂ ਬੱਚਾ ਜ਼ਿਆਦਾ ਇਫੈਕਟਿਵ ਲਰਨਿੰਗ ਕਰਦਾ। ਜੇ ਉਹ ਫੋਨ ਤੇ ਜਾਂ ਟੀਵੀ ਦੇ ਉੱਤੇ ਦੇਖਦਾ ਆ ਤਾਂ ਉਹਦੀਆਂ ਅੱਖਾਂ, ਉਹਦੀ ਸੁਣਨ ਸ਼ਕਤੀ ਜਾਂ ਅਸੀਂ ਕਹਿ ਸਕਦੇ ਹਾਂ ਸੈਂਸਿਸ ਜ਼ਿਆਦਾ ਕੰਮ ਕਰਦੀਆਂ ਤਾਂ ਛੇਤੀ ਗ੍ਰੈਸਪ ਕਰਦਾ ਹੈ ਬਜਾਏ ਰਿਟਨ ਮਟੀਰੀਅਲ ਦੇ। ਪਰ ਰਿਟਨ ਮਟੀਰੀਅਲ ਬੱਚਿਆਂ ਤੱਕ ਅਪਰੋਚ ਕਰਨਾ ਵੀ ਸਾਡੇ ਲਈ ਮਤਲਬ ਔਖਾ ਹੋ ਜਾਂਦਾ ਹੈ। ਕਈ ਵਾਰੀ ਨਹੀਂ ਅਸੀਂ ਇਸ ਚੀਜ਼ ਨੂੰ ਕਰ ਸਕਦੇ, ਪਰ ਆਪਸ਼ਨ ਕੋਈ ਨਹੀਂ ਆ, ਨੁਕਸਾਨ ਹੈ। ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਫਾਰਮਲ ਟੀਚਿੰਗ ਲਰਨਿੰਗ ਸਿਸਟਮ ਸੀ ਜਿਹੜਾ ਇੱਕ ਰਸਮੀ ਸੀ ਉਹ ਖਤਮ ਹੋਇਆ ਹੈ। ਇਹਦੇ ਬਹੁਤ ਸਾਰੇ ਸਾਈਡ ਇਫੈਕਟ ਵੀ ਸਾਹਮਣੇ ਆ ਰਹੇ ਹੈ। ਲੇਕਿਨ ਜੇ ਅਸੀਂ ਇਹ ਸੋਚ ਕੇ ਮੈਨੂੰ ਲੱਗਦਾ ਹੈ ਕਿ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਕਿ ਬਹੁਤ ਨੁਕਸਾਨ ਆ, ਅਸੀਂ ਕੁਛ ਨਾ ਕਰੀਏ, ਤਾਂ ਮੈਨੂੰ ਲੱਗਦਾ ਇਹ ਕਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਹੋ ਜਾਊਗਾ ਕਿ ਸਾਡੇ ਬੱਚੇ ਬਿਲਕੁਲ ਕਲੀਨ, ਬਿਲਕੁਲ ਬਲੈਂਕ ਰਹਿ ਜਾਣਗੇ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਇਸ ਚੀਜ਼ ਤੇ ਪੂਰੀ ਤਰ੍ਹਾਂ ਡਿਪੈਂਡ ਨਾ ਹੋ ਕੇ, ਅਗਰ ਆਪਾਂ ਇਹ ਕਹੀਏ ਕਿ ਉਹਦਾ ਸਹਿੰਦਾ ਜਾਂ ਪ੍ਰੋਪਰ ਯੂਟਿਲਾਈਜੇਸ਼ਨ ਕੀਤੀ ਜਾਵੇ ਕਿਸੇ ਵੀ ਸਾਧਨ। ਤੁਹਾਡੀ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਆਈ ਹੈ ਗੁਰਪ੍ਰੀਤ ਜੀ, ਮੈਨੂੰ ਲੱਗਦਾ ਗੱਲ ਤੁਹਾਡੀ ਕੰਪਲੀਟ ਹੋ ਗਈ ਕਿ ਕੁਝ ਨਾ ਕਰਨ ਦੇ ਨਾਲੋਂ ਜਾਂ ਕੁਝ ਨਾ ਹੋਣ ਦੇ ਨਾਲੋਂ ਇਹਨਾਂ ਸਾਰੇ ਮਾਧਿਅਮਾਂ ਨੂੰ ਕੁਝ ਨਾ ਕੁਝ ਕਰਨ ਦੇ ਰੂਪ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਨੂੰ ਵਰਤ ਕੇ ਦੇਖੀਏ ਕਿ ਸਿੱਖਿਆ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਰਤ ਸਕਦੇ ਹਾਂ। ਕਿਉਂਕਿ ਬੱਚੇ ਵੈਸੇ ਵੀ ਯੂਜ਼ ਕਰ ਰਹੇ ਨੇ, ਪਰ ਜੇ ਅਸੀਂ ਬੱਚਿਆਂ ਦੇ ਉਸ ਸਕਿੱਲ ਨੂੰ ਅਸੀਂ ਆਪਣੇ ਐਂਗਲ ਤੋਂ ਯੂਜ਼ ਕਰ ਲਈਏ ਤਾਂ ਸ਼ਾਇਦ ਅਸੀਂ ਇਹਦਾ ਕੁਝ ਫਾਇਦਾ ਉਠਾਉਣ ਦੇ ਸਮਰੱਥ ਹੋ ਸਕਾਂਗੇ। ਭਾਵੇਂ ਨੁਕਸਾਨ ਹੈਗੇ ਨੇ ਤੇ ਨੁਕਸਾਨਾਂ ਦੀ ਗੱਲ ਆਪਾਂ ਹੁਣ ਕਰਨੀ ਹੈ। ਇਸ ਰਾਊਂਡ ਦਾ ਜਿਹੜਾ ਆਖਰੀ ਸਵਾਲ ਮੈਂ ਸੁਰੇਸ਼ ਜੀ ਤੋਂ ਪੁੱਛੂੰਗਾ। ਸੁਰੇਸ਼ ਜੀ, ਅਸੀਂ ਜਿਹੜੀਆਂ ਹੁਣ ਤੱਕ ਸਾਡੇ ਐਕਸਪਰਟਸ ਨੇ ਗੱਲਾਂ ਕੀਤੀਆਂ ਨੇ ਉਹ ਬਹੁਤੀਆਂ ਕਰੋਨਾ ਪੀੜ ਨੂੰ ਧਿਆਨ 'ਚ ਰੱਖ ਕੇ ਕੀਤੀਆਂ ਨੇ ਕਿ ਕਰੋਨਾ ਪੀੜ ਦੇ ਵਿੱਚ ਇਹ ਬਹੁਤ ਸਾਰੇ ਫਾਇਦੇ ਹੋਏ ਨੇ ਤੇ ਬਿਨਾਂ ਸ਼ੱਕ ਹੋਏ ਨੇ। ਪਰ ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਕਰੋਨਾ ਤੋਂ ਬਾਅਦ ਇਹ ਆਨਲਾਈਨ ਸਿੱਖਿਆ ਸਾਡੀ ਆਫਲਾਈਨ ਸਿੱਖਿਆ ਨੂੰ ਕਿਵੇਂ ਸਪਲੀਮੈਂਟ ਕਰੂਗੀ,
ਇਹਦੇ ਬਾਰੇ ਤੁਹਾਡੇ ਮਨ ਦੇ ਵਿੱਚ ਕੀ ਖਿਆਲਾਤ ਨੇ? ਡਾਕਟਰ ਸਾਹਿਬ, ਜਿਵੇਂ ਰੰਗ ਸੰਜੀਵ ਜੀ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਐਜੂਕੇਸ਼ਨ ਹੈ ਉਹ ਪਹੁੰਚ ਦਾ ਵੀ ਵਿਸ਼ਾ ਹੈ। ਐਜੂਕੇਸ਼ਨ ਦਾ ਭਾਵ ਇਹ ਹੁੰਦਾ ਵੀ ਜਦੋਂ ਇੱਕ ਅਧਿਆਪਕ ਆਪਣੇ ਰਸਮੀ ਉਸ ਸਕੂਲੀ ਪ੍ਰਕਿਰਿਆ ਦੇ ਦੌਰਾਨ ਆਪਣੀ ਐਜੂਕੇਸ਼ਨ ਪੜ੍ਹਾਈ ਕਰਵਾ ਰਿਹਾ ਹੁੰਦਾ, ਉਹਦੀ ਜਿਹੜੀ ਪਹੁੰਚ ਹੈ ਪਹਿਲੇ ਬੈਂਚ ਤੇ ਬੈਠੇ ਹੋਏ ਬੱਚੇ ਤੋਂ ਟਿਲ ਦਾ ਲਾਸਟ ਬੈਂਚ ਦੇ ਵਿੱਚ ਬੈਠੇ ਹੋਏ ਬੱਚੇ ਤੱਕ ਵੀ ਹੋਣੀ ਚਾਹੀਦੀ ਹੈ। ਇਕਸਾਰਤਾ ਤੇ ਇਕਸੁਰਤਾ ਇਹਦਾ ਹਮੇਸ਼ਾ ਹੀ ਗੋਲ ਉਦੇਸ਼ ਰਹਿੰਦਾ ਹੈ ਐਜੂਕੇਸ਼ਨ ਦਾ। ਤੇ ਜਦੋਂ ਅਸੀਂ ਆਨਲਾਈਨ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਪਹੁੰਚ ਦੀ ਦਿੱਕਤ ਬੜੀ ਰਹਿੰਦੀ ਹੈ। ਇੱਕ ਪਾਸੇ ਤਾਂ ਸਾਨੂੰ ਲੱਗਦਾ ਹੈ ਵੀ ਇਹ ਐਨੀਵੇਅਰ ਐਨੀ ਟਾਈਮ ਇਹਦੀ ਅਪਰੋਚ ਹੋ ਸਕਦੀ ਹੈ, ਲੇਕਿਨ ਉਹ ਐਨੀਵੇਅਰ ਤੇ ਐਨੀ ਟਾਈਮ ਇਹ ਲਿਮਟਡ ਹੈ। ਅਗਰ ਮੈਂ ਇਸ ਦੀ ਆਪਣੇ ਸੈਂਟਰ ਦੀ ਗੱਲ ਕਰਦਾ, ਮੇਰੇ ਸੈਂਟਰ ਦੇ ਵਿੱਚ ਤਕਰੀਬਨ 1000 ਬੱਚੇ ਸੀਗੇ। ਮੈਂ ਪਿਛਲੇ ਵਾਰ ਉਹਦਾ ਇੱਕ ਐਨਾਲਿਸਿਸ ਕੀਤਾ ਜਦੋਂ ਇਹ ਆਨਲਾਈਨ ਐਜੂਕੇਸ਼ਨ ਦੀ ਸਾਰੀ ਗੱਲਬਾਤ ਚੱਲ ਰਹੀ ਸੀਗੀ, ਤੇ ਮੈਂ ਪੂਰੇ ਸਕੂਲਾਂ ਦੇ ਸਾਰੇ ਅਧਿਆਪਕਾਂ ਨੂੰ ਕਿਹਾ ਵੀ ਤੁਸੀਂ ਪੂਰਾ ਇੱਕ ਐਨਾਲਿਸਿਸ ਕਰੋ ਵੀ ਕਿੰਨੇ ਸਾਡੇ ਕੋਲ ਬੱਚੇ ਸਾਡੇ ਸਕੂਲ ਦੇ ਵਿੱਚ ਹੈਗੇ ਆ, ਕਿੰਨਿਆਂ ਕੋਲ ਮੋਬਾਈਲ ਹੈਗਾ, ਕਿਉਂਕਿ ਸਾਡੇ ਕੋਲ ਹੁਣ ਤਾਂ ਇਹੀ ਇੱਕ ਸਾਧਨ ਸੀਗਾ। ਕਿੰਨਿਆਂ ਕੋਲ ਮੋਬਾਈਲ ਹੈਗਾ, ਕਿੰਨਿਆਂ ਨੂੰ ਮੋਬਾਈਲ ਮਾਰਨਿੰਗ ਦੇ ਵਿੱਚ ਮਿਲਦਾ, ਕਿਉਂਕਿ ਕੁਝ ਬੱਚਿਆਂ ਦੇ ਪੇਰੈਂਟਸ ਚਲੇ ਜਾਂਦੇ ਆ, ਡਿਊਟੀ ਤੇ ਚਲੇ ਜਾਂਦੇ ਆ, ਸਵੇਰ ਤੱਕ ਹੁੰਦੇ ਆ, ਜਾਂ ਉਹ ਸ਼ਾਮੀ ਆਉਂਦੇ ਆ ਤਾਂ ਸ਼ਾਮ ਨੂੰ ਕਦੋਂ ਮਿਲਦਾ। ਤਾਂ ਮੇਰੀ ਸਟੱਡੀ ਦੇ ਵਿੱਚ ਇੰਨਾ ਸੀਗਾ ਕਿ ਤਕਰੀਬਨ 1000 ਬੱਚਿਆਂ ਤੋਂ 972-76 ਬੱਚਿਆਂ ਤੇ ਅਸੀਂ ਉਹ ਸਟੱਡੀ ਕੀਤੀ, ਜਿਹਦੇ ਵਿੱਚ 332 ਬੱਚਿਆਂ ਦੇ ਕੋਲ ਮੋਬਾਈਲ ਰਹਿੰਦਾ ਸੀਗਾ, ਤੇ ਕੁੱਲ ਮਿਲਾ ਕੇ 32-33% ਤੱਕ ਹੀ ਉਹ ਪਹੁੰਚ ਹੋ ਪਾਉਂਦੀ ਸੀ। ਤੇ ਪਹੁੰਚ ਦੀ ਜਿਹੜੀ ਗੱਲ ਹੈ ਉਹ ਮਤਲਬ ਬਹੁਤ ਜ਼ਿਆਦਾ ਪਹੁੰਚ ਨਹੀਂ ਹੋ ਪਾਉਂਦੀ, ਲਿਮਟਡ ਹੈ, ਉਹ 50% ਦੇ ਆਸ-ਪਾਸ ਨਹੀਂ ਵੀ ਪਹੁੰਚ ਪਾਉਂਦੀ, ਜਿਹਦਾ ਰੰਗ ਸੰਜੀਵ ਜੀ ਨੇ ਵੀ ਜ਼ਿਕਰ ਕੀਤਾ। ਤੇ ਇੱਕ ਇਹ ਗੱਲ ਹੈ। ਦੂਜੀ, ਉਹ ਜਿਹੜੀ ਐਕਸੈਸ ਟੂ ਟੈਕਨੋਲੋਜੀ ਹੈ, ਇਹਦਾ ਵੀ ਇੱਕ ਬਹੁਤ ਵੱਡਾ ਵਿਸ਼ਾ ਹੈ ਕਿ ਉਹ ਐਕਸੈਸ ਕੌਣ ਕਰ ਪਾਉਂਦਾ ਟੈਕਨੋਲੋਜੀ ਨੂੰ। ਦੂਜੀ ਗੱਲ ਸੀਗੀ ਕਿ ਇੰਟਰਨੈਟ ਦੀ ਵੀ ਜ਼ਿਕਰ ਹੋਇਆ ਕਿ ਉਹਨਾਂ ਨੂੰ ਇਹ ਵੀ ਦਿੱਕਤਾਂ ਸੀਗੀਆਂ ਪਿਛਲੇ ਕਰੋਨਾ ਦੇ ਸਮੇਂ ਦੇ ਦੌਰਾਨ ਹੀ, ਕਿਉਂਕਿ ਇਹਦੇ ਨਾਲ ਪੈਸਾ ਵੀ ਜੁੜਿਆ ਹੋਇਆ, ਕੋਈ ਨਾ ਕੋਈ ਸਾਨੂੰ ਉਹ ਲੈਣਾ ਪੈਂਦਾ ਹੈ। ਜਿੱਥੇ ਜ਼ੂਮ ਦੀ ਗੱਲ ਕਰਦੇ ਸੀਗੇ, ਉੱਥੇ ਉਹ ਇੰਟਰਨੈਟ ਦਾ ਪੈਕ ਵੀ ਕਿਤੇ ਨਾ ਕਿਤੇ, ਕਿਉਂਕਿ ਜਿਨ੍ਹਾਂ ਬੱਚਿਆਂ ਨਾਲ ਸਾਡਾ ਵਾਸਤਾ ਹੈ, ਆਪਣੇ ਉਸੇ ਜ਼ਾਤੀ ਤਜਰਬੇ ਤੋਂ ਅਸੀਂ ਗੱਲ ਕਰਦੇ ਹਾਂ, ਤੇ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਬੱਚੇ ਆ ਕਿ ਜਿੱਥੇ ਉਹ ਪੈਕ ਦਾ ਵੀ ਮਸਲਾ, ਪਿਛਲੇ ਵਾਰ, ਇਸ ਦੇ ਹਾਲਾਤ ਦਾ ਮੈਨੂੰ ਨਹੀਂ ਪਤਾ, ਪਿਛਲੇ ਵਾਰ ਉਹ ਪੈਕ ਦਾ ਵੀ ਮਸਲਾ ਸੀਗਾ ਕਿ ਮੋਬਾਈਲ ਦੇ ਉੱਪਰ ਉਹ ਪੈਕ ਨਹੀਂ ਸੀਗਾ, ਤੇ ਇਸ ਕਰਕੇ ਉਹ ਪਹੁੰਚ ਇੰਨੀ ਜ਼ਿਆਦਾ ਨਹੀਂ ਐਕਸੈਸਿਬਲ ਹੋ ਪਾਉਂਦੀ ਜਿੰਨੀ ਇਹਦੀ ਹੋਣੀ ਚਾਹੀਦੀ ਹੈ, ਜੋ ਸਿੱਖਿਆ ਦਾ ਬੇਸਿਕ ਮਤਲਬ ਉਦੇਸ਼ ਹੈ ਕਿ ਇਹਦੀ ਪਹੁੰਚ ਸਭ ਤੱਕ ਬਣੇ, ਟੂ ਆਲ ਬਣੇ। ਦੂਜੀ ਗੱਲ ਇਹਦੇ ਵਿੱਚ, ਜਿਸ ਤਰ੍ਹਾਂ ਹੁਣੇ ਗੁਰਪ੍ਰੀਤ ਜੀ ਨੇ ਵੀ ਜ਼ਿਕਰ ਕੀਤਾ, ਬੱਚਿਆਂ ਦੀ ਸਿਹਤ ਤੇ ਵੀ ਬੜਾ ਅਸਰ ਪੈਂਦਾ ਹੈ ਜੀ, ਕਿ ਜਿਸ ਤਰ੍ਹਾਂ ਲਗਾਤਾਰ ਕੰਟੀਨਿਊਸਲੀ ਅਗਰ ਬੱਚੇ, ਜਿੰਨਾ ਤੱਕ ਵੀ ਅਪਰੋਚ ਹੈਗਾ, 30% ਬੱਚਿਆਂ ਦਾ ਵੀ ਮੰਨ ਲੈਂਦੇ ਆ ਤਾਂ ਉਹ ਅੱਖਾਂ ਦਾ ਵੀ ਹੈ, ਸਿਹਤ ਦਾ ਵੀ ਹੈ, ਉਹਦੇ ਨਾਲ ਬੱਚਿਆਂ ਦੇ ਵਿੱਚ ਆਈਸੋਲੇਸ਼ਨ ਹੋ ਜਾਂਦੀ ਹੈ। ਬੱਚਿਆਂ ਟੀਵੀ ਤੇ ਕਿਸ ਤਰ੍ਹਾਂ, ਕਿਉਂਕਿ ਸਾਰੇ ਮਾਪੇ ਉਸ ਤਰ੍ਹਾਂ ਦੇ ਨਹੀਂ ਹੈਗੇ, ਮੈਂ ਆਪਣੇ ਘਰ ਦੀ ਗੱਲ ਕਰਦਾ, ਇਹਦੇ ਵਿੱਚ ਅਗਰ ਜਦੋਂ ਇਹ ਮਾਧਿਅਮ ਦਾ ਅਸੀਂ ਉਪਯੋਗ ਕਰ ਰਹੇ ਹੁੰਦੇ ਆ ਆਨਲਾਈਨ ਐਜੂਕੇਸ਼ਨ ਦਾ, ਇਹਦੇ ਵਿੱਚ ਇਨਵੋਲਵਮੈਂਟ ਦੀ ਬੜੀ ਲੋੜ ਹੁੰਦੀ ਹੈ, ਕਿਉਂਕਿ ਬੱਚੇ ਸਾਡੇ, ਜਿਨ੍ਹਾਂ ਬੱਚਿਆਂ ਨਾਲ ਸਾਡਾ ਵਾਹ ਵਾਸਤਾ ਹੈਗਾ, ਬੜੇ ਛੋਟੇ ਬੱਚੇ ਆ, 5ਵੀਂ ਕਲਾਸ ਤੱਕ ਦੇ ਬੱਚੇ ਆ, ਉਹਨਾਂ ਦੇ ਨਾਲ ਮਾਂ-ਬਾਪ ਦੀ ਬੜੀ ਇਨਵੋਲਵਮੈਂਟ ਹੋਣੀ ਜ਼ਰੂਰੀ ਹੈ। ਅਗਰ ਉਹ ਘਰ ਦੇ ਵਿੱਚ ਆਨਲਾਈਨ ਐਜੂਕੇਸ਼ਨ ਚੱਲ ਰਹੀ ਹੈ, ਮੈਂ ਅਗਰ ਆਪਣੇ ਬੱਚੇ ਦਾ ਵੀ ਕਰਦਾ, ਤੇ ਉਹਦੀ ਮੰਮੀ ਦੀ ਬੜੀ ਇਨਵੋਲਵਮੈਂਟ ਹੈ ਕਲਾਸਿਸ ਦੇ ਲਈ, ਕਿਸ ਤਰ੍ਹਾਂ ਕਰਨਾ ਹੈ, ਤਾਂ ਕਿਸੇ ਨਾ ਕਿਸੇ ਦੀ ਸਪੋਰਟ ਦੀ ਬੜੀ ਲੋੜ ਰਹਿੰਦੀ ਹੈ। ਦੂਜੀ, ਅਗਰ ਟੀਚਰ ਦੇ ਲੈਵਲ ਤੇ ਗੱਲ ਕਰਦੇ ਹਾਂ, ਜੋ ਦੂਜੇ ਪਾਸੇ ਹੈਗਾ ਸਕਰੀਨ ਦੇ, ਉਹਦੇ ਲਈ ਵੀ, ਕਿਉਂਕਿ ਜਿਹੜੀ ਐਜੂਕੇਸ਼ਨ ਹੈ ਇਹਦੇ ਵਿੱਚ ਲਗਾਤਾਰਤਾ, ਨਿਰੰਤਰਤਾ ਬੜੀ ਜ਼ਰੂਰੀ ਹੁੰਦੀ ਹੈ। ਇਹਦੇ ਵਿੱਚ ਇੱਕ ਚੈਪਟਰ ਤੋਂ ਬਾਅਦ ਦੂਜਾ ਚੈਪਟਰ ਹੈ, ਇੱਕ ਕਿਸੇ ਕੰਸੈਪਟ ਤੋਂ ਬਾਅਦ ਦੂਜਾ ਕੰਸੈਪਟ ਹੈ, ਕਿਉਂਕਿ ਐਜੂਕੇਸ਼ਨ ਬਿਨਾਂ ਲਗਾਤਾਰਤਾ, ਬਿਨਾਂ ਕੰਟੀਨਿਊਟੀ ਤੋਂ ਨਹੀਂ ਹੈਗੀ। ਤੇ ਉਹਦੇ ਵਿੱਚ ਵੀ ਜਦੋਂ ਟੀਚਰ ਨੇ ਇਸ ਗੱਲ ਨੂੰ ਕਰਨਾ ਹੈ, ਤਾਂ ਉਹ ਵੀ ਉਹਨੇ ਦੇਖਣਾ ਹੁੰਦਾ ਹੈ ਕਿ ਕਿੰਨਾ ਉਹ ਕੰਸੈਪਟ ਬੱਚਿਆਂ ਤੱਕ ਪਹੁੰਚਾ ਪਾ ਰਿਹਾ, ਤੇ ਕਿੰਨੀ ਲਗਾਤਾਰਤਾ, ਨਿਰੰਤਰਤਾ ਨਾਲ, ਕੰਸੈਪਚੁਅਲ ਕਲੈਰਿਟੀ ਨਾਲ ਪਹੁੰਚਾ ਪਾ ਰਿਹਾ, ਇਹ ਵੀ ਬੜਾ ਜ਼ਰੂਰੀ ਹੈ। ਔਰ ਜਿਸ ਤਰ੍ਹਾਂ ਐਜੂਕੇਸ਼ਨ ਦਾ ਮੇਨ ਮੋਟਿਵ ਹੁੰਦਾ ਹੈ, ਟੂ ਵੇ ਕਮਿਊਨੀਕੇਸ਼ਨ ਹੁੰਦਾ, ਉਹਦੇ ਵਿੱਚ ਉਹ ਲੈਕ ਰਹਿ ਜਾਂਦਾ ਹੈ ਕਿ ਉਹ ਵਨ ਵੇ ਹੀ ਹੋ ਜਾਂਦਾ ਹੈ। ਉਹਦੀ ਅਪਰੋਚ ਸਾਰੇ ਬੱਚਿਆਂ ਤੱਕ ਕਿੰਨੀ ਹੋ ਪਾਈ ਹੈ, ਟੀਚਰ ਕੋਲ ਇਸ ਗੱਲ ਦੀ ਕੋਈ ਐਕਸੈਸਿਬਿਲਿਟੀ ਨਹੀਂ ਰਹਿੰਦੀ। ਔਰ ਅਗਰ ਅਸੀਂ ਐਜੂਕੇਸ਼ਨ ਦੀ ਔਰ ਲਰਨਿੰਗ ਦੀ ਡੋਮੇਨਸ ਦਾ ਮੈਂ ਜ਼ਿਕਰ ਕਰਦਾ ਸੀਗਾ, ਜਿਨ੍ਹਾਂ ਦੇ ਵਿੱਚ ਕੋਗਨੀਟਿਵ ਡੋਮੇਨ ਹੈ, ਬੱਚੇ ਦਾ ਇੰਟੈਲੈਕਚੁਅਲ ਡਿਵੈਲਪਮੈਂਟ ਹੈ, ਉਹ ਕਿੰਨੀ ਕੁ ਹੋ ਪਾ ਰਹੀ ਹੈ, ਨਹੀਂ ਹੋ ਪਾ ਰਹੀ, ਉਹਦੇ ਵਿੱਚ ਵੀ ਬੜਾ ਲੈਕ ਰਹਿ ਜਾਂਦਾ ਟੀਚਰ ਵੱਲੋਂ ਦੇਖਣ ਦਾ। ਅਗਰ ਉਹ ਇਫੈਕਟਿਵ ਇਮੋਸ਼ਨਲ, ਕਿਉਂਕਿ ਇਹਦੇ ਵਿੱਚ ਉਹ ਇਕੱਲਾ ਹੀ ਹੈਗਾ ਸਕਰੀਨ ਦੇ ਸਾਹਮਣੇ, ਤਾਂ ਇਹਦਾ ਵੀ ਬੜਾ ਅਸਰ ਪੈਂਦਾ ਹੈ। ਅਗਰ ਅਸੀਂ ਸਾਈਕੋਮੋਟਰ ਦੀ ਗੱਲ ਕਰਦੇ ਹਾਂ ਤਾਂ ਉਹ ਸੁਰੇਸ਼ ਜੀ, ਮੈਂ ਜਾਣਨਾ ਚਾਹੁੰਦਾ ਕਿ ਕਰੋਨਾ ਤੋਂ ਬਾਅਦ, ਮਤਲਬ ਕਰੋਨਾ ਮੁੱਕ ਗਿਆ, ਕਿ ਉਸ ਤੋਂ ਬਾਅਦ ਵੀ ਸਾਡੀ ਜ਼ਿੰਦਗੀ 'ਚ ਇਸੇ ਤਰ੍ਹਾਂ ਦਖਲਅੰਦਾਜ਼ੀ ਰਹੂਗੀ ਜਾਂ ਫਿਰ ਸੀਮਤ ਹੋ ਜਾਊਗਾ ਇਹ?
ਦੇਖੋ, ਦੋ ਗੱਲਾਂ ਹੈਗੀਆਂ ਵੀ ਅਗਰ ਇਹਨੂੰ ਜਿੱਥੇ ਤੱਕ ਮੈਂ ਗੱਲ ਕਰਦਾ ਸੀਗਾ ਵੀ ਬਹੁਤ ਜ਼ਿਆਦਾ ਤਾਂ ਨਹੀਂ ਵੀ ਸਾਡੇ ਤੇ ਹੀ ਹਾਵੀ ਹੋ ਜਾਏ। ਸਾਧਨ ਦੇ ਤੌਰ ਤੇ ਇਹਦਾ ਉਪਯੋਗ ਹੋਣਾ ਵੀ ਚਾਹੀਦਾ, ਕਿਉਂਕਿ ਇਹ ਜਿਸ ਇਰਾ ਦੇ ਵਿੱਚ ਅਸੀਂ ਜੀ ਰਹੇ ਹਾਂ, ਇਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਇਰਾ ਹੈ। ਇਹਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ, ਜਿਸ ਤੇ ਬੰਦੇ ਕੋਲ ਅੱਜ ਦੀ ਡੇਟ ਦੇ ਵਿੱਚ ਇਨਫੋਰਮੇਸ਼ਨ ਹੈ, ਜਿਸ ਦੇ ਲੈਵਲ ਦੀ ਇਨਫੋਰਮੇਸ਼ਨ ਹੈ, ਉਸੇ ਲੈਵਲ ਦੇ ਉਹ ਫਾਇਦਾ ਉਠਾ ਸਕਦਾ ਹੈ ਉਸਦਾ, ਚਾਹੇ ਉਹ ਵਪਾਰੀ ਹੈ, ਚਾਹੇ ਉਹ ਵਿਦਿਆਰਥੀ ਹੈ। ਤਾਂ ਇਸ ਕਰਕੇ ਇਹਦਾ ਉਪਯੋਗ ਤਾਂ ਹੋਣਾ ਚਾਹੀਦਾ ਹੈ, ਲੇਕਿਨ ਇਹ ਲਿਮਟਿਡ ਤੇ ਬਹੁਤ ਹੀ ਵਧੀਆ ਹੱਥਾਂ ਦੇ ਵਿੱਚ, ਐਕਸਪਰਟ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਹੈ। ਮਤਲਬ ਜਿਹੜੇ ਟੀਚਰਾਂ ਨੇ ਇਸ ਨੂੰ ਯੂਜ਼ ਕਰਨਾ ਹੈ ਇੱਕ ਸਾਧਨ ਦੀ ਤਰ੍ਹਾਂ, ਉਹ ਵੀ ਐਕਸਪਰਟ ਹੋਣੇ ਚਾਹੀਦੇ ਹਨ, ਉਹ ਵੀ ਟ੍ਰੇਨਡ ਹੋਣੇ ਚਾਹੀਦੇ ਹਨ। ਉਹਨਾਂ ਨੂੰ ਵੀ ਜਿਸ ਤਰ੍ਹਾਂ ਮੈਂ ਸਰਕਾਰ ਦੀ ਆਪਣੀ ਗੱਲ ਕਰਦਾ, ਅਗਰ ਪੰਜਾਬ ਗਵਰਨਮੈਂਟ ਇਸ ਤਰ੍ਹਾਂ ਕਰਦੀ ਹੈ ਤਾਂ ਉਹਨਾਂ ਟੀਚਰਸ ਨੂੰ ਵੀ ਉਸੇ ਢੰਗ ਨਾਲ ਹੀ ਟ੍ਰੇਨਡ ਕੀਤਾ ਜਾਣਾ ਪੈਂਦਾ। ਹੁਣ ਜੋ ਰੂਪ ਚੱਲ ਰਿਹਾ ਸਾਡੇ ਆਨਲਾਈਨ ਐਜੂਕੇਸ਼ਨ ਦਾ, ਉਹ ਸਿਰਫ ਇਸ ਤਰ੍ਹਾਂ ਚੱਲ ਰਿਹਾ ਕਿ ਅਸੀਂ ਖਾਨਾ ਪੂਰਤੀ ਕਰ ਰਹੇ ਹਾਂ ਵੀ ਚਲੋ ਕੁਝ ਨਹੀਂ ਕਰ ਰਹੇ ਤਾਂ ਕੁਝ ਨਾ ਕਰਨ ਨਾਲੋਂ ਕੁਝ ਕਰਨਾ ਚੰਗਾ ਹੈ। ਤੇ ਉਹਦੇ ਆਪਣੇ ਆਪਣੇ ਨਤੀਜੇ ਵੀ ਹੈਗੇ ਆ, ਉਹ ਬੁਰਾ ਨਹੀਂ ਹੈਗਾ, ਸਾਰਾ ਕੁਝ ਹੈ। ਜਿਵੇਂ ਹੁਣੇ ਗੁਰਪ੍ਰੀਤ ਜੀ ਗੱਲ ਕਰਦੇ ਸੀ, ਕਰੋਨਾ ਦਾ ਜ਼ਿਕਰ ਹੋਇਆ, ਜਿਹਦੇ ਵਿੱਚ ਬੱਚਿਆਂ ਨੂੰ ਹਾਈਜੀਨ ਬਾਰੇ ਦੱਸਿਆ ਗਿਆ, ਉਹ ਠੀਕ ਹੈ, ਇਟਸ ਵੈਰੀ ਗੁੱਡ। ਲੇਕਿਨ ਅਸੀਂ ਐਜ਼ ਏ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਇੱਕ ਕੋਕਰੀਕੁਲਰ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ, ਜਾਂ ਅਸੀਂ ਨੈਸ਼ਨਲ ਐਜੂਕੇਸ਼ਨ ਫਰੇਮਵਰਕ ਦੀ ਗੱਲ ਕਰਦੇ ਹਾਂ, ਤਾਂ ਉਦੋਂ ਸਾਨੂੰ ਫਿਰ ਸਾਰੀਆਂ ਗੱਲਾਂ ਨੂੰ ਇੱਕ ਲਾਈਨ ਦੇ ਵਿੱਚ ਲਗਾਤਾਰਤਾ, ਨਿਰੰਤਰਤਾ ਦੇ ਨਾਲ ਕਰਨਾ ਬਣਦਾ ਹੈ। ਤੇ ਉਹਦੇ ਲਈ ਸਾਨੂੰ ਬਹੁਤ ਜ਼ਿਆਦਾ ਐਫੀਸ਼ੀਐਂਟ ਟੀਚਰਸ ਦੀ ਲੋੜ ਹੈ, ਔਰ ਬਹੁਤ ਜ਼ਿਆਦਾ ਟ੍ਰੇਨਿੰਗ ਦੀ ਲੋੜ ਹੈ। ਔਰ ਅੰਤ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਇਹਦਾ ਉਪਯੋਗ ਹੋਣਾ ਚਾਹੀਦਾ ਹੈ, ਲੇਕਿਨ ਸੀਮਤ। ਕਿਉਂਕਿ ਅਗਰ ਅਸੀਂ ਡਿਵੈਲਪ ਕੰਟਰੀਜ਼ ਦੀ ਵੀ ਗੱਲ ਕਰਦੇ ਹਾਂ, ਅਮਰੀਕਾ ਦੀ ਵੀ ਗੱਲ ਕਰੀਏ, ਉੱਥੇ ਵੀ ਅੱਜ ਵੀ ਇਹ ਇੱਕ ਸਬਜੈਕਟ ਦੇ ਰੂਪ ਦੇ ਵਿੱਚ ਆਨਲਾਈਨ ਸਬਜੈਕਟ ਲੈਂਦੇ ਆ। ਉਹ 27-28% ਦੇ ਆਸ-ਪਾਸ ਉਹਨਾਂ ਦਾ ਡਾਟਾ ਅੱਜ ਦੀ ਡੇਟ ਦੇ ਵਿੱਚ ਵੀ ਹੈਗਾ। ਤੇ ਇਸ ਕਰਕੇ ਅਸੀਂ ਇਹਨੂੰ ਪੂਰੀ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਹਾਵੀ ਹੋ ਜਾਏ ਸਾਡੇ ਉੱਪਰ, ਜਾਂ ਟੀਚਰ ਦਾ ਇਹ ਬਦਲ ਹੋ ਜਾਏਗਾ ਰਸਮੀ ਸਿੱਖਿਆ ਦਾ, ਲੇਕਿਨ ਇਹਦਾ ਉਪਯੋਗ ਹੋਣਾ ਚਾਹੀਦਾ, ਸੀਮਤ ਹੋਣਾ ਚਾਹੀਦਾ, ਲਗਾਤਾਰ ਕੰਟੀਨਿਊਅਸ ਹੋਣਾ ਚਾਹੀਦਾ, ਔਰ ਇੱਕ ਟ੍ਰੇਨਡ ਜਿਨ੍ਹਾਂ ਨੇ ਕਰਵਾਉਣਾ ਹੈ ਉਹਨਾਂ ਨੂੰ ਵੀ ਇਸ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ, ਔਰ ਜਿਨ੍ਹਾਂ ਨੇ ਇਹਨਾਂ ਨੂੰ ਕਰਨਾ ਹੈ ਉਹਨਾਂ ਨੇ ਵੀ ਇਹਦੇ ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ। ਥੈਂਕ ਯੂ। ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਇਸ ਗੱਲ ਨੂੰ ਕਿ ਕਰੋਨਾ ਤੋਂ ਬਾਅਦ ਅਸੀਂ ਕਿੰਨਾ ਕਿਸ ਟੈਕਨੀਕ ਨੂੰ ਵਰਤਣਾ ਤੇ ਕਿਸ ਰੂਪ ਦੇ ਵਿੱਚ ਵਰਤਣਾ ਹੈ। ਤਾਂ ਸਾਡਾ ਦੂਜਾ ਰਾਉਂਡ ਵੀ ਇੱਥੇ ਖਤਮ ਹੁੰਦਾ, ਤੀਜਾ ਰਾਉਂਡ ਅਸੀਂ ਇਹਦੀਆਂ ਸੀਮਾਵਾਂ ਤੇ ਗੱਲ ਕਰਾਂਗੇ, ਤੇ ਚੌਥੇ ਰਾਉਂਡ ਦੇ ਵਿੱਚ ਮੈਂ ਚਾਹੂੰਗਾ ਕਿ ਸਾਡੇ ਜੇ ਕੁਝ ਦੋਸਤ ਕੁਝ ਸਵਾਲ ਕਰਨਾ ਚਾਹੁੰਦੇ ਨੇ, ਚਾਹੇ ਸਾਡੇ ਹੋਸਟ ਨੇ, ਚਾਹੇ ਸਾਡੇ ਐਡਮਿਨ ਨੇ, ਚਾਹੇ ਬਾਕੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਤਾਂ ਉਹ ਬਹੁਤ ਸੰਖੇਪ ਆਪਣਾ ਸਵਾਲ ਕਰ ਸਕਦੇ ਨੇ ਸਾਡੇ ਕਿਸੇ ਵੀ ਐਕਸਪਰਟ ਨੂੰ। ਅਸੀਂ ਉਹਨਾਂ ਸਵਾਲਾਂ ਦੇ ਜਵਾਬਾਂ ਦੇ ਵਿੱਚੋਂ ਵੀ ਕੁਝ ਲੱਭਣ ਦੀ ਕੋਸ਼ਿਸ਼ ਕਰਾਂਗੇ। ਹੁਣ ਆਪਾਂ ਚੌਥੇ ਰਾਉਂਡ ਦੇ ਵਿੱਚ ਚੱਲਦੇ ਹਾਂ। ਤੀਜੇ ਰਾਉਂਡ ਦੇ ਵਿੱਚ ਤੀਜੇ ਰਾਉਂਡ ਦੇ ਵਿੱਚ ਰੰਗ ਹਰਜਿੰਦਰ ਜੀ, ਮੈਂ ਤੁਹਾਡੇ ਤੋਂ ਇਹ ਰਾਉਂਡ ਸ਼ੁਰੂ ਕਰੂੰਗਾ। ਰੰਗ ਹਰਜਿੰਦਰ, ਜਿੰਨੀਆਂ ਵੀ ਚੀਜ਼ਾਂ ਸਾਡੇ ਐਜੂਕੇਸ਼ਨ ਦੇ ਵਿੱਚ ਸ਼ੁਰੂ ਹੁੰਦੀਆਂ ਨੇ, ਉਹਨਾਂ ਸਾਰੀਆਂ ਨੇ ਇੰਪਲੀਮੈਂਟ ਅਧਿਆਪਕ ਰਾਹੀਂ ਹੋਣਾ ਹੁੰਦਾ ਹੈ। ਬਿਲਕੁਲ। ਕਿਤੇ ਇਹ ਲੱਗਦਾ ਹੁੰਦਾ ਹੈ ਅਧਿਆਪਕ ਨੂੰ ਕਿ ਬਹੁਤ ਕੁਝ ਮੇਰੇ ਉੱਤੇ ਆ ਕੇ ਡਿੱਗ ਪਿਆ, ਮੀਟਿੰਗਾਂ ਵੀ ਆ ਜਾਂਦੀਆਂ ਨੇ, ਫੀਡ ਵੀ ਆ ਜਾਂਦੇ ਨੇ, ਟੈਲੀਵਿਜ਼ਨ ਦੇ ਪ੍ਰੋਗਰਾਮ ਵੀ ਆ ਜਾਂਦੇ ਨੇ, ਆਫ ਟਾਈਮ ਵੀ ਮੀਟਿੰਗਾਂ ਆ ਜਾਂਦੀਆਂ ਨੇ, ਐਤਵਾਰ ਨੂੰ ਵੀ ਆ ਜਾਂਦੀਆਂ ਨੇ, ਛੁੱਟੀਆਂ ਵਾਲੇ ਦਿਨ ਵੀ ਆ ਜਾਂਦੀਆਂ ਨੇ। ਅਧਿਆਪਕ ਦੀਆਂ ਆਜ਼ਾਦੀਆਂ ਵੀ ਸੀਮਤ ਹੋਈਆਂ ਨੇ, ਤੇ ਅਧਿਆਪਕ ਤੇ ਬਹੁਤ ਕੁਝ ਬਣਿਆ ਬਣਾਇਆ ਵੀ ਆਉਣ ਲੱਗ ਪਿਆ, ਤੇ ਅਧਿਆਪਕ ਕਿਤੇ ਨਾ ਕਿਤੇ ਇਹਦੇ ਵਿੱਚ ਤਣਾਅ ਮਹਿਸੂਸ ਕਰਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਧਿਆਪਕ ਦੇ ਪੱਧਰ ਤੇ ਕੀ ਮੁਸ਼ਕਲਾਂ ਆ ਰਹੀਆਂ ਨੇ ਤੇ ਕੀ ਇਹਨਾਂ ਦੇ ਹੱਲ ਹੋ ਸਕਦੇ ਨੇ? ਅਧਿਆਪਕ ਦੇ ਪੱਧਰ ਤੇ ਸਭ ਤੋਂ ਵੱਧ ਤਾਂ ਇਹ ਮੁਸ਼ਕਲਾਂ ਆ ਰਹੀਆਂ ਨੇ ਕਿ ਜਦੋਂ ਤੱਕ ਇਹ ਕਰੋਨੇ ਵਾਲਾ ਮੌਸਮ ਨਹੀਂ ਸੀਗਾ, ਜਦੋਂ ਤੱਕ ਇਹ ਦਿੱਕਤ ਭਰਿਆ ਮੌਸਮ ਸ਼ੁਰੂ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਸਾਡੇ ਅਧਿਆਪਕ ਸਾਥੀ ਸੀ, ਉਹ ਟੈਕਨੀਕਲੀ ਬਹੁਤ ਸਟਰੋਂਗ ਨਹੀਂ ਸੀਗੇ ਜੀ। ਮਤਲਬ ਇਹ ਹੱਡੀ ਹਣਾਈਆਂ ਗੱਲਾਂ ਨੇ ਕਿ ਜਦੋਂ ਦੂਰਦਰਸ਼ਨ ਦੇ ਉੱਪਰ ਲੈਕਚਰ ਕਰਨ ਦੀ ਗੱਲ ਸ਼ੁਰੂ ਹੋਈ ਕਿ ਦੂਰਦਰਸ਼ਨ ਦੇ ਉੱਪਰ ਲੈਕਚਰ ਸ਼ੁਰੂ ਹੋਣੇ ਆ, ਤੇ ਉਹ ਪਹਿਲੀਆਂ ਮੀਟਿੰਗਾਂ ਦੇ ਵਿੱਚ ਮੈਂ ਸ਼ਾਮਲ ਹੁੰਦਾ ਰਿਹਾ। ਤੇ ਕਿਉਂਕਿ ਮੈਂ ਆਪਣੇ ਪੱਧਰ ਦੇ ਉੱਪਰ ਨਾ, ਜਦੋਂ ਹਜੇ ਲੋਕਡਾਊਨ ਸ਼ੁਰੂ ਹੋਇਆ ਸੀਗਾ, ਹਜੇ ਦੂਰਦਰਸ਼ਨ ਤੇ ਕੋਈ ਜਾਂ ਆਨਲਾਈਨ ਐਜੂਕੇਸ਼ਨ ਦਾ ਡਿਪਾਰਟਮੈਂਟ ਦੀ ਪਲੈਨਿੰਗ ਨਹੀਂ ਸੀ, ਤਾਂ ਉਦੋਂ ਅਸੀਂ ਆਪਣੇ ਪੱਧਰ ਤੇ ਨਿੱਕੇ ਨਿੱਕੇ ਕੰਮ ਕਰਨੇ ਸ਼ੁਰੂ ਕਰਤੇ ਸੀ। ਜਿਵੇਂ ਤੁਹਾਨੂੰ ਪਤਾ ਹੋਵੇਗਾ ਕਿ ਡਿਪਾਰਟਮੈਂਟ ਨੇ ਪਿੱਛੇ ਜੇ ਆਰਟਿਸਟਾਂ ਦੀ ਇੱਕ ਲਿਸਟ ਤਿਆਰ ਕੀਤੀ ਸੀ, 350-400 ਅਸੀਂ ਕਲਾਕਾਰ ਅਧਿਆਪਕ ਇਕੱਠੇ ਕੀਤੇ, ਉਹਨੂੰ ਕੋਆਰਡੀਨੇਟ ਮੈਂ ਕੀਤਾ ਸੀ। ਤਾਂ ਮੇਰੇ ਕੋਲੇ ਬਹੁਤ ਸਾਰੇ ਮਿੱਤਰ ਜਿਹੜੇ ਸਿੰਗਰ ਸੀਗੇ, ਗਾਇਕ ਸੀ, ਜਾਂ ਜਿਹੜੇ ਫਿਲਮ ਲਾਈਨ ਨਾਲ ਜੁੜੇ ਹੋਏ ਸੀ, ਅਸੀਂ ਉਹਨਾਂ ਨੂੰ ਲੈ ਕੇ ਆਪਣੇ ਆਪ ਕੰਮ ਕਰਨਾ ਸ਼ੁਰੂ ਕਰਤਾ। ਜਿਵੇਂ ਆਹ ਤੁਹਾਡਾ ਮਾਨਸਾ ਵਾਲਾ ਮੁੰਡਾ ਹੈਗਾ ਉਦਮ ਆਲਮ, ਮੈਂ ਉਦਮ ਆਲਮ ਤੋਂ ਦੋ ਕਵਿਤਾਵਾਂ ਸਿਲੇਬਸ ਦੀਆਂ ਗਵਾ ਲਈਆਂ, ਉਹਨੇ ਗਾਤੀਆਂ, ਗਾ ਕੇ ਅਸੀਂ ਉਹਨਾਂ ਦੀ ਬਕਾਇਦਾ ਪਿਕਚਰਾਈਜੇਸ਼ਨ ਕਰਕੇ ਅਸੀਂ ਛੋਟੀਆਂ ਛੋਟੀਆਂ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰਤੀਆਂ। ਜਦੋਂ ਇਹ ਡਿਪਾਰਟਮੈਂਟ ਕੋਲੇ ਗਈਆਂ, ਤਾਂ ਉਸ ਤੋਂ ਬਾਅਦ ਜਿੱਦਾਂ ਦੂਰਦਰਸ਼ਨ ਦੇ ਉੱਪਰ ਲੈਕਚਰ ਬਣਾਉਣ ਦੀ ਗੱਲ ਆਈ, ਡਾਇਰੈਕਟਰ ਬੋਫਾ ਜੀ ਹੋ ਰਹੀ ਸੀ, ਜਾਂ ਉਹ ਸਭ ਤੋਂ ਪਹਿਲਾਂ
ਟੈਕ ਮੇਰੇ ਤੇ ਆ ਗਈ ਕਿ ਹਰਜਿੰਦਰ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਆਲਰੇਡੀ ਕਰ ਰਹੇ ਨੇ, ਹੁਣ ਅਸੀਂ ਆਪਣੇ ਸ਼ੌਂਕ ਨੂੰ 3-3 4-4 ਮਿੰਟ ਦੀਆਂ ਵੀਡੀਓ ਬਣਾਉਂਦੇ ਸੀ। ਜਦੋਂ ਦੂਰਦਰਸ਼ਨ ਦਾ ਆ ਗਿਆ ਕਿ 30 ਮਿੰਟ ਦੀ ਵੀਡੀਓ ਤਿਆਰ ਕਰਨੀ, ਉਦੋਂ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਆ ਗਿਆ ਵੀ ਹੈ ਹੁਣ ਕਿਵੇਂ ਤਿਆਰ ਹੋਊਗੀ। ਮਤਲਬ ਉਦੋਂ ਜਾ ਕੇ ਇੱਥੋਂ ਤੱਕ ਸਮੱਸਿਆ ਆ ਗਈ ਸੀ, ਸਾਨੂੰ ਹੀ ਪਤਾ ਸੀ ਕਿ ਅਸੀਂ ਕਿਵੇਂ ਮੈਨੇਜ ਕਰਦੇ ਸੀ। ਸਾਡੇ ਕੋਲੇ ਨਾ ਤਾਂ ਕੋਈ ਹਾਈ ਸਪੀਡ ਦੇ ਨੈਟ ਸੀਗੇ, ਨਾ ਸਾਡੇ ਕੋਲੇ ਕੋਈ ਬਹੁਤ ਵੱਡੇ ਵੱਡੇ ਕੈਮਰੇ ਸੀਗੇ, ਟੈਕਨੀਕਲੀ ਅਸੀਂ ਮਾਹਰ ਨਹੀਂ ਸੀਗੇ। ਅਸੀਂ ਆਪਣੀ ਮੋਬਾਈਲਾਂ ਨਾਲ ਵੀਡੀਓ ਬਣਾਉਂਦੇ ਸੀ, ਉਹ ਸਾਡੇ ਤੋਂ 2-2 3-3 GB ਦੀਆਂ ਬਣ ਜਾਂਦੀਆਂ ਸੀ। ਫਿਰ ਉਹ ਨੈਟ ਤੇ ਚੜਾਉਣ ਲੱਗੇ 3-3 ਦਿਨ ਅਸੀਂ ਟੱਕਰਾਂ ਮਾਰਦੇ ਰਹਿੰਦੇ ਸੀ। ਹੌਲੀ ਹੌਲੀ ਅਸੀਂ ਮਤਲਬ ਇਸ ਦੇ ਨਾਲ ਇਹਦੇ ਆਦੀ ਹੋਏ। ਅਸੀਂ ਨੈਟ ਪੈਕ ਦਾ ਸਾਨੂੰ ਪਤਾ ਲੱਗਿਆ, ਫਿਰ ਅਸੀਂ ਕੈਮਰੇ ਦੇ ਆਦੀ ਹੋਏ ਕਿ ਕਿੰਨਾ ਕੈਮਰਾ ਕਿੱਥੇ ਰੱਖ ਕੇ ਕਿਵੇਂ ਐਂਗਲਾਂ ਦੇ। ਸੋ ਜਿਹੜੇ ਅਧਿਆਪਕ ਤਾਂ ਸੀਗੇ ਟੈਕਨੀਕਲੀ ਥੋੜੇ ਬਹੁਤ ਮਾਹਰ, ਉਹਨਾਂ ਨੂੰ ਘੱਟ ਸਮੱਸਿਆ ਆਈ। ਅੱਜ ਵੀ ਜਿਹੜੇ ਅਧਿਆਪਕ ਟੈਕਨੀਕਲੀ ਮਾਹਰ ਨਹੀਂ ਹੈਗੇ, ਉਹ ਤਾਂ ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਨੇ। ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਵੀਡੀਓ ਬਣਾਉਣ ਨੂੰ ਕੈਮਰਾ ਨਹੀਂ ਸੈੱਟ ਕਰਨਾ ਦਾ ਸਾਲ ਹੋ ਗਿਆ। ਅਧਿਆਪਕਾਂ ਨੇ ਬਹੁਤ ਕੁਝ ਸਿੱਖ ਲਿਆ। ਇਹ ਸਮੱਸਿਆਵਾਂ ਦੇ ਵਿੱਚੋਂ ਤਾਂ ਅਧਿਆਪਕ ਨਿਕਲ ਗਏ। ਲੇਕਿਨ ਜਿਹੜੀ ਸਭ ਤੋਂ ਵੱਡੀ ਸਮੱਸਿਆ ਅਧਿਆਪਕਾਂ ਨੂੰ ਇਹ ਆ ਰਹੀ ਹੈ, ਜਿਹੜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਗਾ, ਕਿ ਡਿਪਾਰਟਮੈਂਟ ਤੋਂ ਉੱਤੋਂ ਪ੍ਰੈਸ਼ਰ ਪੈ ਰਿਹਾ ਹੈ। ਸਾਡੇ ਜਿਹੜੇ ਆਫੀਸਰਸ ਨੇ ਉਹ ਕਹਿ ਰਹੇ ਨੇ ਜ਼ੂਮ ਤੇ ਕਲਾਸਾਂ ਲਾਓ, ਉਹ ਕਹਿੰਦੇ ਨੇ ਵੀਡੀਓ ਬਣਾਓ, ਉਹ ਕਹਿੰਦੇ ਨੇ ਆਨਲਾਈਨ ਐਜੂਕੇਸ਼ਨ ਕਰਾਓ, ਲੇਕਿਨ ਉਹਦਾ ਸਿੱਟਾ ਜਿਹੜਾ ਹੈਗਾ ਉਹ ਸਾਰਥਕ ਨਿਕਲ ਨਹੀਂ ਰਿਹਾ ਮੂਰੇ। ਅਸੀਂ 60 ਬੱਚਿਆਂ ਦੀ ਕਲਾਸ ਹੈ, 60 ਬੱਚਿਆਂ ਦੀ ਕਲਾਸ ਦੇ ਵਿੱਚ ਅਸੀਂ ਜ਼ੂਮ ਲਿੰਕ ਬਣਾ ਕੇ ਪਾਉਣੇ ਆ ਕਿ ਕਲਾਸ ਸ਼ੁਰੂ ਹੋਣੀ ਹੈ ਨਾ, ਤੇ ਉਹ ਜਦੋਂ ਅਸੀਂ ਕਲਾਸ ਲਾ ਕੇ ਬੈਠਦੇ ਉੱਥੇ 6 ਜਵਾਕ ਵੀ ਨਹੀਂ ਜੁੜਦੇ, ਕੋਈ 4 ਜਵਾਕ ਵੀ ਨਹੀਂ ਜੁੜਦੇ। ਹੁਣ ਜਿਹੜਾ 60 ਤੇ ਜਿਹੜਾ 90% ਵਿਦਿਆਰਥੀ ਜਿਹੜੇ ਉਸ ਪਲੇਟਫਾਰਮ ਨਾਲ ਜੁੜ ਨਹੀਂ ਰਹੇ, ਉਹ ਸਭ ਤੋਂ ਵੱਡੀ ਅਧਿਆਪਕਾਂ ਦੀ ਉਹ ਸਮੱਸਿਆ ਬਣ ਰਹੀ ਕਿ ਉਹਨਾਂ ਤੱਕ ਕਿਵੇਂ ਪਹੁੰਚ ਕਰੀਏ। ਅੱਜ ਸਭ ਤੋਂ ਵੱਧ ਅਸੀਂ ਇਸ ਗੱਲ ਨੂੰ ਹੰਢਾ ਰਹੇ ਹਾਂ ਕਿ ਜ਼ੂਮ ਅਸੀਂ ਕਲਾਸਾਂ ਲਾਉਣ ਲਈ ਵੀ ਤਿਆਰ ਹਾਂ, ਸਾਡੇ ਕੋਲ ਕਲਾਸਾਂ ਲਾਉਣ ਲਈ ਟਾਈਮ ਵੀ ਹੈ, ਅਸੀਂ ਉਹਦੇ ਟੈਕਨੀਕਲ ਮਾਹਰ ਵੀ ਹੋ ਗਏ, ਲੇਕਿਨ ਅੱਗੋਂ ਰਿਸਪੌਂਸ ਨਹੀਂ ਆ ਰਿਹਾ। ਉਹਦਾ ਕਾਰਨ ਕਈ ਨੇ, ਬੱਚਿਆਂ ਕੋਲ ਫੋਨ ਨਹੀਂ ਹੈਗੇ। ਅਸੀਂ ਵੱਡੀ ਗਰੁੱਪ ਵੀ ਬਣਾਏ, ਕਰੋਨੇ ਕਰਕੇ ਇੱਕ ਦੂਜੇ ਦੇ ਘਰ ਨਹੀਂ ਜਾ ਸਕਦਾ, ਉਹ ਮਾਪੇ ਜਾਂ ਭੇਜਦੇ ਨਹੀਂ, ਜਾਂ ਕਿਸੇ ਕੋਲ ਫੋਨ ਨਹੀਂ ਹੈਗੇ, ਜਾਂ ਕਿਸੇ ਕੋਲ ਗਰੀਬੀ ਵਿਚਾਰੇ ਨੇ, ਇੱਕ ਤਾਂ ਕਾਪੀਆਂ ਨਹੀਂ ਖਰੀਦੀਆਂ ਹਜੇ ਤੱਕ, ਉਹ ਕੰਮਾਂ ਧੰਦੇ 'ਚ ਤੁਰਿਆ ਫਿਰਦਾ। ਸੋ ਸਭ ਤੋਂ ਵੱਧ ਅਧਿਆਪਕਾਂ ਨੂੰ ਇਸ ਸਮੇਂ ਦੇ ਵਿੱਚ ਇਸ ਗੱਲ ਦੀ ਮੁਸ਼ਕਲ ਆ ਰਹੀ ਹੈ ਕਿ ਅਸੀਂ ਆਪਣਾ ਕੀਤਾ ਹੋਇਆ ਕੰਮ ਬੱਚਿਆਂ ਤੱਕ ਪਹੁੰਚਾਈਏ ਕਿਵੇਂ, ਜਾਂ ਬੱਚਿਆਂ ਨੂੰ ਪੜ੍ਹਾਈਏ ਕਿਵੇਂ, ਕਿਉਂਕਿ ਅੱਗੋਂ ਕਿਸੇ ਕੋਲ ਜਾਇਆ ਨਹੀਂ ਜਾ ਸਕਦਾ, ਕਿਸੇ ਕੋਲ ਪਹੁੰਚਿਆ ਨਹੀਂ ਜਾ ਸਕਦਾ। ਮੈਂ ਇੱਕ ਗੱਲ ਹਮੇਸ਼ਾ ਨਾ ਇਹ ਕਰਦਾ ਹੁੰਦਾ ਦੀਪ ਜੀ, ਮਤਲਬ ਇਹ ਥੋੜਾ ਜਿਹਾ ਨਾਲ ਲੱਗਦੀ ਮੈਨੂੰ ਗੱਲ ਯਾਦ ਆ ਗਈ। ਪਿੱਛੇ ਜੇ ਇੱਕ ਜਦੋਂ ਪ੍ਰਾਈਵੇਟ ਸਕੂਲ ਦੀ ਗੱਲ ਚੱਲੀ, ਕੋਈ ਕਿਸੇ ਪ੍ਰਾਈਵੇਟ ਸਕੂਲ ਚ ਲਾਉਣ ਦੀ ਜਾਂ ਅਧਿਆਪਕਾਂ ਨੂੰ ਪੜ੍ਹਾਉਣ ਦੀ, ਕਹਿੰਦੇ ਯਾਰ ਵੀ ਸਰਕਾਰੀ ਸਕੂਲਾਂ ਦੇ ਅਧਿਆਪਕ ਕਹਿੰਦੇ ਪੜ੍ਹਾਉਂਦੇ ਨਹੀਂ, ਕਹਿੰਦੇ ਘੱਟ ਪੜ੍ਹਾਉਂਦੇ ਆ। ਮੈਂ ਕਿਹਾ ਤੁਸੀਂ ਇਹ ਗੱਲ ਨਾ ਕਹੋ। ਮੈਂ ਉਹਨੂੰ ਇੱਕ ਉਦਾਹਰਨ ਦਿੱਤੀ, ਮੈਂ ਕਿਹਾ ਵੀ ਮੇਰਾ ਆਪਣਾ ਬੇਟਾ ਪ੍ਰਾਈਵੇਟ ਸਕੂਲ ਚ ਪੜ੍ਹਦਾ ਹੈ, ਉੱਥੋਂ ਮੈਂ ਕਿਹਾ ਕੰਮ ਕਿਸ ਤਰ੍ਹਾਂ ਆਉਂਦਾ ਹੈ, ਇੱਕ ਚੈਪਟਰ ਲਿਖ ਕੇ ਭੇਜ ਦਿੱਤਾ ਜਾਂਦਾ, ਚੈਪਟਰ ਨੰਬਰ 7 ਵਿਦਿਆਰਥੀ ਨੂੰ ਪੜ੍ਹਾਇਆ ਜਾਵੇ, ਉਹਦੇ ਵਿੱਚੋਂ ਉਹ ਅਸੀਂ ਪੜ੍ਹਾ ਦਿੰਦੇ ਹਾਂ। ਉਦੋਂ ਬਾਅਦ ਉਹਦੇ ਵਿੱਚੋਂ 5 ਪ੍ਰਸ਼ਨ ਲਿਖ ਕੇ ਭੇਜ ਦਿੱਤੇ ਜਾਂਦੇ ਨੇ ਵੀ ਵਿਦਿਆਰਥੀ ਨੂੰ ਆਹ ਪ੍ਰਸ਼ਨ ਦੇ ਉੱਤਰ ਕਰਵਾਏ ਜਾਣ। ਅਸੀਂ ਉੱਤਰ ਕਰਵਾ ਦਿੰਦੇ ਹਾਂ, ਉੱਤਰ ਕਰਵਾ ਕੇ ਲਿਖ ਦਿੱਤਾ ਜਾਂਦਾ ਹੈ ਕਿ ਇਹਨਾਂ ਦੀ ਮਾਰਕਿੰਗ ਕੀਤੀ ਜਾਵੇ, ਮਾਰਕਿੰਗ ਕਰਕੇ ਉਹਦੀ ਆਂਸਰ ਸ਼ੀਟ ਆ ਜਾਂਦੀ ਹੈ ਉੱਤੋਂ ਵੀ ਇਹਦੇ ਨਾਲ ਇਹਦਾ ਮਿਲਾਨ ਕੀਤਾ ਜਾਵੇ, ਇਹਦੇ ਨੰਬਰ ਲਾ ਲਏ ਜਾਣ, ਤੇ ਨੰਬਰ ਬਾਅਦ ਚ ਅਧਿਆਪਕ ਉੱਥੋਂ ਲੈ ਲੈਂਦੇ ਆ। ਵੀ ਮੈਂ ਮਤਲਬ ਪੜ੍ਹਾਉਣ ਤੋਂ ਲੈ ਕੇ ਉਹਨਾਂ ਦੀ ਇਵੈਲੂਏਸ਼ਨ ਤੱਕ ਦਾ ਕੰਮ ਅਸੀਂ ਘਰੇ ਬੈਠੇ ਕਰ ਰਹੇ ਹਾਂ, ਮਾਪੇ ਕਰ ਰਹੇ ਆ, ਉਹ ਸਿਰਫ ਡਾਟਾ ਕਲੈਕਟ ਕਰ ਰਹੇ ਨੇ। ਤੇ ਇੱਥੋਂ ਤੱਕ ਜਿੱਥੋਂ ਸਾਡੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਵਿਚਾਰੇ ਝੋਨੇ 'ਚ ਮਗਰ ਭੱਜੇ ਫਿਰਦੇ ਨੇ ਵਿਦਿਆਰਥੀਆਂ ਦੇ ਭਾਲ ਦੇ, ਉਹ ਕੋਈ ਝੋਨੇ 'ਚ ਬੈਠੇ ਵਿਦਿਆਰਥੀ ਦਾ ਪੇਪਰ ਲੈ ਰਿਹਾ, ਉਹਨੂੰ ਪੜ੍ਹਾਉਣ ਜਾ ਰਿਹਾ, ਕੋਈ ਕਣਕ ਵੜਦੇ ਨੂੰ ਮਗਰ ਤੁਰਿਆ ਫਿਰਦਾ ਵੀ ਆ ਜਾਓ ਤੈਨੂੰ ਪੜ੍ਹਾ ਦੇ 4 ਅੱਖਰ। ਸੋ ਸਭ ਤੋਂ ਵੱਧ ਸਾਡੀ ਰੀਚ ਤੇ ਪਹੁੰਚ ਦਾ ਮਸਲਾ ਸਾਡੇ ਕੋਲ ਬਣਿਆ ਹੋਇਆ ਕਿ ਸਾਡੇ ਕੋਲ ਬੱਚੇ ਹੀ ਉਹੋ ਜਿਹੇ ਵਿਚਾਰੇ ਜਿਨ੍ਹਾਂ ਦੀਆਂ ਆਪਣੀਆਂ ਮਜਬੂਰੀਆਂ ਨੇ, ਜਿਨ੍ਹਾਂ ਦੀ ਪ੍ਰੋਬਲਮ ਨੇ, ਜਿਹੜੇ ਨੈਟ ਪੈਕ ਨਹੀਂ ਖਰੀਦ ਸਕਦੇ, ਮਤਲਬ ਜਿਨ੍ਹਾਂ ਨੂੰ ਡਾਟੇ ਦਾ ਨਹੀਂ ਆਟੇ ਦਾ ਫਿਕਰ ਜ਼ਿਆਦਾ ਹੈ, ਉਹਨਾਂ ਲਈ ਡਾਟੇ ਨਾਲੋਂ ਆਟਾ ਵੱਧ ਇੰਪੋਰਟੈਂਟ ਹੈ। ਇਸ ਲਈ ਸਾਨੂੰ ਸਭ ਤੋਂ ਵੱਡੀ ਸਮੱਸਿਆ ਅਧਿਆਪਕਾਂ ਨੂੰ ਇਹ ਰਹੀ ਕਿ ਅਸੀਂ ਉਹਨਾਂ ਤੱਕ ਪਹੁੰਚ ਕਿਵੇਂ ਬਣਾਈਏ ਵਿਦਿਆਰਥੀਆਂ ਤੱਕ। ਬਹੁਤ ਵਧੀਆ, ਬਹੁਤ ਵਧੀਆ। ਸੱਚਮੁੱਚ ਜਿਵੇਂ ਉੱਪਰਲਾ ਜਿਹੜਾ ਹੈਗਾ ਕਾਡਰ, ਉਹ ਸਾਡੇ ਤੋਂ ਆਸਾਂ ਉਹਨਾਂ ਦੀਆਂ ਬਹੁਤ ਜ਼ਿਆਦਾ ਨੇ, ਤੇ ਪਰ ਹੇਠੋਂ ਸਾਨੂੰ ਉਵੇਂ ਸਪੋਰਟ ਨਹੀਂ ਮਿਲਦੀ, ਤੇ ਵਿਚਕਾਰ ਅਧਿਆਪਕ ਜਦੋਂ ਪਿਸਦਾ ਹੈ ਤਾਂ ਫਿਰ ਅਧਿਆਪਕ ਇੱਕ ਤਣਾਅ ਦਾ ਸ਼ਿਕਾਰ ਹੁੰਦਾ ਹੈ, ਤੇ ਉਸ ਤਣਾਅ ਨੂੰ ਵੀ ਐਡਰੈਸ ਕਰਨਾ ਜ਼ਰੂਰੀ ਹੈ ਜੇ ਅਸੀਂ ਆਨਲਾਈਨ ਇਸ਼ੂ ਨੂੰ ਐਡਰੈਸ ਕਰ ਰਹੇ ਹਾਂ। ਇਹ ਇੱਕ ਬਹੁਤ ਮਹੱਤਵਪੂਰਨ ਇਸ਼ੂ ਹੈ। ਗੁਰਪ੍ਰੀਤ ਜੀ, ਇਸ ਤੋਂ ਬਾਅਦ ਅਧਿਆਪਕ ਤੋਂ ਬਾਅਦ ਅਗਲਾ ਇਸ਼ੂ ਵਿਦਿਆਰਥੀ ਤੇ ਮਾਪਿਆਂ ਦੇ ਪੱਧਰ ਤੇ ਆ ਰਹੀਆਂ ਮੁਸ਼ਕਲਾਂ ਬਾਰੇ ਹੈ, ਜਿਹਦੇ ਬਾਰੇ ਰੰਗ ਹਰਜਿੰਦਰ ਨੇ ਕੁਝ ਇਸ਼ਾਰੇ ਕੀਤੇ ਨੇ, ਪਰ ਇਹਨਾਂ ਨੇ ਉਹ ਅਧਿਆਪਕ ਦੇ ਪ੍ਰਸੰਗ 'ਚ ਕੀਤੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਸਾਡੇ ਕੋਲੇ ਵਿਦਿਆਰਥੀ ਨੇ ਤੇ ਵਿਦਿਆਰਥੀਆਂ ਦੇ ਮਾਪੇ ਨੇ, ਉਹਨਾਂ ਦੇ ਪੱਧਰ ਤੇ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਨਾਲ ਆਨਲਾਈਨ ਐਜੂਕੇਸ਼ਨ ਇੰਪਲੀਮੈਂਟ ਨਹੀਂ ਹੋ ਰਹੀ ਹੈਗੀ ਪ੍ਰੋਪਰ ਤਰੀਕੇ ਨਾਲ? ਹਾਂਜੀ ਸਰ, ਬਿਲਕੁਲ ਇਸੇ ਤਰ੍ਹਾਂ ਜਿਵੇਂ ਪੇਰੈਂਟਸ, ਟੀਚਰ ਔਰ ਸਟੂਡੈਂਟ, ਅਸੀਂ ਕਹਿੰਦੇ ਇੱਕ ਐਜੂਕੇਸ਼ਨ ਟ੍ਰਾਇਐਂਗਲ ਹੈ।
ਤਿੰਨੋਂ ਹੀ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਆ। ਤੇ ਇਸ ਟਾਈਮ ਪੇਰੈਂਟਸ ਵੀ ਜਿਹੜੇ ਆ ਪੈਰਲਲ ਚੱਲਦੇ ਪਏ ਆ, ਆਨਲਾਈਨ ਐਜੂਕੇਸ਼ਨ, ਦੂਸਰੇ ਪਾਸੇ ਅਧਿਆਪਕ। ਬਿਲਕੁਲ ਸਹੀ ਕਿਹਾ ਸਰ ਨੇ ਕਿ ਜਿਹੜਾ ਅਧਿਆਪਕ ਜੋ ਕਰਦਾ ਬੱਚੇ ਤੱਕ ਜਾ ਹੀ ਰਿਹਾ, ਤੇ ਪੇਰੈਂਟਸ ਨੂੰ ਸਮੱਸਿਆ ਇਹ ਆਉਂਦੀ ਪਈ ਆ, ਜਿਵੇਂ ਜਿਹੜੇ ਵਰਕਿੰਗ ਹੈਗੇ ਆ, ਜਿਹੜੇ ਦਿਹਾੜੀ ਦੱਪੇ ਵਾਲੇ, ਜਿਨ੍ਹਾਂ ਨੇ ਜਾਣਾ, ਉਹਨਾਂ ਨੇ ਆਉਣਾ ਸ਼ਾਮ ਨੂੰ, ਤਾਂ ਉਸ ਟਾਈਮ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਜਿਹੜਾ ਅਸੀਂ ਨਹੀਂ ਆਪਣੇ ਬੱਚਿਆਂ ਨੂੰ ਫੋਨ ਦੇਣਾ, ਤੇ ਫੋਨ 'ਚ ਡਾਟਾ ਨਹੀਂ ਹੈਗਾ, ਜਾਂ ਫੋਨ 'ਚ ਉਸ ਟਾਈਮ ਮੁੱਕ ਗਿਆ, ਜਾਂ ਅਸੀਂ ਉਹਦਾ ਟਾਪ ਅਪ ਜਿਹੜਾ ਉਹ ਨਹੀਂ ਕਰਵਾਇਆ। ਤੇ ਦੂਸਰਾ ਸਭ ਤੋਂ ਵੱਡੀ ਇਸ ਟਾਈਮ ਜਿਹੜੀ ਉਹਨਾਂ ਨੂੰ ਲੱਗੀ ਹੋਈ ਆ, ਉਹ ਇਹ ਕਿ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਬਾਰ-ਬਾਰ ਫੋਨ ਆਉਂਦਾ ਤਾਂ ਇਹ ਘੱਟ ਪੁੱਛਦੇ ਆ ਕਿ ਮੈਡਮ ਜੀ ਅੱਜ ਕੰਮ ਕੀ ਆ, ਇਹ ਪੁੱਛਦੇ ਆ ਸਕੂਲ ਕਦੋਂ ਖੁੱਲਣੇ ਆ। ਸਾਡੇ ਤਾਂ ਬੱਚਿਆਂ ਦਾ ਬਹੁਤ ਬੁਰਾ ਹਾਲ, ਕਿਉਂਕਿ ਉਹਨਾਂ ਨੂੰ ਪੜ੍ਹਾਈ ਨਾਲੋਂ ਜ਼ਿਆਦਾ ਫਿਕਰ ਪਿਆ ਹੋਇਆ ਆਪਣੇ ਬੱਚਿਆਂ ਦੇ ਫਿਊਚਰ ਦਾ। ਬੱਚਿਆਂ ਦੀ ਬੋਲਬਾਣੀ ਬਦਲ ਗਈ, ਉਹਨਾਂ ਦਾ ਬਿਹੇਵੀਅਰ ਬਦਲ ਗਿਆ, ਰਹਿਣ ਸਹਿਣ ਬਦਲ ਗਿਆ, ਚਿੜਚਿੜੇ ਝਗੜਾਲੂ ਹੋ ਗਏ। ਸੋ ਅਗਰ ਫੋਨ ਦਿੰਦੇ, ਦੂਜੇ ਪਾਸੇ ਇਹ ਵੀ ਸਮੱਸਿਆ ਆਉਂਦੀ ਆ, ਫਲਿੱਪ ਸਾਈਡ ਦੇਖੀਏ ਕਿ ਜਿਹੜੇ ਪੇਰੈਂਟਸ ਫੋਨ ਦੇ ਕੇ ਬੱਚਿਆਂ ਨੂੰ ਆਪ ਚਲੇ ਜਾਂਦੇ ਆ ਕਿ ਚਲੋ ਬੱਚੇ ਪੜ੍ਹ ਲੈਣ, ਉੱਥੇ ਫੋਨ ਦਾ ਮਿਸਯੂਜ਼ ਹੋਣ ਲੱਗ ਗਿਆ। ਤਾਂ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਬੱਚਾ ਸ਼ਾਮ ਤੱਕ ਕੀ ਦੇਖਦਾ, ਜਿਹਦੇ ਕਰਕੇ ਅਸੀਂ ਕਹਿੰਦੇ ਆ ਕਿ ਫਿਜ਼ੀਕਲੀ ਸ਼ੋਸ਼ਣ ਜਿਹੜਾ ਬੱਚਿਆਂ ਦਾ, ਕਿਉਂਕਿ ਬੱਚੇ ਨੂੰ ਇਹ ਨਹੀਂ ਪਤਾ ਜਦੋਂ YouTube ਖੁੱਲਦਾ ਹੈ ਕਿ ਉਹਨੇ ਕਿਹੜੀ ਚੀਜ਼ ਉਹਦੇ ਯੋਗ ਆ, ਕਿਹੜੀ ਨਹੀਂ। ਇਹ ਵੀ ਪ੍ਰੋਬਲਮ ਫੀਲਡ ਦੇ ਵਿੱਚ ਐਜ਼ ਅ ਟੀਚਰ ਮੈਂ ਦੇਖੀ ਹੈ। ਪੇਰੈਂਟਸ ਕਹਿੰਦੇ ਆ ਕਿ ਮੈਂ ਤਾਂ ਫੋਨ ਦੇ ਗਈ ਸੀ, ਪਰ ਜਦੋਂ ਸ਼ਾਮ ਨੂੰ ਮੈਂ ਫੋਨ ਕਰਦੀ ਕਿ ਇਹਨੇ ਟੈਸਟ ਕਰਕੇ ਭੇਜਿਆ ਨਹੀਂ, ਤਾਂ ਉਹ ਕਹਿੰਦੇ ਕਿ ਫੋਨ ਤਾਂ ਸਾਰਾ ਦਿਨ ਇਹਦੇ ਕੋਲ ਸੀ। ਸੋ ਬੱਚਿਆਂ ਨੇ, ਉਹਨਾਂ ਨੂੰ ਜਿਹੜਾ ਸਕੂਲ ਦੇ ਨਾਲ ਡਿਸਕਨੈਕਟ ਹੋਣ ਕਰਕੇ ਉਹਨਾਂ ਦੇ ਬਿਹੇਵੀਅਰ 'ਚ ਇੰਨੀ ਜ਼ਿਆਦਾ ਨੈਗੇਟਿਵਿਟੀ ਜਾਂ ਮਿਸਯੂਜ਼ ਕਰਨ ਦੀ ਕੈਪੈਸਿਟੀ ਡਿਵੈਲਪ ਹੋ ਗਈ ਕਿ ਉਹਨਾਂ ਨੇ ਉਹ ਵੀ ਕਰਨਾ ਸ਼ੁਰੂ ਕਰਤਾ। ਸੋ ਪੇਰੈਂਟਸ ਇਸ ਟਾਈਮ ਐਜੂਕੇਸ਼ਨ ਨਾਲੋਂ ਜ਼ਿਆਦਾ ਆਪਣੇ ਬੱਚੇ ਦੇ ਭਵਿੱਖ, ਉਹਦੀ ਪਰਸਨੈਲਿਟੀ, ਉਹਦੇ ਬੋਲਬਾਣੀ ਨੂੰ ਲੈ ਕੇ, ਰਵੱਈਏ ਨੂੰ ਲੈ ਕੇ ਜ਼ਿਆਦਾ ਚਿੰਤਤ ਆ। ਬਿਲਕੁਲ ਬਿਲਕੁਲ ਬਿਲਕੁਲ। ਇਵਨ ਇੱਥੇ ਤੱਕ ਕਿ ਪੇਰੈਂਟਸ ਨੂੰ ਡੇਟੇ ਦੀ ਬਹੁਤ ਪ੍ਰੋਬਲਮ ਹੈ। ਇੱਕ ਫਿਰ ਤਿੰਨ ਬੱਚੇ ਨੇ, ਉਹਨਾਂ 'ਚੋਂ ਕਿਹੜੇ ਨੂੰ ਮੋਬਾਈਲ ਦੇਵੇ, ਕਿਹੜੇ ਨੂੰ ਮੋਬਾਈਲ ਨਾ ਦੇਵੇ। ਉਹਨੇ ਮੋਬਾਈਲ ਆਪ ਵੀ ਯੂਜ਼ ਕਰਨਾ ਹੁੰਦਾ ਹੈ, ਇੱਕੋ ਹੀ ਘਰ ਦੇ ਵਿੱਚ ਮੋਬਾਈਲ ਹੁੰਦਾ ਹੈ। ਸੋ ਬੜੇ ਤਰ੍ਹਾਂ ਦੇ ਮਸਲੇ ਨੇ ਜਿਹੜੇ ਪੇਰੈਂਟਸ, ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਧ ਪਿਸਣ ਵਾਲਾ ਪੁਰਜਾ ਇਸ ਮਸ਼ੀਨ ਦਾ, ਕਿਉਂਕਿ ਪ੍ਰਭਾਵਿਤ ਤਾਂ ਉਹਨੇ ਸਭ ਤੋਂ ਵੱਧ ਹੋਣਾ ਹੁੰਦਾ, ਤੇ ਇਸ ਕਰਕੇ ਮਸਲੇ ਵੀ ਉਹਦੇ ਬਹੁਤ ਜ਼ਿਆਦਾ ਨੇ। ਤੇ ਬੱਚਿਆਂ ਵਾਸਤੇ ਵੀ ਇਹ ਬਹੁਤ ਸਾਰੀਆਂ, ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਵੇਂ ਬੱਚਿਆਂ ਦੇ ਵਿੱਚ ਖਾਸ ਕਿਸਮ ਦਾ ਚਿੜਚਿੜਾਪਣ ਆ ਰਿਹਾ ਹੈ, ਬੱਚਿਆਂ ਨੂੰ ਕੋਲੇ ਬਹੁਤ ਆਪਸ਼ਨਸ ਹੋ ਗਈਆਂ ਤੇ ਉਹਨਾਂ ਆਪਸ਼ਨਾਂ ਦਾ ਮਿਸਯੂਜ਼ ਕਰਦੇ ਨੇ, ਸਾਰੀਆਂ ਗੱਲਾਂ ਹੈਗੀਆਂ ਨੇ। ਸੱਚਮੁੱਚ ਇਹ ਵੱਡੇ ਮਸਲੇ ਨੇ ਜਿਹੜੇ ਅੱਜ ਦੇ ਦੌਰ ਦੇ ਵਿੱਚ ਆਉਣ ਵਾਲੇ ਮਸਲੇ ਨੇ ਆਨਲਾਈਨ ਐਜੂਕੇਸ਼ਨ ਨਾਲ ਜੁੜੇ ਹੋਏ। ਹਾਂਜੀ ਗੁਰਨੈਬ ਜੀ, ਤੁਸੀਂ ਅਧਿਆਪਕ ਵੀ ਹੋ, ਪ੍ਰਬੰਧਕ ਵੀ ਹੋ, ਤੇ ਇਹਨਾਂ ਸਾਰਿਆਂ ਤੋਂ ਵੱਧ ਇੱਕ ਸੰਵੇਦਨਸ਼ੀਲ ਪਰਸਨ ਹੋ, ਸਾਹਿਤਕਾਰ ਹੋ। ਮੈਨੂੰ ਜਿਹੜਾ ਲੱਗਦਾ ਹੁੰਦਾ ਹੈ ਕਿ ਆਨਲਾਈਨ ਪਲੇਟਫਾਰਮਾਂ ਦੇ ਵਿਕਸਿਤ ਹੋਣ ਨਾਲ ਜਿਹੜੇ ਲੋਕ ਪਹਿਲਾਂ ਹੀ ਅਲੱਗ ਥਲੱਗ ਨੇ, ਇੱਕ ਦੂਜੇ ਤੋਂ ਟੁੱਟੇ ਹੋਏ ਨੇ, ਉਹ ਮੇਰੇ ਖਿਆਲ ਦੇ ਵਿੱਚ ਹੋਰ ਆਪਣੇ ਘਰਾਂ ਤੱਕ ਸੀਮਿਤ ਹੋ ਜਾਣਗੇ, ਜਿਹਦੇ ਨਾਲ ਸਮਾਜਿਕ ਚੁਣੌਤੀਆਂ ਜ਼ਿਆਦਾ ਵਧਣਗੀਆਂ, ਮਨੁੱਖ ਪਹਿਲਾਂ ਨਾਲੋਂ ਜ਼ਿਆਦਾ ਇਕੱਲਾ ਹੋਊਗਾ। ਇਹ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਆਨਲਾਈਨ ਐਜੂਕੇਸ਼ਨ ਦਾ ਇਹ ਸਭ ਤੋਂ ਵੱਡਾ ਨੁਕਸਾਨ ਇੱਕ ਭਵਿੱਖ ਦੇ ਵਿੱਚ ਹੋ ਸਕਦਾ ਹੈ? ਬਿਲਕੁਲ ਜੀ, ਜਿਵੇਂ ਆਪਾਂ ਸੀਮਾਵਾਂ ਤੇ ਸੰਭਾਵਨਾਵਾਂ ਦੀ ਗੱਲ ਕਰੀਏ, ਸੀਮਾਵਾਂ ਦੇ ਵਿੱਚ ਇਹ ਬਹੁਤ ਵੱਡਾ ਮਸਲਾ ਹੈ ਜਿਹੜਾ ਤੁਸੀਂ ਸਵਾਲ ਦੇ ਰੂਪ ਦੇ ਵਿੱਚ ਸਾਂਝਾ ਕੀਤਾ, ਕਿ ਜੇ ਅਸੀਂ ਸੁਸਾਇਟੀ ਨੂੰ ਹੁਣ ਉਸ ਪੱਖ ਤੋਂ ਦੇਖੀਏ ਜਾਂ ਉਸ ਐਂਗਲ ਤੋਂ ਦੇਖੀਏ, ਤਾਂ ਬੜੀਆਂ ਸਾਰੀਆਂ ਸਮੱਸਿਆਵਾਂ ਇਸ ਆਨਲਾਈਨ ਸਿੱਖਿਆ ਤੋਂ ਬਿਨਾਂ ਵੀ ਸੁਸਾਇਟੀ ਵਾਸਤੇ ਬੜੀਆਂ ਦਰਪੇਸ਼ ਨੇ, ਜਿਨ੍ਹਾਂ ਦੇ ਵਿੱਚ ਮਤਲਬ ਸਾਡੇ ਰਿਸ਼ਤੇ ਨਾਤੇ ਲਾ ਲਓ, ਸਾਡੀਆਂ ਮਿਲਣੀਆਂ ਲਾ ਲਓ, ਸਾਡੇ ਆਪਸੀ ਸੰਬੰਧ ਲਾ ਲਓ, ਬੜਾ ਕੁਛ ਹੈ ਜਿਹੜਾ ਪਹਿਲੇ ਸੀਮਿਤ ਹੋ ਚੁੱਕਿਆ ਹੈ, ਬਹੁਤ ਜ਼ਿਆਦਾ ਸੀਮਿਤ ਹੋ ਚੁੱਕਿਆ, ਤੇ ਉਸ ਤਰੀਕੇ ਦਾ ਵਿਚਰਨ ਵਿੱਚ ਢੰਗ ਸਾਡਾ ਹੋ ਚੁੱਕਿਆ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਮੈਡਮ ਗੁਰਪ੍ਰੀਤ ਨੇ ਗੱਲ ਕੀਤੀ ਹੈ ਕਿ ਇੱਕ ਬੱਚਾ ਜਦੋਂ ਫੋਨ ਫੜ ਕੇ ਬੈਠਾ ਰਹਿੰਦਾ ਹੈ, ਤਾਂ ਅਸੀਂ ਬਾਹਰਲੇ ਸੰਬੰਧਾਂ ਜਾਂ ਸੁਸਾਇਟੀ ਨਾਲ ਸੰਬੰਧਾਂ ਦੀ ਗੱਲ ਤਾਂ ਬਾਅਦ ਚ ਕਰਾਂਗੇ, ਉਹ ਆਪਣੇ ਮਾਪਿਆਂ ਨੂੰ ਨਹੀਂ ਬੁਲਾਉਂਦਾ ਸਾਰਾ ਦਿਨ। ਉਹਦੇ ਵਾਸਤੇ ਇੱਕ ਫੋਨ ਚਾਹੀਦਾ ਹੈ, ਬਸ ਉਹ ਬੈਠਾ ਹੈ ਜਾਂ ਜਿੱਥੇ ਵੀ ਬੈਠਾ ਹੈ, ਮੰਜੇ ਤੇ ਬੈਠਾ ਹੈ, ਉਹਨੇ ਸਾਰਾ ਦਿਨ ਉਸ ਦੇ ਵਿੱਚ ਵੜਿਆ ਰਹਿਣਾ, ਤੇ ਉਹਨੂੰ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ, ਆਲੇ ਦੁਆਲੇ ਨਾਲ ਸਾਡੇ ਘਰੇ ਕੀ ਹੋ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਮੰਮੀ ਨੇ ਕੀ ਕਿਹਾ, ਪਾਪਾ ਨੇ ਕੀ ਕਿਹਾ। ਮਤਲਬ ਇਹੀ ਚੀਜ਼, ਜਿਹੜੀ ਚੀਜ਼ ਸਾਡੇ ਬੱਚਿਆਂ ਦੇ ਵਿੱਚ ਪੈਦਾ ਹੋਊਗੀ, ਉਹੀ ਜਾ ਕੇ ਅੱਗੇ ਸੁਸਾਇਟੀ ਨੇ ਉਹਦਾ ਸਾਹਮਣਾ ਕਰਨਾ ਹੈ। ਸੋ ਸੁਸਾਇਟੀ ਦੇ ਵਿੱਚ ਇਹ ਚੀਜ਼ਾਂ ਵਿਚਰਨੀਆਂ, ਤਾਂ ਉਹਨਾਂ ਨੂੰ ਮਤਲਬ ਇਕੱਲਤਾ ਤੇ ਫੋਨ ਤੇ ਨੈਟ ਇੰਨਾ ਜ਼ਿਆਦਾ ਪ੍ਰਭਾਵਿਤ ਕਰਨ ਲੱਗ ਗਿਆ ਕਿ ਉਹਨਾਂ ਨੂੰ ਐ ਵੀ ਇਹਦੇ ਤੋਂ ਬਿਨਾਂ ਦੁਨੀਆ ਹੋਰ ਕੁਛ ਨਹੀਂ ਹੈ, ਇਹਦੇ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ ਸਾਡਾ। ਸੋ ਇਸ ਤਰੀਕੇ ਦੀ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ, ਜਾਂ ਆਪਾਂ ਜਿਵੇਂ ਸਰ ਕਮੈਂਟ ਕਰ ਰਹੇ ਸੀਗੇ ਆਪਣੇ ਚੈਟ ਦੇ ਵਿੱਚ ਵੀ, ਸਿੱਖਿਆ ਦੀ ਗੱਲ ਕਰੀਏ ਜਾਂ ਵਿੱਦਿਆ ਦੀ ਗੱਲ ਕਰੀਏ, ਸੋ ਦੋਨੇ ਚੀਜ਼ਾਂ ਦਾ ਵੱਖਰਾ ਵੱਖਰਾ ਕਨਸੈਪਟ ਹੈ। ਸੁਸਾਇਟੀ ਨੂੰ ਸੰਵੇਦਨਸ਼ੀਲ ਹੋਣ ਵਾਸਤੇ, ਸਮਾਜ ਨੂੰ ਉਸ ਤਰੀਕੇ ਦੇ ਨਾਲ ਚਲਾਉਣ ਵਾਸਤੇ, ਸਾਡੀਆਂ ਮਿਲਣੀਆਂ, ਸਾਡੇ ਰਿਸ਼ਤੇ ਨਾਤੇ, ਸਾਡੇ ਆਪਸੀ ਸੰਬੰਧ, ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈ।
ਇਹ ਇੱਕ ਸਪੋਰਟਿਵ ਸਾਧਨ ਤਾਂ ਹੋ ਸਕਦਾ ਸਾਡੇ ਵਾਸਤੇ ਐਜੂਕੇਸ਼ਨ, ਪਰ ਇਹ ਜੇ ਆਪਾਂ ਕਹੀਏ ਕਿਸੇ ਸਾਡੀ ਸੰਸਥਾ ਦਾ ਬਦਲ ਹੈ, ਸਾਡੇ ਅਧਿਆਪਕ ਦਾ ਬਦਲ ਹੈ, ਉਹ ਚੀਜ਼ਾਂ ਨਹੀਂ ਹੈਗੀਆਂ। ਇਹਨੂੰ ਹਾਂ ਇੱਕ TLM ਦੇ ਤੌਰ ਤੇ ਭਵਿੱਖ ਦੇ ਵਿੱਚ ਜ਼ਰੂਰ ਵਰਤੋਂ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਨੂੰ, ਕਿਉਂਕਿ ਅਸੀਂ ਦੇਖਦੇ ਹਾਂ ਕਿ ਮਲਟੀਮੀਡੀਆ ਦੇ ਯੁੱਗ ਦੇ ਵਿੱਚ ਬੱਚੇ ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ, ਬਹੁਤ ਜ਼ਿਆਦਾ ਬੱਚਾ ਰੌਚਕ ਤਰੀਕੇ ਨਾਲ ਇਹਨਾਂ ਤੋਂ ਸਿੱਖਦਾ ਹੈ। ਪਰ ਸਿੱਖਦਾ ਤਾਂ ਜੇ ਮਤਲਬ ਇੱਕ ਅਗਵਾਈ ਦੇ ਵਿੱਚ ਸਿੱਖੇ। ਸਾਰਾ ਕੁਝ ਬੱਚੇ ਦੇ ਆਪਣੇ ਹੱਥ ਦੇ ਵਿੱਚ ਹੈ ਤਾਂ ਵਿਰੋਧੀ ਮਰਜ਼ੀ ਹੈ ਕਿ ਕੀ ਦੇਖਣਾ ਜਾਂ ਨਹੀਂ ਦੇਖਣਾ, ਪੇਪਰ ਕਰਨ ਦੇ ਬਹਾਨੇ ਗੇਮ ਖੇਡਣੀ ਹੈ ਜਾਂ ਕੀ ਕਰਨਾ ਹੈ। ਸੋ ਇਦਾਂ ਦੇ ਹਾਲਾਤ ਤੇ ਖਾਸ ਕਰਕੇ ਸੁਸਾਇਟੀ ਵਾਸਤੇ ਬਹੁਤ ਚੁਣੌਤੀਜਨਕ ਸਥਿਤੀਆਂ ਨੇ। ਇਸ ਤੋਂ ਪਹਿਲਾਂ ਵੀ ਨੇ, ਸਾਡੀ ਆਨਲਾਈਨ ਸਿੱਖਿਆ ਤੋਂ ਪਹਿਲਾਂ ਵੀ, ਜਦੋਂ ਦਾ ਅਸੀਂ ਮਤਲਬ ਸੁਸਾਇਟੀ ਦੇ ਵਿਕਾਸ ਦੀ ਗੱਲ ਕਰਦੇ ਹਾਂ ਜਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਵੱਡੇ ਪਰਿਵਾਰਾਂ ਦੇ ਟੁੱਟਣ ਦੀ ਗੱਲ ਕਰਦੇ ਹਾਂ, ਛੋਟੇ ਪਰਿਵਾਰਾਂ ਦੇ ਆਉਣ ਦੀ ਗੱਲ ਕਰਦੇ ਹਾਂ, ਬੜੇ ਵੱਡੇ ਮਸਲੇ ਆ ਜਿਹੜੇ ਪਹਿਲਾਂ ਹੀ ਮਤਲਬ ਇਸ ਪਾਸੇ ਨੂੰ ਅਸੀਂ ਤੁਰੇ ਹੋਏ ਹਾਂ। ਤੇ ਇਹ ਇੱਕ ਹੋਰ ਵੱਡੀ ਸੀਮਾ ਬਣ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆਨਲਾਈਨ ਸਿੱਖਿਆ ਸਾਡੇ ਵਾਸਤੇ, ਸਾਡੇ ਸਮਾਜ ਵਾਸਤੇ, ਕਿ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ, ਇੱਕ ਦੂਜੇ ਦੇ ਰਿਸ਼ਤੇ ਨਾਤੇ, ਇੱਕ ਦੂਜੇ ਦਾ ਮੋਹ ਪਿਆਰ ਹੈ ਜਿਹੜਾ ਮਤਲਬ ਸਿਰਫ ਫੋਨ ਦੇ ਵਿੱਚ ਸੀਮਿਤ ਹੋ ਕੇ ਜਾਂ ਨੈਟ ਦੇ ਵਿੱਚ ਸੀਮਿਤ ਹੋ ਕੇ ਜਾਂ ਇੱਕ ਸਾਧਨ ਦੇ ਉੱਤੇ ਹੀ ਸੀਮਿਤ ਹੋ ਕੇ ਬਾਕੀ ਆਲੇ ਦੁਆਲੇ ਨੂੰ ਅਸੀਂ ਮਤਲਬ ਬਿਲਕੁਲ ਹੀ ਭੁਲਾ ਦਈਏ ਜਾਂ ਉਹ ਕਰ ਦਈਏ। ਇਸ ਕਰਕੇ ਇਹ ਇੱਕ ਅਗਵਾਈ ਦੇ ਵਿੱਚ, ਇੱਕ ਦਿਸ਼ਾ ਨਿਰਦੇਸ਼ ਦੇ ਵਿੱਚ ਚਲਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਨਾ ਕਿ ਉਹ ਐਂ ਸਿੱਟ ਦਿੱਤਾ ਜਾਵੇ ਕਿ ਦੇਖੋ ਜੀ ਆਨਲਾਈਨ ਸਿੱਖਿਆ ਹੋ ਰਹੀ ਹੈ, ਪੜ੍ਹੀ ਜਾਓ ਜਿਹਨੇ ਪੜ੍ਹਨਾ। ਸੋ ਇਸ ਤਰੀਕੇ ਨੂੰ ਪੂਰਾ ਜੀ 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 ਸੱਚਮੁੱਚ ਇੱਕ ਬਹੁਤ ਵੱਡਾ ਪਰਸਪੈਕਟਿਵ ਹੈ ਜਿਹੜਾ ਆਪਾਂ ਟੱਚ ਕੀਤਾ ਇੱਥੇ। ਤੇ ਮੈਨੂੰ ਇਹ ਲੱਗਦਾ ਜਿਹੜੀਆਂ ਗੱਲਾਂ ਗੁਰਰੈਬ ਨੇ ਕੀਤੀਆਂ ਨੇ, ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਮੂਹਕ ਸੰਘਰਸ਼ ਨੇ ਜਿਹੜੇ ਉਹਨਾਂ ਤੇ ਵੀ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਲੱਗਣਗੇ, ਕਿਉਂਕਿ ਇਹਨਾਂ ਨੇ ਅਧਿਆਪਕਾਂ ਨੂੰ, ਮੁਲਾਜ਼ਮਾਂ ਨੂੰ, ਵਿਦਿਆਰਥੀਆਂ ਨੂੰ ਫਿਜ਼ੀਕਲੀ ਇੱਕ ਦੂਜੇ ਨਾਲ ਜੁੜਨ ਦੇ ਮੌਕੇ ਖਤਮ ਕਰ ਦੇਣੇ ਨੇ। ਜੇ ਆਪਾਂ ਅੱਜ ਗੱਲ ਕਰਦੇ ਹਾਂ ਕਿ JNU ਯੂਨੀਵਰਸਿਟੀ ਦੇ ਵਿਦਿਆਰਥੀ ਬੜੇ ਸਟਰਗਲ ਕਰਦੇ ਨੇ, ਕੱਲ ਨੂੰ ਇਹੋ ਜਿਹੇ ਪਲੇਟਫਾਰਮ ਵਿਕਸਿਤ ਕੀਤੇ ਜਾ ਰਹੇ ਨੇ ਕਿ ਬੱਚੇ ਇਕੱਠੇ ਹੀ ਨਾ ਹੋ ਸਕਣ ਕਿਤੇ। ਜੇ ਇਕੱਠੇ ਨਹੀਂ ਹੋ ਸਕਣਗੇ ਤਾਂ ਕੋਈ ਆਰਗੇਨਾਈਜੇਸ਼ਨ ਨਹੀਂ ਡਿਵੈਲਪ ਹੋ ਸਕੂਗੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਲੋਕਾਂ ਨੂੰ ਇਸ ਪਾਸੇ ਲਿਜਾ ਕੇ ਇੰਨਾ ਕੁ ਇਕੱਲਾ ਕਰ ਦੇਣਗੀਆਂ ਕਿ ਲੋਕ ਕਿਸੇ ਵੀ ਮਸਲੇ ਤੇ ਯੂਨਾਈਟ ਨਹੀਂ ਹੋ ਸਕਣਗੇ। ਇਹ ਇੱਕ ਵੱਡਾ ਜਿਹੜਾ ਖਲਾਅ ਆਉਣ ਵਾਲੇ ਸਮੇਂ 'ਚ ਪੈਦਾ ਹੋਣਾ ਹੈ, ਜਿਹਦੇ ਵਿੱਚ ਸਮੂਹਕ ਤੌਰ ਤੇ ਜੁੜ ਕੇ ਇੱਕ ਦੂਜੇ ਦੇ ਨਾਲ ਮਸਲੇ ਸਾਂਝੇ ਕਰਨਾ, ਸੰਘਰਸ਼ ਕਰਨਾ, ਵੱਡੀਆਂ ਪ੍ਰਾਪਤੀਆਂ ਕਰਨੀਆਂ, ਇਹਨਾਂ ਮਸਲਿਆਂ ਤੇ ਵੀ ਆਉਣ ਵਾਲੇ ਸਮੇਂ 'ਚ ਵੱਡੇ ਸਵਾਲ ਖੜੇ ਹੋਣੇ ਨੇ। ਇਹ ਆਨਲਾਈਨ ਜਿਹੜੇ ਕਨਸੈਪਟਾਂ ਦੇ ਨਾਲ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਆਪਣੀ ਇਸ ਡਿਬੇਟ ਦਾ ਆਖਰੀ ਸਵਾਲ ਮੈਂ ਕਰ ਰਿਹਾ ਸੁਰੇਸ਼ ਜੀ ਨੂੰ, ਉਸ ਤੋਂ ਬਾਅਦ ਅਸੀਂ ਕੁਝ ਸਵਾਲ ਜੇ ਚਾਹਣਗੇ ਸਾਡੇ ਆਡੀਅנס ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਗੁਰਨੈਬ ਨੇ ਸੁਰੇਸ਼ ਜੀ ਕੁਝ ਗੱਲਾਂ ਨੂੰ ਟੱਚ ਕੀਤਾ ਕਿ ਅਗਲੇ ਸਮੇਂ ਦੇ ਵਿੱਚ ਕਿੰਨੇ ਕੁ ਨੈਗੇਟਿਵ ਪ੍ਰਭਾਵ ਜਿਹੜੇ ਇਹਦੇ ਦੂਰ ਅਸੀਂ ਸਿੱਟੇ ਜਿਹੜੇ ਆਉਣਗੇ। ਇਹਦਾ ਇੱਕ ਸਿੱਟਾ ਇਹ ਵੀ ਨਿਕਲਦਾ ਹੈ ਕਿ ਸਰਕਾਰਾਂ ਆਉਣ ਵਾਲੇ ਸਮੇਂ ਦੇ ਵਿੱਚ, ਸਰਕਾਰਾਂ ਕਹਿ ਲਓ ਜਾਂ ਪ੍ਰਾਈਵੇਟ ਸੈਕਟਰ ਕਹਿ ਲਓ, ਇਹਨੂੰ ਆਫਲਾਈਨ ਸਿੱਖਿਆ ਦਾ ਇੱਕ ਬਦਲ ਦੇ ਤੌਰ ਤੇ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਗੀਆਂ, ਜਿਹਦੇ ਵਿੱਚ ਬਹੁਤ ਸਾਰਾ ਇਨਫਰਾਸਟ੍ਰਕਚਰ ਖਤਮ ਹੋਊਗਾ, ਬਹੁਤ ਸਾਰੇ ਅਧਿਆਪਕਾਂ ਦੀਆਂ ਜਾਂ ਮੁਲਾਜ਼ਮਾਂ ਦੀਆਂ ਪੋਸਟਾਂ ਖਤਮ ਹੋਣਗੀਆਂ। ਕੰਪਨੀਆਂ ਦੇ ਵਿੱਚ ਇਹ ਵਰਤਾਰੇ ਸ਼ੁਰੂ ਹੋ ਚੁੱਕੇ ਨੇ, 100 ਬੰਦਿਆਂ ਦੀ ਥਾਂ ਤੇ ਇੱਕ ਬੰਦਾ ਕੰਮ ਕਰ ਰਿਹਾ, ਤੇ 50 ਕਮਰਿਆਂ ਵਾਲੀਆਂ ਬਿਲਡਿੰਗਾਂ ਦੀਆਂ ਥਾਂ ਤੇ ਉਹਨਾਂ ਨੇ 5 ਕਮਰੇ ਵਾਲੀਆਂ ਬਿਲਡਿੰਗਾਂ ਹਾਇਰ ਕਰ ਲਈਆਂ ਤੇ ਵੱਡੀਆਂ ਬਿਲਡਿੰਗਾਂ ਖਤਮ ਕਰਤੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਲੋਕਾਂ ਨੂੰ ਇਕੱਠੇ ਨਹੀਂ ਕਰਨਾ ਹੈਗਾ। ਇਹ ਇੱਕ ਵੱਡਾ ਹੋਰ ਤਰ੍ਹਾਂ ਦਾ ਨੁਕਸਾਨ ਜਿਹੜਾ ਸਾਨੂੰ ਲੱਗਦਾ ਹੈ ਕਿ ਆਨਲਾਈਨ ਪਲੇਟਫਾਰਮਾਂ ਦਾ ਹੋਣਾ ਹੈ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਡਾਕਟਰ ਸਾਹਿਬ, ਜਿਸ ਤਰ੍ਹਾਂ ਆਪ ਜੀ ਨੇ ਕਿਹਾ ਔਰ ਗੁਰਨਾਬ ਜੀ ਨੇ ਕਿਹਾ, ਇਹ ਬਿਲਕੁਲ ਆਉਣ ਵਾਲੇ ਸਮੇਂ ਦਾ ਸੱਚ ਹੈ। ਇਹਦੇ ਵਿੱਚ ਅਗਰ ਅਸੀਂ ਆਨਲਾਈਨ ਐਜੂਕੇਸ਼ਨ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਐਡ ਆਨ ਕਰ ਦਿੰਦੇ ਹਾਂ, ਤਾਂ ਅਗਰ ਉਸ ਤਰ੍ਹਾਂ ਦੀਆਂ ਅਸੀਂ ਸੰਭਾਵਨਾਵਾਂ ਦੇਖਦੇ ਹਾਂ, ਅਗਰ ਅੱਜ ਕੱਲ੍ਹ ਤਾਂ ਕਾਰਾਂ ਦਾ ਵੀ ਉਹ ਦੌਰ ਆ ਗਿਆ ਜਿਹਦੇ ਵਿੱਚ ਡਰਾਈਵਰ ਹੀ ਨਹੀਂ ਹੈਗਾ, ਡਰਾਈਵਰ ਵਾਲੀ ਸੀਟ ਤੇ ਵੀ ਬੰਦਾ ਬੈਠ ਕੇ ਆਪਣੇ ਕੰਪਿਊਟਰ ਤੇ ਆਪਣਾ ਆਫਿਸ ਨੂੰ ਮੇਨਟੇਨ ਕਰ ਸਕਦਾ, ਘਰ ਦੇ ਜਾਂ ਕੋਈ ਵੀ ਕੰਮ ਕਰ ਸਕਦਾ। ਇਸ ਤਰ੍ਹਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਸਾਰੀਆਂ ਚੁਣੌਤੀਆਂ ਤਾਂ ਹੈ ਹੀ ਹਨ, ਪਰ ਇਹਨਾਂ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਸ ਤਰ੍ਹਾਂ ਦੇ ਦੌਰ ਦੇ ਵਿੱਚ ਅਸੀਂ ਜੀ ਰਹੇ ਹਾਂ ਤੇ ਜਿਸ ਤਰ੍ਹਾਂ ਦੇ ਦੌਰ ਦੇ ਵਿੱਚ ਜਿਨ੍ਹਾਂ ਸਰਕਾਰਾਂ ਤੇ ਜਿਨ੍ਹਾਂ ਪ੍ਰਾਈਵੇਟ ਅਦਾਰਿਆਂ ਨੇ ਉਹਨਾਂ ਸਮਾਜ ਨੂੰ ਚਲਾ ਰਹੇ ਨੇ, ਤਾਂ ਸਰਕਾਰਾਂ ਨੂੰ ਚਲਾ ਰਹੇ ਨੇ, ਤੇ ਉਹ ਤਾਂ ਬਿਲਕੁਲ ਹੀ ਲੋਕ ਪੱਖੀ ਜੋ ਪਹਿਲਾਂ ਗੱਲ ਹੋਇਆ ਕਰਦੀ ਸੀ, ਜਿਸ ਤਰ੍ਹਾਂ ਦਾ ਆਪ ਜੀ ਨੇ ਜ਼ਿਕਰ ਕੀਤਾ ਵੀ ਲੋਕਾਂ ਨੂੰ ਇਕੱਠ ਤੋਂ ਅਲੱਗ ਕਰ ਦਿਓ ਤੇ ਉਹ ਆਪਣੀ ਗੱਲ ਵੀ ਇਕੱਠੇ ਹੋ ਕੇ ਕਹਿ ਨਾ ਸਕਣ, ਉਹ ਤਾਂ ਇਹਨਾਂ ਦਾ ਚੱਲ ਹੀ ਰਿਹਾ ਤੇ ਆਉਣ ਵਾਲੇ ਸਮੇਂ ਤੇ ਇਹ ਚੱਲਦਾ ਵੀ ਰਹੇਗਾ। ਲੇਕਿਨ ਜਿਸ ਗੱਲ ਤੇ ਅਸੀਂ ਜ਼ਿਕਰ ਕਰ ਰਹੇ ਸੀ ਜਾਂ ਜਿਸ ਚਰਚਾ ਤੇ ਅੱਜ ਜ਼ਿਕਰ ਹੋ ਰਿਹਾ, ਉਹਦੇ ਵਿੱਚ ਜਿੱਥੇ ਆਪਾਂ ਗੱਲ ਕਰਦੇ ਹਾਂ ਵੀ ਇਹਦੀਆਂ ਆਨਲਾਈਨ ਐਜੂਕੇਸ਼ਨ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਕਿਆ ਹੈਗੀਆਂ, ਅਸੀਂ ਅਗਰ ਇਸ ਨੂੰ ਇੱਥੇ ਤੱਕ ਲਿਮਿਟ ਕਰਕੇ ਗੱਲ ਦੇਖਦੇ ਹਾਂ ਤਾਂ ਮੈਨੂੰ ਸਿਰਫ ਇੰਨਾ ਕੀ ਲੱਗਦਾ ਹੈ ਕਿ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਹੈਗੀਆਂ ਆਨਲਾਈਨ ਐਜੂਕੇਸ਼ਨ ਦੀਆਂ, ਇਹ ਸੀਮਾਵਾਂ 'ਚ ਹੀ ਹੈਗੀਆਂ। ਲਿਮਿਟਿਡ ਯੂਜ਼ ਆਫ ਦਾ ਟੈਕਨੋਲੋਜੀ ਇਨ ਐਜੂਕੇਸ਼ਨ, ਇਹੀ ਇਹਦੀ ਸੰਭਾਵਨਾ ਹੈਗੀ ਹੈ।
ਪਹਿਲਾਂ ਅਸੀਂ ਇੱਕ ਸਬਜੈਕਟ ਪੜ੍ਹਿਆ ਕਰਦੇ ਸੀਗੇ ਐਜੂਕੇਸ਼ਨ ਟੈਕਨੋਲੋਜੀ। ਉਹਦਾ ਮਤਲਬ ਹੋਇਆ ਕਰਦਾ ਸੀ ਵੀ ਯੂਜ਼ ਆਫ ਦਾ ਟੈਕਨੋਲੋਜੀ ਇਨ ਦਾ ਐਜੂਕੇਸ਼ਨ, ਮਤਲਬ ਉਹ ਟੈਕਨੋਲੋਜੀ ਦਾ ਕਿੰਨਾ ਕੁ ਯੂਜ਼ ਐਜੂਕੇਸ਼ਨ ਦੇ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਜਿਹੜਾ ਐਜੂਕੇਸ਼ਨ ਹੈ ਇਹ ਹਮੇਸ਼ਾ ਟੂ ਵੇ ਕਮਿਊਨੀਕੇਸ਼ਨ ਤਾਂ ਰਹੇਗਾ। ਜਿੱਥੇ ਤੱਕ ਐਜੂਕੇਸ਼ਨ ਦੀ ਗੱਲ ਰੰਗ ਹਰਜਿੰਦਰ ਜੀ ਨੇ ਕੀਤੀ ਸੀਗੀ, ਉਹ ਹੈ ਕਿ ਮੋਡੀਫਿਕੇਸ਼ਨ ਆਫ ਦਾ ਬਿਹੇਵੀਅਰ ਆਫ ਏ ਪਰਸਨ। ਐਜੂਕੇਸ਼ਨ ਦਾ ਮਤਲਬ ਇਹ ਨਹੀਂ ਹੈ 2 ਦਿਨ 4 ਤੇ ਕੋਈ ਪਹਾੜੇ ਉਹਨਾਂ ਨੇ ਕਰ ਲਿਆ ਜਾਂ ਉਹ ਕਰ ਲਿਆ। ਇਹਦਾ ਮਤਲਬ ਉਹਦੇ ਵਿਵਹਾਰ ਦੇ ਵਿੱਚ, ਜੀਣ ਦੇ ਅੰਦਾਜ਼ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਜਦੋਂ ਉਹਨੇ ਜ਼ਿੰਦਗੀ ਜੀਣੀ ਹੈ। ਇਹ ਹਮੇਸ਼ਾ ਚੀਜ਼ਾਂ ਟੂ ਵੇ ਕਮਿਊਨੀਕੇਸ਼ਨ ਦੇ ਵਿੱਚ ਰਹਿਣਗੀਆਂ, ਜਿੱਥੇ ਦੱਸਣ ਵਾਲਾ ਵੀ ਹੋਏਗਾ ਤੇ ਜਿਹਨੂੰ ਜਿਹਨੇ ਦੱਸਣਾ ਉਹ ਵੀ ਆਮੇ ਸਾਹਮਣੇ ਹੋਣਗੇ। ਉਸ ਤੋਂ ਬਿਨਾਂ ਪੋਸੀਬਿਲਿਟੀ ਬੜੀ ਘੱਟ ਹੈ। ਅਗਰ ਤੁਸੀਂ ਵੈਸੇ ਹੀ ਅਗਰ ਆਪਣੇ ਸਮਾਜ ਦੇ ਵਿੱਚ ਉਦਾਹਰਨ ਇਕਲਵਿਆ ਦੀ ਲੈ ਲੈਂਦੇ ਆ, ਉਹ ਵੀ ਸ਼ਾਇਦ ਉਹ ਪਹਿਲੀ ਆਨਲਾਈਨ ਐਜੂਕੇਸ਼ਨ ਦਾ ਇੱਕ ਉਦਾਹਰਨ ਹੋਏਗਾ ਜਿਹਦਾ ਤੁਸੀਂ ਨਤੀਜਾ ਵੀ ਦੇਖਿਆ ਸੀ ਕਿ ਜਿੱਥੇ ਉਹਨੇ ਐਜੂਕੇਸ਼ਨ ਉਹਨਾਂ ਨੂੰ ਆਨਲਾਈਨ ਹੀ ਪ੍ਰਾਪਤ ਕੀਤੀ, ਗੁਰੂ ਨੂੰ ਦੂਰ ਰੱਖ ਕੇ ਸਾਰਾ ਕੁਝ ਹੋਇਆ। ਉਹ ਪਹਿਲਾਂ ਹੋ ਸਕਦਾ, ਮੈਨੂੰ ਏਦਾਂ ਲੱਗਦਾ ਹੈ। ਤੇ ਉਹਦੇ ਵਿੱਚ ਉਹਨੂੰ ਆਪਣੀ ਜਿਹੜੀ ਕੀਮਤ ਹੈ ਉਹ ਆਪਣੇ ਅੰਗੂਠੇ ਨਾਲ ਦੇਣੀ ਪਈ ਹੈ, ਤੇ ਤੁਸੀਂ ਜਾਣਦੇ ਹੋ ਅੰਗੂਠੇ ਦੀ ਕੀਮਤ ਕਿੰਨੀ ਵੱਡੀ ਉਤਾਰਨੀ ਪਈ ਹੈ ਇਕਲਵਿਆ ਨੂੰ। ਤੇ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਸੰਭਾਵਨਾਵਾਂ ਤਾਂ ਇਹ ਸਾਰੀਆਂ ਹੈਗੀਆਂ, ਲੇਕਿਨ ਜਦੋਂ ਅਸੀਂ ਟੈਕਨੋਲੋਜੀ ਦਾ ਯੂਜ਼ ਐਜੂਕੇਸ਼ਨ ਦੇ ਵਿੱਚ ਕਰਦੇ ਹਾਂ ਤਾਂ ਇਹਦੀ ਸੰਭਾਵਨਾ ਸੀਮਾ ਦੇ ਵਿੱਚ ਹੈਗੀ ਹੈ, ਲਿਮਟਿਡ ਯੂਜ਼ ਦੇ ਵਿੱਚ ਹੈਗੀ ਹੈ। ਜਦ ਤੱਕ ਅਸੀਂ ਇਸਨੂੰ ਲਿਮਟਿਡ ਯੂਜ਼ ਦੇ ਵਿੱਚ, ਕਿਉਂਕਿ ਅਗਰ ਅੱਜ ਆਪ ਜੀ 4 ਸਿਰ ਜੁੜ ਕੇ ਬੈਠੇ ਹੋ, ਇਹਨਾਂ ਗੱਲਾਂ ਤੇ ਵਿਚਾਰ ਵਟਾਂਦਰਾ ਕਰ ਰਹੇ ਹੋ, ਇਹ ਹੋਪਫੁਲੀ ਕੱਲ ਨੂੰ, ਕਿਉਂਕਿ ਦੁਆਵਾਂ ਦਾ ਬੜਾ ਅਸਰ ਹੋਇਆ ਕਰਦਾ ਹੈ। ਤੁਸੀਂ ਸੱਚੇ ਮਨੋਂ ਅਗਰ ਗੁਰਨਾਮ ਜੀ ਦੀ ਗੱਲ ਕਰਦੇ ਹੋ ਵੀ ਸਾਹਿਤਕਾਰ ਵੀ ਹੈ, ਬੜੀ ਸੰਵੇਦਨਸ਼ੀਲਤਾ ਦੇ ਨਾਲ ਉਹ ਸਮਾਜ ਦੇ ਸਾਰੇ ਮਸਲਿਆਂ ਨਾਲ ਵਿਚਰਦਾ ਹੈ। ਬਾਕੀ ਵੀ ਅਧਿਆਪਕ ਪੇਸ਼ੇ ਵਾਲੇ ਜਿੰਨੇ ਵੀ ਵਿਅਕਤੀ ਬੈਠੇ ਆ, 1 ਤੋਂ 2 4 5 6 8 10 ਇਹ ਦੁਆਵਾਂ ਵੀ ਨਾਲ ਹੀ ਨਾਲ ਕੰਮ ਕਰ ਰਹੀਆਂ। ਤੇ ਇਹਨਾਂ ਦੇ ਨਾਲ ਅਸਰ ਇਹ ਹੋਣ ਵਾਲਾ ਤਾਂ ਇਹ ਹੈ ਕਿ ਬਹੁਤ ਜਲਦੀ ਤਾਂ ਸਾਰਾ ਕੁਝ ਨਹੀਂ ਬਦਲ ਜਾਣ ਵਾਲਾ, ਤੇ ਨਾ ਹੀ ਬਹੁਤ ਜਲਦੀ ਸਾਰਾ ਕੁਝ ਬਦਲਿਆ ਗਿਆ ਹੈ। ਪੂਰੀ ਕਾਇਨਾਤੀ ਅਗਰ ਆਪਾਂ ਉਸ ਇਤਿਹਾਸ ਦੇ ਵਿੱਚੋਂ ਦੇਖਦੇ ਹਾਂ, ਗੱਲਾਂ ਤਾਂ ਬਹੁਤ ਕੀਤੀਆਂ ਗਈਆਂ। ਅਗਰ ਅਸੀਂ ਇਸੇ ਗੱਲ ਨੂੰ ਦੇਖੀਏ ਕਿ ਟੈਕਨੋਲੋਜੀ ਦੇ ਨਾਲ ਹੀ ਦੁਨੀਆ ਨੂੰ ਬਦਲਣਾ ਸੀ ਤਾਂ ਹਿਟਲਰ ਬਹੁਤ ਕੁਝ ਕਰ ਜਾਂਦਾ। ਅਗਰ ਦੁਨੀਆ ਨੂੰ ਜਿੱਤਣ ਦੀ ਗੱਲ ਕਰਦੀ ਤਾਂ ਸਿਕੰਦਰ ਦੁਨੀਆ ਨੂੰ ਜਿੱਤ ਕੇ ਚਲਾ ਜਾਂਦਾ। ਬਾਕੀ ਪੋਜ਼ਿਟਿਵ ਸੰਭਾਵਨਾਵਾਂ ਵੀ ਉਹਦੇ ਵਿੱਚ ਬਰਕਰਾਰ ਨੇ। ਬਹੁਤ ਜ਼ਿਆਦਾ ਹਾਵੀਪਣ, ਜਿਸ ਤਰ੍ਹਾਂ ਦੇ ਆਪ ਜੀ ਦੇ ਸੁਹਿਰਦ ਦੋਸਤ ਮਿੱਤਰ ਇਹ ਸਾਰੇ ਰਲ ਮਿਲ ਬੈਠਣਗੇ, ਨਹੀਂ ਹੋਏਗਾ। ਪਰ ਅੰਤ ਦੇ ਵਿੱਚ ਮੈਂ ਇੱਕ ਹੀ ਗੱਲ ਕਹਾਂਗਾ ਕਿ ਟੈਕਨੋਲੋਜੀ ਆਨਲਾਈਨ ਐਜੂਕੇਸ਼ਨ ਦੀ ਸੰਭਾਵਨਾਵਾਂ ਸਿਰਫ ਤੇ ਸਿਰਫ ਸੀਮਾਵਾਂ ਵਿੱਚ ਨੇ। ਸੀਮਾਵਾਂ ਵੀ ਇਹਨਾਂ ਦੇ ਵਿੱਚ, ਜਿਵੇਂ ਆਪਾਂ ਨੇ ਹੁਣੇ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਸਟੇਟ ਦਾ ਦਬਾਅ ਆ ਜਾਂਦਾ ਹੈ, ਜਾਂ ਸਾਡੇ ਜਿਹੜੇ ਉੱਪਰ ਹਾਇਰ ਆਫੀਸ਼ੀਅਲਸ ਹੈਗੇ ਨੇ, ਜਾਂ ਜਿੱਥੇ ਇੱਕ ਵਾਰੀ ਕਿਹਾ ਗਿਆ ਇਹ ਗੱਲ ਕਿ ਮਾਪੇ ਪਿਸਦੇ ਹਨ। ਮਾਪੇ ਨਹੀਂ, ਅਧਿਆਪਕ ਵੀ ਪਿਸਦਾ ਹੈ ਇਹਦੇ ਵਿੱਚ। ਅਗਰ ਹਾਇਰ ਅਥਾਰਟੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਵੱਲੋਂ ਵੀ ਸੋਚ ਕੇ ਵਿਚਾਰ ਕੇ ਗੱਲ ਕਰਨੀ ਬਣਦੀ ਹੈ ਕਿ ਕਿੰਨਾ ਕੁ ਯੂਜ਼ ਟੈਕਨੋਲੋਜੀ ਦਾ ਕਰਨਾ ਬਣਦਾ ਹੈ। ਕਿਉਂਕਿ ਜਿੱਥੇ ਇਹਨਾਂ ਦੀ ਗੱਲ ਕਰਦੇ ਆ, ਆਨਲਾਈਨ ਦੀ ਗੱਲ ਕਰਦੇ ਆ, ਜਦੋਂ ਇਹਨਾਂ ਦੇ ਐਗਜ਼ਾਮਸ ਹੁੰਦੇ ਆ, ਪੇਪਰ ਹੁੰਦੇ ਆ, ਅਸੀਂ ਹੁਣੇ ਵੀ ਜਿਹੜਾ ਹੁਣੇ ਪੈਸ਼ ਦਾ ਐਗਜ਼ਾਮ ਕਰਵਾ ਕੇ ਹਟੇ ਆ, ਬਹੁਤ ਸਾਰੇ ਅਧਿਆਪਕ ਜਾਣਦੇ ਹੋਣਗੇ ਉਹਦੇ ਵਿੱਚ ਕੀ ਕੁਝ ਹੋਇਆ। ਮਤਲਬ ਇਸੇ ਤਰ੍ਹਾਂ ਹੁਣੇ ਪਿੱਛੇ ਜੇ ਬੀਐਡ ਦੇ ਐਜੂਕੇਸ਼ਨ ਪੇਪਰ ਹੋ ਰਹੇ ਸੀਗੇ, ਮੇਰੇ ਹੀ ਸਕੂਲ ਦੇ ਵਿੱਚ ਬੱਚੇ ਪੇਪਰ ਦੇ ਰਹੇ ਸੀ। 3-4 ਟੀਚਰਾਂ ਨੇ ਇਗਨੋ ਤੋਂ ਪੇਪਰ ਕੀਤੇ ਆ, ਤੇ ਕਿਸ ਢੰਗ ਨਾਲ ਉਹ ਪੇਪਰ ਕੀਤੇ ਆ ਮੈਨੂੰ ਪਤਾ। ਉਹ ਸਾਰਾ ਕੁਝ ਉਹਨਾਂ ਨੇ, ਬੁੱਕ ਉਹਨਾਂ ਦੇ ਸਾਹਮਣੇ ਸੀਗੀ, ਕੁਐਸਚਨ ਆਨਸਰ ਆਇਆ ਹੋਇਆ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਹੈ ਜਿੱਥੇ ਜਿਹਦੇ ਨਾਲ ਉਹ ਜਿਹੜੀਆਂ ਡੋਮੇਨਸ ਹੈ, ਸਾਡੀ ਕੋਗਨੀਟਿਵ ਡੋਮੇਨ ਹੈ, ਜਿੱਥੇ ਅੰਡਰਸਟੈਂਡਿੰਗ ਵੀ ਹੈ, ਜਿੱਥੇ ਨੌਲੇਜ ਵੀ ਹੈ, ਰਿਮੈਂਬਰਿੰਗ ਵੀ ਹੈ, ਐਨਾਲਿਸਿਸ ਵੀ ਹੈ, ਉਸ ਇਵੈਲੂਏਸ਼ਨ ਵੀ ਹੈ, ਫਿਰ ਕ੍ਰੀਏਟੀਵਿਟੀ ਵੀ ਹੈ, ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ। ਤਾਂ ਬਸ ਅੰਤ ਦੇ ਵਿੱਚ ਸਿਰਫ ਮੈਂ ਇੱਕ ਹੀ ਗੱਲ ਕਹਾਂਗਾ ਕਿ ਇਹਦੀ ਜਿਹੜੀਆਂ ਯੂਜ਼ ਆਫ ਟੈਕਨੋਲੋਜੀ ਸ਼ੁੱਡ ਬੀ ਲਿਮਿਟਡ, ਔਰ ਜਿਹਦੇ ਹੱਥ ਦੇ ਵਿੱਚ ਟੈਕਨੋਲੋਜੀ ਹੈ ਜਾਂ ਜਿਸਨੇ ਇਸ ਨੂੰ ਯੂਜ਼ ਕਰਨਾ ਹੈ ਉਹ ਵੀ ਐਕਸਪੀਰੀਅੰਸਡ ਹੋਣਾ ਚਾਹੀਦਾ ਹੈ, ਉਹ ਵੀ ਉਸ ਨੂੰ ਚੰਗੀ ਤਰ੍ਹਾਂ, ਉਸ ਨੂੰ ਪੂਰੀ ਤਰ੍ਹਾਂ ਟ੍ਰੇਨਡ ਕੀਤਾ ਜਾਣਾ ਬਣਦਾ ਹੈ, ਤਾਂ ਹੀ ਇਸ ਦੇ ਫਾਇਦੇ ਅਸੀਂ ਲੈ ਪਾਵਾਂਗੇ। ਅਦਰਵਾਈਜ਼ ਜਿਸ ਵੱਲ ਆਪ ਜੀ ਨੇ ਇਸ਼ਾਰਾ ਕੀਤਾ ਹੈ ਉਹਦੇ ਵੱਲ ਤਾਂ ਅਸੀਂ ਤੁਰੇ ਜਾ ਹੀ ਰਹੇ ਹਾਂ ਜੀ। ਬਿਲਕੁਲ ਥੈਂਕ ਯੂ। ਜਿੰਨੀ ਦੇਰ ਤੱਕ ਅਸੀਂ ਇਹਦੀਆਂ ਸੀਮਾਵਾਂ ਨਹੀਂ ਸਮਝਦੇ, ਉਨੀ ਦੇਰ ਤੱਕ ਇਹਦੀਆਂ ਸੰਭਾਵਨਾਵਾਂ ਦਾ ਵਿਸਥਾਰ ਨਹੀਂ ਹੋ ਸਕਦਾ ਹੈਗਾ। ਇਹ ਗੱਲ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਦੋਂ ਕੋਈ ਵਰਤਾਰਾ ਨਵਾਂ ਆਉਂਦਾ ਹੈ ਉਹ ਬਹੁਤ ਕੁਝ ਚੰਗਾ ਲੈ ਕੇ ਆਉਂਦਾ ਤੇ ਬਹੁਤ ਕੁਝ ਮਾੜਾ ਲੈ ਕੇ ਆਉਂਦਾ ਹੈ। ਉਸ ਮਾੜੇ ਦੀ ਪਛਾਣ ਕਰਨੀ ਤੇ ਉਸ ਮਾੜੇ ਨੂੰ ਰੋਕਣਾ ਤੇ ਚੰਗੇ ਦਾ ਪ੍ਰਸਾਰ ਕਰਨਾ ਅਵੇਅਰ ਲੋਕਾਂ ਦਾ, ਜਾਗਰੂਕ ਲੋਕਾਂ ਦਾ ਫਰਜ਼ ਹੁੰਦਾ, ਉਹਨਾਂ ਦਾ ਕਰਮ ਹੁੰਦਾ। ਤੇ ਆਪਾਂ ਇਸ ਪ੍ਰੋਗਰਾਮ ਕਰਨ ਦਾ ਮਕਸਦ ਵੀ ਆਪਣਾ ਇਹੀ ਹੈ ਕਿ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਬਰਾਬਰ ਸਮਝੀਏ। ਤੇ ਮੈਂ ਚਾਹੂੰਗਾ ਕਿ ਸਾਡੇ ਹੁਣ ਕੋਈ ਵੀ ਦੋਸਤ, ਸੁਖਜੀਵਨ ਸਾਡੇ ਨਾਲ ਨੇ, ਰੁਪਿੰਦਰ ਨਾਲ ਨੇ, ਤੇ ਕੁਝ ਦੋਸਤ ਹੋਰ ਨੇ, ਚਰਨਜੀਤ ਹੋਰੀ ਸਾਡੇ ਨਾਲ ਨੇ। ਤੁਸੀਂ ਜੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਵੀ ਐਕਸਪਰਟ ਨੂੰ, ਤਾਂ ਆਪਾਂ ਉਹ ਸਵਾਲ ਤੁਸੀਂ ਕਰੋ ਤੇ ਉਹਨਾਂ ਸਵਾਲਾਂ ਦੇ ਜਵਾਬ ਆਪਾਂ ਇਹਨਾਂ ਦੋਸਤਾਂ ਤੋਂ ਲਵਾਂਗੇ। ਹਾਂਜੀ ਡਾਕਟਰ ਸਾਹਿਬ, ਮੈਂ ਬੋਲ ਸਕਦਾ ਜੀ? ਚਰਨਜੀਤ ਬੱਲ ਬੋਲਦਾ ਜੀ ਬੋਲੋ ਜੀ, ਬੋਲੋ, ਤੁਹਾਡਾ ਸਵਾਗਤ ਹੈ। ਪਹਿਲੀ ਗੱਲ ਤੇ ਬੜੇ ਸੁਹਿਰਦ ਪ੍ਰਤਿਭਾ ਤੇ ਰੌਸ਼ਨ ਦਿਮਾਗ ਸਾਥੀਆਂ ਦੇ ਨਾਲ
ਅੱਜ ਅਸੀਂ ਗੱਲਬਾਤ ਸੁਣੀ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਨੂੰ ਮੁਬਾਰਕਾਂ ਵੀ ਕਿ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ, ਚੰਗਾ ਯਤਨ ਹੈ ਔਰ ਲੋੜ ਵੀ ਸੀ, ਅੱਜ ਦੇ ਸਮੇਂ ਦੀ ਲੋੜ ਵੀ ਸੀ, ਸਾਰਥਕਤਾ ਬਹੁਤ ਹੈ ਇਸ ਦੀ ਜੀ। ਮੈਂ ਥੋੜੀ ਜੀ ਗੱਲ 1-2 ਮਿੰਟ 'ਚ ਹੀ ਆਪਣੀ ਖਤਮ ਕਰੂੰਗਾ, ਲੰਬੀ ਨਹੀਂ ਕਰੂੰਗਾ। ਹੂੰ ਕਿ ਪੁਰਾਤਨ ਸਿੱਖਿਆ ਦੀ ਜੇ ਅਸੀਂ ਗੱਲ ਕਰੀਏ ਤੇ ਉਦੋਂ ਗੁਰੂ ਕਿਹਾ ਜਾਂਦਾ ਸੀ, ਕਿਉਂਕਿ ਧਾਰਮਿਕ ਸਿੱਖਿਆ ਤੇ ਜ਼ਿਆਦਾ ਜ਼ੋਰ ਸੀ। ਜੀ ਗੁਰੂਕੁਲ 'ਚ ਸਿੱਖਿਆ ਦਿੱਤੀ ਜਾਂਦੀ ਸੀ, ਮਦਰੱਸਿਆ ਸਿੱਖਿਆ ਦਿੱਤੀ ਜਾਂਦੀ ਸੀ। ਹੌਲੀ ਹੌਲੀ ਸਿੱਖਿਆ ਨੂੰ ਉੱਥੋਂ ਕੱਢ ਕੇ ਸਮਾਜਿਕ ਸਰੋਕਾਰਾਂ ਨਾਲ ਜਦੋਂ ਜੋੜਿਆ ਗਿਆ ਤੇ ਫਿਰ ਅਧਿਆਪਕ ਦਾ ਸ਼ਬਦ ਆਇਆ। ਅੱਜ ਦੀ ਡੇਟ ਦੇ ਵਿੱਚ ਅਧਿਆਪਕ ਨੂੰ ਫੈਸਿਲੀਟੇਟਰ ਬਣਾ ਦਿੱਤਾ, ਫਰੈਂਡ ਬਣਾ ਦਿੱਤਾ। ਤੇ ਹੌਲੀ ਹੌਲੀ ਜਿਵੇਂ ਤੁਸੀਂ ਖਦਸ਼ਾ ਜ਼ਾਹਰ ਕਰ ਰਹੇ ਹੋ, ਇਹ ਸੱਚ ਹੀ ਹੈ, ਖਦਸ਼ਾ ਬਿਲਕੁਲ ਸੱਚ ਹੈ ਕਿ ਆਉਣ ਵਾਲੇ ਸਮੇਂ 'ਚ ਅਧਿਆਪਕ ਨੂੰ ਬਿਲਕੁਲ ਮਾਈਨਸ ਕਰ ਦਿੱਤਾ ਜਾਣਾ, ਜੋ ਕਿ ਬਹੁਤ ਵੱਡਾ ਅਨਿਆਂ ਆ। ਕਾਰਨ ਕੀ ਹੈ ਕਿ ਸਿੱਖਿਆ ਬਹੁਤ ਵੱਡਾ ਵਰਤਾਰਾ ਹੈ, ਵਿਦਿਆ ਉਹਦਾ ਇੱਕ ਕਹਿ ਲਓ ਪਾਰਟ ਹੈ। ਤੁਸੀਂ ਸਾਰੇ ਜਾਣਦੇ ਹੋ, ਬੜੇ ਸੁਹਿਰਦ ਹੋ ਤੁਸੀਂ ਸਾਰੇ। ਅਸੀਂ ਆਨਲਾਈਨ ਵਿਦਿਆ ਤਾਂ ਦੇ ਸਕਦੇ ਹਾਂ ਪਰ ਸਿੱਖਿਆ ਨਹੀਂ ਦੇ ਸਕਦੇ। ਮੈਂ ਚੈਟ ਬਾਕਸ ਦੇ ਵਿੱਚ ਵੀ ਲਿਖਿਆ ਸੀ, ਉਹਦਾ ਕਾਰਨ ਕੀ ਆ ਕਿ ਸਿੱਖਿਆ ਜਦੋਂ ਦੇਣੀ ਆ, ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਵੀ ਬੱਚੇ ਨੂੰ ਸਿਖਾਉਣੀਆਂ। ਜਦੋਂ ਤੁਸੀਂ ਆਨਲਾਈਨ ਸਿੱਖਿਆ ਦੀ ਗੱਲ ਕਰਦੇ ਹੋ ਤੇ ਉੱਥੇ ਸਮਾਜਿਕ ਤੇ ਨੈਤਿਕ ਕਦਰਾਂ ਕੀਮਤਾਂ ਤੇ ਪਹਿਲਾਂ ਹੀ ਗਾਇਬ ਹੋ ਗਈਆਂ। ਉੱਥੇ ਤੇ ਕੇਵਲ ਸਿਲੇਬਸ ਦੀ ਗੱਲ ਹੋਣੀ ਹੈ। ਸੋ ਇੱਕ ਪਾਰਟ ਤੇ ਉਹ ਸਿੱਖਿਆ ਦਾ ਜਿਹੜਾ ਵਾਈਡਰ ਹੈਗਾ ਕਨਸੈਪਟ, ਉਹ ਤੇ ਪਹਿਲਾਂ ਹੀ ਮਾਈਨਸ ਹੋ ਗਿਆ। ਕੇਵਲ ਵਿਦਿਆ ਦਾ ਇੱਕ ਛੋਟਾ ਜਿਹਾ ਪਾਰਟ ਰਹਿ ਗਿਆ ਉੱਥੇ। ਸੋ ਇਸ ਕਰਕੇ ਉਹ ਚੀਜ਼ ਮਨਫੀ ਹੋ ਗਈ। ਦੂਸਰੀ ਗੱਲ, ਭਾਸ਼ਾ ਜਦੋਂ ਅਸੀਂ ਸਿੱਖਦੇ ਹਾਂ, ਪਹਿਲਾਂ ਬੱਚਾ ਸੁਣਨਾ ਸਿੱਖਦਾ, ਫਿਰ ਬੋਲਣਾ, ਫਿਰ ਪੜ੍ਹਨਾ ਤੇ ਲਾਸਟ ਤੇ ਲਿਖਣਾ। ਤੇ ਲਿਖਣ ਵਾਲਾ ਕਨਸੈਪਟ ਵੀ ਇੱਥੋਂ ਮਾਈਨਸ ਹੋ ਗਿਆ, ਕਿਉਂਕਿ ਆਨਲਾਈਨ ਜਦੋਂ ਅਸੀਂ ਕਲਾਸਾਂ ਲਗਾਉਂਦੇ ਆ, ਬੇਸ਼ੱਕ ਅਸੀਂ ਬੱਚਿਆਂ ਨੂੰ ਕਹਿੰਦੇ ਸਾਨੂੰ ਲਿਖ ਕੇ ਵਾਪਸ ਕੰਮ ਪਾਓ, ਪਰ ਬਹੁਤ ਘੱਟ ਬੱਚੇ, ਜਿਵੇਂ ਕਿ ਮੈਂ ਚੈਟ ਬਾਕਸ ਵੀ ਲਿਖਿਆ, ਕੇਵਲ 25% ਬੱਚੇ ਤੇ ਜੁੜਦੇ ਆ ਪਹਿਲੀ ਗੱਲ, ਤੇ ਉਹਨਾਂ 25 ਨੂੰ ਵੀ ਅਸੀਂ ਕੇਵਲ 30% ਸਿੱਖਿਆ ਦਿੰਦੇ ਆ। ਸੋ ਉਹ ਜਿਹੜਾ ਲਿਖਣ ਵਾਲਾ ਹੈਗਾ ਵਿੱਚੋਂ ਕਹਿ ਲਓ ਕੋਈ, ਉਹ ਵੀ ਚੀਜ਼ ਮਾਈਨਸ ਹੋ ਗਈ। ਸੋ ਮੇਰਾ ਖਦਸ਼ਾ ਇਹੀ ਹੈ ਕਿ ਇਹ ਬਿਲਕੁਲ ਇੱਕ ਸਹਾਇਕ ਸਾਧਨ ਹੋ ਸਕਦਾ ਹੈ ਪਰ ਬਦਲ ਨਹੀਂ ਹੋ ਸਕਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਹੁਤ ਅੱਛਾ, ਬਹੁਤ ਅੱਛੇ ਵਿਚਾਰ ਰੱਖੇ ਨੇ ਤੁਸੀਂ ਜੀ। ਇੱਕ ਸਹਾਇਕ ਸਾਧਨ ਹੈ, ਜੇ ਬਦਲ ਬਣਨ ਦੇ ਰਾਹ ਆਪਾਂ ਤੁਰਦੇ ਹਾਂ ਤਾਂ ਇਹਦੇ ਬਹੁਤ ਸਾਰੇ ਨੁਕਸਾਨ ਹੋਣੇ ਨੇ ਸਾਡੇ ਸਿਸਟਮ ਨੂੰ, ਐਜੂਕੇਸ਼ਨ ਸਿਸਟਮ ਨੂੰ, ਸਾਡੇ ਸੋਸ਼ਲ ਸਿਸਟਮ ਨੂੰ। ਹੋਰ ਕੋਈ ਦੋਸਤ ਜੋ ਕਿ ਆਪਣੀ ਗੱਲ ਕਰਨਾ ਚਾਹੁੰਦੇ ਜਾਂ ਸਵਾਲ ਕਰਨਾ ਚਾਹੁੰਦਾ ਹੈ? ਜੀ ਸਰ, ਜੀ ਹਾਂਜੀ, ਸਭ ਤੋਂ ਪਹਿਲਾਂ ਤੇ ਬਹੁਤ ਵਧੀਆ ਲੱਗਾ ਸਾਰਿਆਂ ਦੀ ਵਿਚਾਰ ਚਰਚਾ ਨੂੰ ਸੁਣ ਕੇ। ਪਰ ਸਰ ਬਾਰ-ਬਾਰ ਮੇਰੇ ਦਿਮਾਗ 'ਚ ਇਹੀ ਆਉਂਦਾ ਪਿਆ ਸੀ ਕਿ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਜਿਵੇਂ ਸਭ ਸਰ ਨੇ ਹੁਣੇ ਕਿਹਾ ਕਿ 25% ਸਟੂਡੈਂਟ ਜਿਹੜੇ ਉਹ ਪੜ੍ਹ ਰਹੇ ਆ, ਮਤਲਬ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। 100% ਅਸੀਂ ਰਿਜ਼ਲਟ ਦੇ ਰਹੇ ਹਾਂ, ਸਭ ਕੁਝ ਅਸੀਂ ਦਿੰਦੇ ਪਏ ਹਾਂ, ਤੇ ਕੀ ਅਸੀਂ ਧੋਖਾ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਨਹੀਂ ਸਕੂਲ ਜਾਂਦੇ, ਸਕੂਲ ਨਹੀਂ ਖੁੱਲਦੇ? ਤੇ ਅਸੀਂ ਕੀ ਕਰ ਸਕਦੇ ਹਾਂ ਕਿ ਇਹ ਚੀਜ਼ ਅਸੀਂ ਨਾ ਕਰੀਏ? ਸਭ ਕੁਝ ਅਸੀਂ ਜਾਣਦੇ ਬੁੱਝਦੇ ਕਿਉਂ ਕਰਦੇ ਪਏ ਹਾਂ ਜੇ ਸਾਨੂੰ ਪਤਾ ਹੈ ਸੱਚਾਈ ਕੀ? ਰੰਗ ਹਰਜਿੰਦਰ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਇਸ ਗੱਲ ਬਾਰੇ? ਮੈਂ ਇਸ ਮਸਲੇ ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਦੇਖੋ ਗੱਲ ਇਹ, ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੂੰਗਾ ਕਿ ਇਹ ਕਹਿ ਕੇ ਵੀ ਰੰਗ ਜੀ ਨੇ ਬਹੁਤ ਕੁਝ ਕਹਿਤਾ ਹੈ ਜੀ। ਬੇਸ਼ੱਕ ਸਾਨੂੰ ਪਤਾ ਹੈ ਇਸ ਗੱਲ ਦਾ, ਸਾਨੂੰ ਸਾਰਾ ਕੁਝ ਹੀ ਪਤਾ ਹੈ, ਅਧਿਆਪਕ ਹੋਣ ਦੇ ਨਾਤੇ ਵੀ ਪਤਾ ਹੈ, ਮਾਪੇ ਹੋਣ ਦੇ ਨਾਤੇ ਵੀ ਪਤਾ ਹੈ, ਸਾਡੇ ਆਪਣੇ ਜਵਾਕ ਵੀ ਸਕੂਲਾਂ 'ਚ ਪੜ੍ਹਦੇ ਨੇ। ਪਰੰਤੂ ਇਹ ਦੌਰ ਹੈ ਜਿਹੜਾ ਚੱਲ ਰਿਹਾ ਹੈ, ਇਹਦੇ ਵਿੱਚ ਬੇਸ਼ੱਕ ਅਸੀਂ ਚਲੋ 75% ਅਸੀਂ ਕਹਿੰਦੇ ਧੋਖਾ ਹੋ ਰਿਹਾ, 90% ਧੋਖਾ ਹੋ ਰਿਹਾ, 10% ਤਾਂ ਕਿਤੇ ਨਾ ਕਿਤੇ ਕੰਮ ਹੋ ਰਿਹਾ। ਜਿਵੇਂ ਮੈਂ ਡਾਕਟਰ ਕੁਲਦੀਪ ਹੋਰੀ ਇਸ ਗੱਲ ਦੇ ਗਵਾਹ ਨੇ, ਅਸੀਂ ਪਿਛਲੇ ਸਾਲ ਆਨਲਾਈਨ ਐਜੂਕੇਸ਼ਨ ਦੇ ਨਾਂ ਤੇ ਜੋ ਕੰਮ ਕੀਤਾ, ਨਵੇਂ ਸੀਗੇ, ਉਹ ਆਪਣੇ ਆਪ ਦੇ ਵਿੱਚ ਇੱਕ ਉਹ ਸੀਗਾ ਜਿਹੜਾ ਮੈਨੂੰ ਲੱਗਦਾ ਆਫਲਾਈਨ ਨੂੰ ਕਰਵਾਇਆ ਨਹੀਂ ਜਾ ਸਕਦਾ ਸੀ। ਜਿਵੇਂ ਅਸੀਂ ਸ਼ਾਇਦ ਤੁਸੀਂ ਕਾਫੀ ਦੋਸਤਾਂ ਨੂੰ ਹੋਰਾਂ ਨੂੰ ਪਤਾ ਹੋਵੇ, ਪਿਛਲੇ ਸਾਲ ਅਸੀਂ ਇਸ ਜ਼ੂਮ ਐਪ ਦੇ ਥਰੂ ਲਗਭਗ ਪੰਜਾਬ ਦੇ 500 ਵਿਦਿਆਰਥੀਆਂ ਨਾਲ ਇੱਕ ਦਿਨ 'ਚ ਇੱਕ ਵਾਰ ਗੱਲ ਕਰਦੇ ਸੀ। ਠੀਕ ਹੈ, ਉਹ ਦੋ ਚੀਜ਼ਾਂ ਸੀਗੀਆਂ। ਇੱਕ ਤਾਂ ਇਹ ਸੀ ਕਿ ਪੂਰੇ ਪੰਜਾਬ ਭਰ ਦੇ ਵਿਦਿਆਰਥੀਆਂ ਦੀ ਇੱਕ ਕਲਾਸ ਲੱਗਦੀ ਸੀ ਜਿਹਦੇ ਵਿੱਚ ਮੈਂ ਉਹਨਾਂ ਨੂੰ ਪੰਜਾਬੀ ਵਿਸ਼ਾ ਪੜ੍ਹਾਉਂਦਾ ਸੀ, ਤੇ ਉਹਦੇ 'ਚ 500 ਵਿਦਿਆਰਥੀ ਜੁੜਦਾ ਸੀ ਕਿਉਂਕਿ ਲਿਮਿਟ 500 ਦੀ ਸੀਗੀ ਜ਼ੂਮ ਐਪ ਦੀ। ਸੋ ਇਹ ਕਦੇ ਵੀ ਆਫਲਾਈਨ ਨਹੀਂ ਹੋ ਸਕਦਾ ਸੀਗਾ ਕਿ ਮੈਂ 500 ਵਿਦਿਆਰਥੀ ਨੂੰ ਕਿਤੇ ਕਿਸੇ ਕਲਾਸ ਦੇ ਵਿੱਚ ਪੜ੍ਹਾ ਸਕਾਂ। ਉਹ ਹਰ ਰੋਜ਼ ਸਾਡੀ 4-5 ਮਹੀਨੇ ਰੂਟੀਨ ਦੇ ਵਿੱਚ ਕਲਾਸ ਲੱਗੀ, ਸਾਰਾ 10ਵੀਂ ਦਾ ਸਿਲੇਬਸ ਉਹਦੇ ਹੀ ਕਰਵਾਤਾ ਸੀ। ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਹੋਰ ਇੱਕ ਕੰਮ ਕੀਤਾ ਕਿ ਅਸੀਂ ਪਾਠਕ੍ਰਮ ਨਾਲ ਜੁੜੇ ਹੋਏ ਜਿੰਨੇ ਵੀ ਲੇਖਕ ਨੇ, ਠੀਕ ਹੈ, ਡਾਕਟਰ ਦੀਪ ਹੋਰਾਂ ਨੇ ਹੋਸਟ ਕੀਤਾ ਸੀ ਉਹਨਾਂ ਨੂੰ, ਡਾਕਟਰ ਸਤੀਸ਼ ਕੁਮਾਰ ਵਰਬੇ ਹੋਰਾਂ ਨੂੰ, ਇਹਨਾਂ ਨੂੰ ਯਾਦ ਹੈ ਇਸ ਗੱਲ ਦਾ
ਕਿ ਪਾਠਕ੍ਰਮ ਨਾਲ ਜੁੜੇ ਹੋਏ ਜਿੰਨੇ ਵੀ ਵੱਡੇ ਸਾਹਿਤਕਾਰ ਨੇ, ਚਾਹੇ ਵਿਰਿਆਮ ਸਿੰਘ ਸੰਧੂ ਕਿਉਂ ਨਾ ਹੋਵੇ, ਚਾਹੇ ਉਹ ਨਰਿੰਦਰ ਸਿੰਘ ਕਪੂਰ ਕਿਉਂ ਨਾ ਹੋਵੇ, ਚਾਹੇ ਉਹ ਡਾਕਟਰ ਸਤੀਸ਼ ਕੁਮਾਰ ਵਰਮਾ ਕਿਉਂ ਨਾ ਹੋਵੇ, ਡਾਕਟਰ ਆਤਮਜੀਤ, ਡਾਕਟਰ ਪਾਲੀ ਭੁਪਿੰਦਰ ਸਿੰਘ, ਡਾਕਟਰ ਠੀਕ ਹੈ, ਅਸੀਂ ਸਾਰਿਆਂ ਨੂੰ ਮਤਲਬ ਵਿਦਿਆਰਥੀਆਂ ਦੇ ਰੂਬਰੂ ਕੀਤਾ। ਉਹ 500 ਵਿਦਿਆਰਥੀਆਂ ਦੇ ਅਧਿਆਪਕਾਂ ਨਾਲ ਇੱਕ ਟਾਈਮ ਰੂਬਰੂ ਹੁੰਦਾ ਸੀ। ਕੋਈ ਸਾਡਾ ਕੁਛ ਨਹੀਂ ਲੱਗਦਾ ਸੀ, ਜਦੋਂ ਕਿ ਆਫਲਾਈਨ ਦੇ ਵਿੱਚ ਕਦੇ ਵੀ ਸੰਭਵ ਨਹੀਂ ਸੀ। ਜੇ ਮੈਂ ਆਪਦੇ ਕੋਰਸ ਕੀ ਸੱਦ ਕੇ ਡਾਕਟਰ ਸਤੀਸ਼ ਕੁਮਾਰ ਵਰਮਾ ਉਹਨਾਂ ਨੂੰ ਵੀ ਬੁਲਾਵਾਂ ਤਾਂ ਉਹ ਵੀ ਉਦੋਂ ਵੀ ਮੇਰਾ ਕੋਈ 5-7 ਹਜ਼ਾਰ ਰੁਪਇਆ ਖਰਚੇ ਦਾ ਖੜਾ ਹੁੰਦਾ ਸੀ, ਜੇ ਮੈਂ ਸੱਦ ਕੇ ਕਦੇ ਨਾ ਕਦੇ ਕੋਈ ਪ੍ਰੋਗਰਾਮ ਕਰਕੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਚਲੋ ਆਨਲਾਈਨ ਐਜੂਕੇਸ਼ਨ ਦੇ ਵਿੱਚ ਚਾਹੇ ਸਾਨੂੰ ਪਤਾ ਹੈ ਇਸ ਗੱਲ ਦਾ ਕਿ ਜ਼ਿਆਦਾ ਫੇਕ ਹੋ ਰਿਹਾ ਹੈ, ਜਿੰਨਾ ਫੇਕ ਹੋ ਰਿਹਾ ਹੈ, ਪਰੰਤੂ ਜਿੰਨਾ ਕੁਝ ਚੰਗਾ ਹੋ ਰਿਹਾ ਹੈ ਸਾਨੂੰ ਉਸੇ ਨੂੰ ਪੋਜ਼ਿਟਿਵ ਲੈ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਹਦੇ ਵਿੱਚ ਹੋਰ ਕੋਈ ਸਾਡੇ ਕੋਲ ਰਾਹ ਹੀ ਨਹੀਂ ਹੈਗਾ। ਕਰੋਨੇ ਦੇ ਵਿੱਚ ਤੁਸੀਂ ਇਸ ਸਮੇਂ ਦੌਰਾਨ ਕਰੋਗੇ ਕੀ? ਸਾਡੇ ਕੋਲ ਕੋਈ ਹੱਲ ਨਹੀਂ ਹੈਗਾ। ਜਿੰਨਾ ਹੋ ਰਿਹਾ ਉਨਾ ਹੀ ਸਾਡੇ ਲਈ ਕਾਫੀ ਹੈ। ਚਲੋ 25% ਹੋ ਰਿਹਾ, ਚਾਹੇ 10% ਹੋ ਰਿਹਾ, ਚਾਹੇ 5% ਹੋ ਰਿਹਾ, ਮੈਂ ਤਾਂ ਉਸੇ ਨੂੰ ਮਤਲਬ ਪੋਜ਼ਿਟਿਵ ਲੈ ਕੇ ਚੱਲੂਗਾ ਕਿ ਕੰਮ ਹੋ ਰਿਹਾ ਹੈ ਤਾਂ ਕੰਮ ਕਰਨਾ ਚਾਹੀਦਾ। ਜੀ ਸਰ ਮੇਰਾ ਸਵਾਲ ਇਹ ਨਹੀਂ ਸੀ, ਕੰਮ ਅਸੀਂ ਵੀ ਤੁਹਾਡੇ ਨਾਲ ਹੀ, ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਕਰੀਏ, ਕਰਦੇ ਪਏ ਆ। ਮੇਰਾ ਸਵਾਲ ਇਹ ਸੀ ਕਿ ਅਸੀਂ ਇਸ ਚੀਜ਼ ਨੂੰ ਨਿਕਲਣ ਵਾਸਤੇ ਕੀ ਕਰ ਸਕਦੇ ਹਾਂ, ਮਤਲਬ ਅਸੀਂ ਆਪਣੇ ਵੱਲੋਂ ਕੀ ਕੋਸ਼ਿਸ਼ ਕਰੀਏ। ਮੈਂ ਸਮਝ ਗਿਆ ਤੁਹਾਡਾ ਸਵਾਲ ਤੁਹਾਡਾ ਸਾਰਿਆਂ ਨੇ ਸੁਣ ਲਿਆ ਮੈਡਮ। ਮੈਂ ਸਾਡੇ ਐਕਸਪਰਟ ਤੋਂ ਕਿਸੇ ਨੂੰ ਵੀ ਹੋਰ ਬੇਨਤੀ ਕਰਨਾ ਚਾਹੂੰਗਾ ਜੋ ਕਿ ਇਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਹੈ, ਗੁਰਨੈਬ ਜਾਂ ਸੁਰੇਸ਼ ਜੀ ਜਾਂ ਮੈਡਮ ਗੁਰਪ੍ਰੀਤ ਜੀ। ਹਾਂਜੀ ਰੂਪ ਮੈਮ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੰਨਾ ਪਤਾ ਹੈ ਕਿ ਡੀਡੀ ਪੰਜਾਬੀ ਦੇ ਉੱਤੇ ਤੁਹਾਡੀ ਨਿੱਤ ਨਵੀਂ ਵੀਡੀਓ ਜਿਹੜੀ ਉਹ ਆਉਂਦੀ ਆ। ਕਿਉਂ ਆਉਂਦੀ ਆ? ਕਿਉਂਕਿ ਤੁਸੀਂ ਉਹ ਕਰਨਾ ਚਾਹੁੰਦੇ ਆ, ਤੁਹਾਡੇ ਚ ਰੁਚੀ ਆ, ਬੱਚਿਆਂ ਤੱਕ ਪਹੁੰਚਾਉਣਾ ਚਾਹੁੰਦੇ ਆ। ਠੀਕ ਹੈ, ਸਾਨੂੰ ਵੀ ਸਾਡਾ ਜ਼ਮੀਰ ਸਾਨੂੰ ਵਾਰ-ਵਾਰ ਜਗਾਉਂਦਾ ਹੈ। ਅਸੀਂ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਘਰ ਬੈਠੇ ਤਨਖਾਹ ਲੈਂਦੇ ਆ, ਹਰ ਮਹੀਨੇ ਸਾਡੇ ਖਾਤੇ 'ਚ ਸੈਲਰੀ ਪੈਂਦੀ ਆ। ਉਹ ਚੀਜ਼ ਸਾਨੂੰ ਬਾਰ-ਬਾਰ ਝੰਜੋੜਦੀ ਆ। ਚਲੋ ਆਪਾਂ ਮੰਨੀਏ ਘੱਟ ਆਊਟਪੁੱਟ ਨਿਕਲਦੀ ਆ, ਪਰ ਅਸੀਂ ਇਹ ਸੋਚ ਕੇ ਇਹ ਨਾ ਕਹੀਏ ਕਿ ਨਹੀਂ ਕੁਛ ਵੀ ਨਹੀਂ ਕਰਨਾ। ਅਸੀਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਇਨਸਾਨ ਵੀ ਆ, ਸਾਡਾ ਇੱਕ ਨਿੱਜੀ ਫਰਜ਼ ਵੀ ਆ ਕਿ ਅਸੀਂ ਆਪਣੇ ਬੱਚਿਆਂ ਨਾਲ ਜੁੜੇ ਰਹੀਏ। ਜਿਸ ਕਰਕੇ ਅਸੀਂ ਛੋਟੀਆਂ-ਮੋਟੀਆਂ ਕੋਸ਼ਿਸ਼ਾਂ, ਚਾਹੇ ਡੀਡੀ ਪੰਜਾਬੀ, ਚਾਹੇ ਪਰਸਨਲ ਕੋਈ ਵੀ ਵੀਡੀਓ ਬੱਚਿਆਂ ਤੱਕ ਡਿਲੀਵਰ ਕਰਦੇ ਆ। ਜਦੋਂ ਲਾਕਡਾਊਨ ਪਿਛਲੇ ਸਾਲ ਹੋਇਆ ਸੀ, ਉਸ ਟਾਈਮ ਨਾ ਕੋਈ ਰੇਡੀਓ ਪ੍ਰੋਗਰਾਮ, ਨਾ ਟੀਵੀ ਕਲਾਸ, ਕੁਝ ਵੀ ਨਹੀਂ ਸੀ ਸ਼ੁਰੂ ਹੋਇਆ, ਪਰ ਉਸ ਟਾਈਮ ਫਸਟ ਵੀਡੀਓ ਬੱਚਿਆਂ ਨਾਲ ਆਓ ਗੱਲਾਂ ਕਰੀਏ ਦੀ ਸੀ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਉਸ ਟਾਈਮ ਬੱਚੇ ਇੱਕਦਮ ਨਿਰਾਸ਼ ਨਾ ਹੋ ਜਾਣ ਕਿ ਆ ਗੁਰਪ੍ਰੀਤ ਬਿਲਕੁਲ ਛੋਟੀਆਂ ਕਲਿੱਪਸ ਉਹਨਾਂ ਨਾਲ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ ਸੀ। ਗੁਰਪ੍ਰੀਤ ਤੁਹਾਡੀ ਗੱਲ ਬਿਲਕੁਲ ਠੀਕ ਹੈ। ਆਪਾਂ ਇਹ ਗੱਲ ਸਕਦੇ ਹਾਂ ਕਿ ਸਾਡਾ ਇੱਕ ਜੀ 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 ਬਿਲਕੁਲ ਇਹ ਕੋਈ ਸ਼ੱਕ ਨਹੀਂ ਕਿ ਅਸੀਂ ਕੰਮ ਕਰਨਾ ਹਰ ਹਾਲਤ ਵਿੱਚ ਕਰਨਾ ਹੈ। ਜੇ ਸਾਡੇ ਕੋਲ ਹੋਰ ਕੋਈ ਬਦਲ ਨਹੀਂ ਤਾਂ ਅਸੀਂ ਇਸ ਪਲੇਟਫਾਰਮ ਤੋਂ ਕਰਨਾ ਹੈ। ਪਰ ਉਹ ਸਵਾਲ ਇਹ ਸੀ ਕਿ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜਿਹੜਾ ਕੁਝ ਠੀਕ ਨਹੀਂ ਹੋ ਰਿਹਾ ਹੈਗਾ, ਕੰਮ ਤੱਕ ਕਰਨਾ। ਇਹ ਕੋਈ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕੰਮ ਨਹੀਂ ਕਰਨਾ ਹੈਗਾ। ਹਾਂ ਸੁਰੇਸ਼ ਜੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ, ਗੁਰਪ੍ਰੀਤ ਜੀ ਨੇ ਪਹਿਲਾਂ ਵੀ ਜ਼ਿਕਰ ਕੀਤਾ ਤੇ ਆਪ ਜੀ ਦੇ ਵਿੱਚੋਂ ਵੀ ਉਹ ਗੱਲਬਾਤ ਚ ਇੱਕ ਸ਼ਬਦ ਆਇਆ ਸੀ ਕਿ ਸਾਨੂੰ ਕੁਛ ਤਾਂ ਕਰਨਾ ਬਣਦਾ ਹੈ, ਤੇ ਗੁਰਪ੍ਰੀਤ ਜੀ ਨੇ ਹੁਣੇ ਵੀ ਆਪਣੀ ਗੱਲਬਾਤ ਚ ਗੱਲ ਕੀਤਾ ਵੀ ਕੁਛ ਤਾਂ ਸਾਨੂੰ ਕਰਨਾ ਬਣਦਾ। ਬੇਸ਼ੱਕ ਪਹਿਲਾਂ ਅਸੀਂ ਸੈਲਰੀਡ ਪਰਸਨ ਆ, ਸਾਨੂੰ ਨੌਕਰੀ ਦੀ ਤਨਖਾਹ ਮਿਲਦੀ ਹੈ, ਲੇਕਿਨ ਜਦੋਂ ਸਾਨੂੰ ਤਨਖਾਹ ਮਿਲਦੀ ਆ ਉਦੋਂ ਕਾਮੇ ਹੁੰਨੇ ਆ, ਲੇਕਿਨ ਅਸੀਂ ਮੋਰ ਦੈਨ ਕਾਮੇ। ਅਸੀਂ ਟੀਚਰਸ ਹੈਗੇ ਆ, ਅਧਿਆਪਕ ਹੈਗੇ ਆ। ਕੰਮ ਦੀ ਸਾਨੂੰ ਬੇਸ਼ੱਕ ਤਨਖਾਹ ਮਿਲਦੀ ਆ, ਲੇਕਿਨ ਅਸੀਂ ਕਾਮੇ ਨਹੀਂ ਹੈਗੇ। ਇਹ ਹਮੇਸ਼ਾ ਸਾਨੂੰ ਯਾਦ ਵੀ ਰਹਿਣਾ ਚਾਹੀਦਾ ਤੇ ਹੋਣਾ ਵੀ ਚਾਹੀਦਾ। ਠੀਕ ਹੈ, ਕਿਉਂਕਿ ਔਡ ਆਵਰਸ ਦੇ ਵਿੱਚ ਜਦੋਂ ਉਸ ਤੋਂ ਇਲਾਵਾ ਕੰਮ ਕਰਦੇ ਆ, ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ ਸੀਗਾ ਸੰਧੂ ਮੈਡਮ ਦਾ ਕਿ ਹੁਣ ਵੀ ਉਹ ਕਲਿੱਪਸ ਪਾਉਂਦੇ ਆ, ਤਾਂ ਉਹ ਇਸ ਕਰਕੇ ਨਹੀਂ ਕਲਿੱਪਸ ਪਾਈਆਂ ਜਾ ਰਹੀਆਂ ਕਿ ਉਹਨਾਂ ਨੂੰ ਤਨਖਾਹ ਮਿਲਦੀ ਹੈ। ਇਹ ਸਾਨੂੰ ਲੱਗਦਾ ਹੈ, ਲੇਕਿਨ ਉਹ ਇਸ ਕਰਕੇ ਹੋ ਰਿਹਾ ਕਿ ਉਹ ਅਧਿਆਪਕ ਹੈ। ਅਧਿਆਪਕ ਮੋਰ ਦੈਨ ਵਰਕਰ ਹੁੰਦਾ ਹੈ, ਉਹ ਐਕਸਟਰਾ ਹੈ, ਸਮਥਿੰਗ ਐਕਸ ਫੈਕਟਰ ਹੈ। ਦੂਜੀ ਗੱਲ, ਕੁਝ ਕਰਨਾ ਬਣਦਾ ਹੈ। ਬਾਰ-ਬਾਰ ਇਹ ਸ਼ਬਦ ਆ ਰਿਹਾ ਕਿ ਸਾਨੂੰ ਕੁਝ ਕਰਨਾ ਬਣਦਾ ਹੈ। ਕੁਝ ਕਰਨਾ ਦੋ ਸ਼ਬਦਾਂ ਦੇ ਵਿੱਚ ਹੁੰਦਾ ਹੈ, ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਕੀ ਕਰਨਾ ਦੇ ਵਿੱਚ ਤਾਂ ਕੁਝ ਜੋ ਹੋ ਰਿਹਾ ਠੀਕ ਹੈ, ਕੁਝ ਕਿਵੇਂ ਹੋ ਰਿਹਾ ਉਹਨੂੰ ਹੋਰ ਮੋਡੀਫਾਈ ਕੀਤਾ ਜਾ ਸਕਦਾ, ਵਧੀਆ ਕੀਤਾ ਜਾ ਸਕਦਾ। ਜਿਹੜਾ ਇਹਨਾਂ ਦਾ ਜਵਾਬ ਹੈ ਸੰਧੂ ਮੈਡਮ ਦਾ, ਉਹ ਕਿਵੇਂ ਦੇ ਵਿੱਚੋਂ ਆਏਗਾ। ਜਿਵੇਂ ਰੰਗ ਹਰਜਿੰਦਰ ਦਾ ਜ਼ਿਕਰ ਕਰ ਰਹੇ ਸੀਗੇ ਵੀ 90% ਬੇਸ਼ੱਕ ਨਹੀਂ ਹੋ ਰਿਹਾ, 10% ਵਧੀਆ ਹੋ ਰਿਹਾ। ਸਾਡੀ ਬੇਨਤੀ ਐਜ਼ ਏ ਅਧਿਆਪਕ ਸਟੇਟ ਨੂੰ ਹੈ, ਕਿਉਂਕਿ ਹਮੇਸ਼ਾ ਜਦੋਂ ਐਜੂਕੇਸ਼ਨ ਨੂੰ ਚਲਾਉਣਾ ਹੁੰਦਾ ਉਹ ਸਟੇਟ ਨੇ ਚਲਾਉਣਾ। ਜਦੋਂ ਉਹ ਪਿਸ ਰਿਹਾ 100% ਰਿਜ਼ਲਟ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦੇ ਬਾਰੇ ਰੰਗ ਹਰਜਿੰਦਰ ਜੀ ਜ਼ਿਕਰ ਕਰ ਰਹੇ ਕਿ ਮੈਂ ਕੁਝ ਕਹਿ ਨਹੀਂ ਸਕਦਾ,
ਉਹ ਕਹਿ ਨਹੀਂ ਸਕਦਾ, ਸਟੇਟ ਦੇ ਲਈ ਸ਼ਬਦ ਵਰਤਿਆ ਜਾ ਰਿਹਾ, ਮੈਂ ਕਹਿ ਨਹੀਂ ਸਕਦਾ, ਬਾਕੀ ਅਸੀਂ ਸਾਰੀਆਂ ਗੱਲਾਂ ਤਾਂ ਕਰ ਹੀ ਰਹੇ ਹਾਂ। ਤੇ ਉਹਦੇ ਵਿੱਚ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਰੰਗ ਹਰਿੰਦਰ ਦੀ ਉਸ ਜਗ੍ਹਾ ਤੇ ਹੈਗੇ ਆ, ਉਹਨਾਂ ਨੂੰ ਕਹਿਣ ਵੀ 10% ਕੰਮ ਹੋ ਰਿਹਾ, ਉਹ 10 ਨੂੰ 12 ਕਿਵੇਂ ਕੀਤਾ ਜਾਏ, ਉਸ ਨੂੰ 15 ਕਿਵੇਂ ਕੀਤਾ ਜਾਏ, ਉਸ ਨੂੰ 20 ਕਿਵੇਂ ਕੀਤਾ ਜਾਏ, ਉਹਨੂੰ ਪੋਜ਼ਿਟਿਵਲੀ 25 ਕਿਵੇਂ ਕੀਤਾ ਜਾਏ। ਅਸੀਂ ਇਸ ਪਾਸਿਓਂ ਤੁਰਦੇ ਹਾਂ ਤਾਂ ਸ਼ਾਇਦ ਅਸੀਂ ਬੈਟਰ ਵੱਲ ਨੂੰ ਤੁਰਾਂਗੇ। ਅਗਰ ਅਸੀਂ ਉੱਪਰੋਂ 100% ਦੀ ਡਿਮਾਂਡ ਤੇ 100% ਦੀ ਚਾਹਤ ਦੇ ਨਾਲ 10 ਨੂੰ ਹੀ 100% ਕਰਾਂਗੇ, ਫਿਰ ਮੈਡਮ ਨੇ ਜਿਸ ਤਰ੍ਹਾਂ ਸੰਧੂ ਮੈਡਮ ਨੇ ਕਿਹਾ, ਉਹ ਸਵਾਲ ਹਮੇਸ਼ਾ ਉੱਠਦੇ ਵੀ ਰਹਿਣਗੇ, ਉਹਨਾਂ ਦੇ ਕੋਈ ਜਵਾਬ ਵੀ ਸਾਨੂੰ ਨਹੀਂ ਮਿਲਣਗੇ। ਦੂਜੀ ਗੱਲ, ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਅਗਰ ਤੁਸੀਂ ਮੈਨੂੰ ਅੱਧਾ ਕੁ ਮਿੰਟ ਦਿਓ, ਉਹਦੇ ਵਿੱਚ ਇਸ ਤਰ੍ਹਾਂ ਕਿ ਜੈਨ ਰਿਸ਼ੀਆਂ ਦੀ ਇੱਕ ਪਰੰਪਰਾ ਹੈਗੀ ਹੈ, ਜੋ ਬੌਧ ਧਰਮ ਦੀ ਇੱਕ ਬਹੁਤ ਹੀ ਸੁੰਦਰ ਪਰੰਪਰਾ ਹੈ, ਜੈਨ ਰਿਸ਼ੀ। ਉਹ ਧਿਆਨ ਨੂੰ ਇੰਨਾ ਜ਼ਿਆਦਾ ਵਿਕਸਿਤ ਕਰਦੇ ਆ, ਕਿਸੇ ਬੰਦੇ ਦੇ ਬਹੁਤ ਜ਼ਿਆਦਾ ਧਿਆਨ ਨੂੰ ਵਿਕਸਿਤ ਕਰਦੇ ਆ, ਡਿਫਰੈਂਟ ਕਾਈਂਡ ਆਫ ਉਹਨਾਂ ਦੀ ਪੱਧਤੀ ਹੈਗੀ ਆ। ਉਹਦੀ ਇੱਕ ਪੱਧਤੀ ਦਾ ਮੈਂ ਜ਼ਿਕਰ ਕਰਦਾ, ਉਹਦੇ ਵਿੱਚ ਕਿਆ ਹੁੰਦਾ ਹੈ ਕਿ ਉਹਦੇ ਵਿੱਚ ਜੈਨ ਰਿਸ਼ੀ ਹੁੰਦਾ ਹੈ ਜੋ, ਉਹ ਸਾਧਕ ਨੂੰ ਗਰਮ ਪਾਣੀ ਕੈਟਲ ਦੇ ਵਿੱਚੋਂ ਕੰਚ ਦੇ ਬਹੁਤ ਹੀ ਮਹੀਨ ਤੇ ਪਤਲੇ ਗਲਾਸਾਂ ਦੇ ਵਿੱਚ ਪਾਉਣ ਲਈ ਕਹਿਣਾ, ਇਹ ਉਹਨਾਂ ਦੀ ਪੱਧਤੀ ਹੈ। ਮਤਲਬ ਜਦੋਂ ਵੀ ਕੋਈ ਸਾਧਕ ਆਏਗਾ, ਉਹਦੇ ਲਈ ਇਹੀ ਪੱਧਤੀ ਵਰਤੀ ਜਾਂਦੀ ਹੈ, ਇਹੀ ਤਰੀਕਾ ਵਰਤਿਆ ਜਾਂਦਾ ਕਿ ਗਲਾਸ ਦੇ ਵਿੱਚੋਂ ਗਰਮ ਪਾਣੀ, ਉਬਲਦਾ ਪਾਣੀ ਉਹਦੇ ਵਿੱਚ ਪਾਏ। ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸਾਧਕ ਆਂਦਾ, ਇੱਕ ਸਾਧਕ ਆਇਆ, ਉਹਨੇ ਆਪਣੇ ਰਿਸ਼ੀ ਨੂੰ ਕਿਹਾ ਵੀ ਮਹਾਰਾਜ ਇਹ ਪਾਣੀ ਜਦੋਂ ਮੈਂ ਪਾਇਆ, ਗਲਾਸ ਬੜੇ ਪਤਲੇ ਆ, ਇਸ ਕਰਕੇ ਟੁੱਟ ਜਾਂਦੇ ਆ। ਤਾਂ ਰਿਸ਼ੀ ਨੇ ਗੱਲ ਕਹੀ ਹੈ ਕਿ ਗਲਾਸ ਪਤਲੇ नहीं है, अभी तुम अभ्यस्त नहीं हो इसमें पानी डालने की। तो ਜਿਹੜੀ ਇਹ ਗੱਲ ਹੈ ਅਭਿਅਸਤ ਨਹੀਂ ਹੋ, this is very important for a teacher। ਸਾਡੇ ਲਈ ਅਭਿਅਸਤ ਹੋਣਾ, ਇਸ ਚੀਜ਼ ਨੂੰ ਵੀ ਕਰਨਾ ਕਿਵੇਂ ਹੈ, ਉਹਦੇ ਲਈ ਟ੍ਰੇਨਿੰਗ ਬੜੀ ਜ਼ਰੂਰੀ ਹੈ। ਉਹਦੇ ਲਈ ਜਿਨ੍ਹਾਂ ਨੇ ਕਰਾਉਣੀ ਹੈ, ਉਹਨਾਂ ਦੀ ਵੀ ਇੰਨੀ ਸੁੰਦਰ ਸੁਹਿਰਦ ਸੋਚ ਹੋਣੀ ਬੜੀ ਜ਼ਰੂਰੀ ਹੈ, ਜਿਸ ਤੇ ਅੱਜ ਵਿਚਾਰ ਚਰਚਾ ਹੋ ਰਹੀ ਹੈ। ਜਦ ਤੱਕ ਉਹ ਉੱਪਰਲੇ ਵਾਲੇ ਜਿਨ੍ਹਾਂ ਨੇ 100% ਨਤੀਜੇ ਨਹੀਂ ਮੰਗਣੇ, ਬਲਕਿ 10% ਨਾਲ ਹੀ ਉਹਨਾਂ ਦੀ ਸੰਤੁਸ਼ਟੀ ਹੋਏਗੀ ਵੀ ਰੰਗ ਹਰਿੰਦਰ ਜੀ ਤੁਸੀਂ 10% ਤੱਕ ਪਹੁੰਚ ਕੀਤੀ ਹੈ, ਤੁਹਾਡੀ 25 ਤੱਕ ਹੋਈ ਹੈ, 25 ਨੂੰ 27 ਕਿਵੇਂ ਕਰਨਾ, 10 ਨੂੰ 12 ਕਿਵੇਂ ਕਰਨਾ ਹੈ, ਤਦ ਤਾਂ ਅਸੀਂ ਇਹਦੇ ਬ੍ਰੌਡਰ ਪ੍ਰੋਸਪੈਕਟ ਤੇ ਇਹਦੀਆਂ ਜਿਹੜੀਆਂ ਸੰਭਾਵਨਾਵਾਂ ਦੀ ਖੂਬਸੂਰਤੀ ਵੱਲ ਜਾਵਾਂਗੇ। ਨਹੀਂ ਫਿਰ ਇਹ ਜਿਹੜਾ ਮਤਲਬ ਸੈਂਡਵਿਚ ਬਣੇ ਹੋਏ ਆ, ਕਹਿ ਸਕਦੇ ਹਾਂ, ਉੱਪਰੋਂ ਪ੍ਰੈਸ਼ਰ ਹੋਰ ਤਰ੍ਹਾਂ ਦਾ, ਥੱਲੋਂ ਹੋਰ ਤਰ੍ਹਾਂ ਦਾ, ਵਿਚਕਾਰ ਜਿਵੇਂ ਫਸੇ ਮਹਿਸੂਸ ਕਰਦੇ ਹਾਂ, ਉਦਾਂ ਤਾਂ ਫਿਰ ਕਰਦੇ ਹੀ ਰਹਾਂਗੇ। ਮੈਨੂੰ ਖੁਦ ਨੂੰ ਲੱਗਦਾ ਗੱਲ ਜਵਾਬ ਇਸੇ ਵਿੱਚ ਹੈ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ, ਬੜਾ ਜ਼ਰੂਰੀ ਰਹੇਗਾ। ਬਹੁਤ ਮਹੱਤਵਪੂਰਨ ਸਵਾਲ ਸੀ ਤੇ ਬਹੁਤ ਮਹੱਤਵਪੂਰਨ ਜਵਾਬ। ਹਾਂਜੀ ਸੁਖਜੀਵਨ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮਾਈਕ ਆਪਣਾ ਔਨ ਕਰੋ, ਮਾਈਕ। ਹਾਂਜੀ, ਬਹੁਤ ਸੋਹਣੀਆਂ ਗੱਲਾਂ ਹੋਈਆਂ। ਇਹ ਸਾਰੇ ਜਿਹੜੇ ਸਵਾਲ ਨੇ, ਸੀਮਾਵਾਂ ਸੰਭਾਵਨਾਵਾਂ ਸਾਰੇ ਹੀ ਜਾਣਦੇ ਆ, ਤੇ ਬਹੁਤ ਸੋਹਣਾ ਵਿਸਥਾਰ ਵੀ ਕੀਤਾ ਗਿਆ ਇਹਨਾਂ ਗੱਲਾਂ ਦਾ। ਪਰ ਗੱਲ ਫਿਰ ਵਾਰ-ਵਾਰ ਉੱਥੇ ਆ ਜਾਂਦੀ ਹੈ ਕਿ ਜਿੰਨਾ ਕੰਮ ਹੋ ਰਿਹਾ ਉਨਾ ਹੀ ਦਿਖਾਇਆ ਜਾਵੇ ਤੇ ਉਹਨੂੰ ਹੋਰ ਬਿਹਤਰ ਕਰਨ ਵਾਸਤੇ ਯਤਨ ਕੀਤੇ ਜਾਣ। ਤੇ ਇਹੀ ਸੁਝਾਅ ਹੈਗਾ ਤੇ ਇਹੀ ਬੇਨਤੀ ਹੈ ਸਾਰਿਆਂ ਨੂੰ। ਤੇ ਇੱਕ ਸੋਨਜੀਤ ਮੈਮ ਨੇ ਕਾਫੀ ਦੇਰ ਤੋਂ ਹੱਥ ਖੜਾ ਕੀਤਾ ਹੋਇਆ, ਉਹਨਾਂ ਦਾ ਕੋਈ ਸਵਾਲ ਹੈ, ਸ਼ਾਇਦ ਉਹਨਾਂ ਨੂੰ ਲੈ ਲਓ। ਹਾਂ ਸੋਨਜੀਤ ਮੈਡਮ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਵਿਸ਼ਾ ਚੁਣਿਆ ਸਰ ਤੁਸੀਂ ਜੀ। ਤੇ ਇਹਦੇ ਚ ਸਰ ਜੇ ਤਾਂ ਆਪਾਂ ਦੇਖੋ ਟੀਚਰ ਪੱਖ ਤੋਂ ਦੇਖਦੇ ਹਾਂ, ਬਹੁਤ ਵਧੀਆ ਰਿਹਾ, ਬਹੁਤ ਵਧੀਆ। ਪਰ ਜਿਹੜੀ ਅੱਜ ਆਪਣੀ ਗੱਲਬਾਤ ਆ ਉਹ ਬੱਚਿਆਂ ਤੇ ਪ੍ਰਭਾਵ ਦੀ ਆ। ਜੇ ਆਪਾਂ ਵੀਡੀਓ ਦੇ ਵਿਊਜ਼ ਦੇਖੀਏ ਨਾ, ਤਾਂ ਤੁਸੀਂ ਦੇਖੋਗੇ ਕਿ 0.01 ਜਿਹੜੇ ਬੱਚੇ ਉਹ ਵੀ ਇਹਦਾ ਬੈਨੀਫਿਟ ਨਹੀਂ ਲੈ ਰਹੇ, ਕਿਉਂਕਿ ਪੰਜਾਬ ਚ ਲਗਭਗ 27,000 ਦੇ ਨੇੜੇ ਤੇੜੇ ਅਧਿਆਪਕ ਆ ਜੀ, ਹੈਨਾ। ਸੋ ਆਪਾਂ 25 ਤਾਂ ਛੱਡ ਹੀ ਦਓ, ਉੱਥੇ ਰਹਿ ਗਿਆ ਡਾਟਾ। ਪਰ ਇੰਨਾ ਜ਼ਰੂਰ ਆ ਕਿ ਜਿਹੜੇ 50% ਤੱਕ ਦੇ ਵਿਦਿਆਰਥੀ ਨੇ ਉਹ ਫ੍ਰੀ ਫਾਇਰ ਵੀ ਖੇਡ ਰਹੇ ਨੇ, ਤੇ ਜਿਹੜਾ ਕੁਛ ਉਹਦੇ ਤੇ ਦੇਖਦੇ ਉਹਦਾ ਸੁਪਨਾ ਤੱਕ ਵੀ ਨਹੀਂ ਲੈ ਸਕਦੇ ਸਰ। ਉਹ ਇੰਨਾ ਬੁਰਾ ਉਹ। ਤੇ ਮੈਂ ਤੁਹਾਡੇ ਸਾਰੇ ਅੱਗੇ ਸਵਾਲ ਰੱਖਦੀ ਹਾਂ, ਗੁਰਨੈਬ ਸਰ ਅੱਗੇ ਵੀ, ਕਿ ਵੀ ਜਿਹੜੇ ਅਸੀਂ ਕਰੋਨਾ ਦੇ ਟਾਈਮ 'ਚ ਨਾ ਛੋਟੇ ਬੱਚਿਆਂ ਨੂੰ ਦੇਖੋ ਕੁਦਰਤ ਤੋਂ ਬਿਲਕੁਲ ਦੂਰ ਕਰਤਾ, ਸਮਾਰਟਫੋਨ ਉਹਨਾਂ ਦੇ ਹੱਥਾਂ 'ਚ ਦਿੱਤੇ। ਕਿੰਨਾ ਕੁ ਸਾਰਥਕ ਆ ਸਰ ਇਹ? ਬਹੁਤ ਗਲਤ ਨਤੀਜੇ ਨਿਕਲਣਗੇ ਸਰ ਇਹਦੇ ਆਉਣ ਵਾਲੇ ਸਮੇਂ 'ਚ। ਕਿਆ ਬਾਤ ਹੈ, ਬਹੁਤ ਮਹੱਤਵਪੂਰਨ ਸਵਾਲ ਉਠਾਇਆ। ਖਾਸ ਤੌਰ ਤੇ ਉਹ ਬੱਚੇ ਜਿਹੜੇ ਪਹਿਲੀ ਦੇ ਬੱਚੇ ਨੇ ਜਾਂ ਪਹਿਲੀ ਤੋਂ ਪਹਿਲਾਂ ਦੇ ਬੱਚੇ ਨੇ, ਜਿਨ੍ਹਾਂ ਨੂੰ ਅਸੀਂ 100% ਤੱਕ ਲੈ ਗਏ, ਜਿਹੜੇ ਬੱਚੇ 2 ਸਾਲਾਂ ਤੋਂ ਸਕੂਲ ਨਹੀਂ ਆਏ ਹੈਗੇ, ਉਹ ਬੱਚੇ ਕਿਸ ਤਰ੍ਹਾਂ এনवायरमेंट ਤੋਂ ਟੁੱਟੇ ਨੇ, ਕਿਸ ਤਰ੍ਹਾਂ ਕੁਦਰਤ ਤੋਂ ਟੁੱਟੇ ਨੇ, ਕਿਸ ਤਰ੍ਹਾਂ ਆਨਲਾਈਨ ਐਜੂਕੇਸ਼ਨ ਦੇ ਵਿੱਚ ਫਿੱਟ ਹੋਏ ਨੇ ਜਾਂ ਨਹੀਂ ਹੋਏ ਨੇ। ਗੁਰਨੈਬ, ਆਪਾਂ ਕਨਕਲੂਡਿੰਗ ਟਿੱਪਣੀ ਮੇਰੇ ਖਿਆਲ ਦੇ ਵਿੱਚ ਕਰੀਏ ਜੀ। ਹਾਂਜੀ ਸਰ, ਮੈਂ ਦੋਨੇ ਸਵਾਲ ਹੀ ਲਗਭਗ ਮਿਕਸ ਨੇ, ਰੂਪ ਮੈਮ ਵਾਲਾ ਵੀ ਤੇ ਸੋਨਜੀਤ ਮੈਮ ਵਾਲਾ ਵੀ। ਤੇ ਮੇਰਾ ਵਿਊ ਇਸ ਬਾਰੇ ਇਹ ਹੈ, ਦੇਖੋ ਇਹਦੇ ਵਿੱਚ ਜਿਹੜਾ ਵੱਡਾ ਗੈਪ ਹੈ ਜਾਂ ਜਿਹੜਾ ਵੱਡਾ ਖੱਪਾ ਮੇਰੇ ਮੁਤਾਬਕ ਹੈ, ਉਹ ਇਹ ਹੈ ਕਿ ਅਸੀਂ ਸਿੱਖਿਆ ਨੂੰ ਆਪਣੇ ਨਵੇਂ ਸਾਧਨਾਂ ਨਾਲ ਬੱਚਿਆਂ ਤੱਕ ਲਿਜਾਣ ਦੀ ਕੋਸ਼ਿਸ਼ ਤਾਂ ਕੀਤੀ ਜਾਂ ਕਰ ਰਹੇ ਹਾਂ, ਪਰ ਅਸੀਂ ਸਿੱਖਿਆ ਦਾ ਮਸ਼ੀਨੀਕਰਨ ਬਹੁਤ ਜ਼ਿਆਦਾ ਕਰਤਾ।
ਅਸੀਂ ਹਰੇਕ ਚੀਜ਼ ਨੂੰ ਮਤਲਬ ਅੰਕੜਿਆਂ ਦੇ ਮੁਤਾਬਕ ਹੀ ਨਾਪਣ ਲੱਗ ਗਏ, ਅੰਕੜਿਆਂ ਦੇ ਮੁਤਾਬਕ ਹੀ ਦੇਖਣ ਲੱਗ ਗਏ। ਸੁਸਾਇਟੀ ਦੇ ਵਿੱਚ ਦੇਖੀਏ ਜਾਂ ਮਾਪਿਆਂ ਦੇ ਪੱਖ ਦੇ ਤੋਂ ਦੇਖੀਏ ਤਾਂ ਕੋਈ ਵੀ ਪੇਰੈਂਟਸ, ਉਹ ਚਾਹੇ ਕਿੰਨਾ ਵੀ ਗਰੀਬ ਹੈ, ਚਾਹੇ ਕਿਹੋ ਜਿਹੇ ਵੀ ਹਾਲਾਤ ਦੇ ਵਿੱਚ ਹੈ, ਕੋਈ ਵੀ ਪੇਰੈਂਟਸ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਪੜ੍ਹੇ ਨਾ। ਪਰ ਸਾਡੇ ਪੜ੍ਹਾਉਣ ਦੇ ਤਰੀਕੇ ਕਿਹੋ ਜਿਹੇ ਆ, ਦੇਖੋ ਆਪਣੇ ਕੋਲ ਕਲਾਸਰੂਮ ਦੇ ਵਿੱਚ ਬਹਿ ਕੇ ਜੇ 30 ਬੱਚੇ ਬੈਠੇ ਆ ਤਾਂ 30 ਦੇ 30 ਪੜ੍ਹਦੇ ਨਹੀਂ ਹੈਗੇ। 30 ਦੇ 30 ਸਾਡੇ ਹਰ ਵਕਤ ਰੂਬਰੂ ਹੁੰਦੇ ਆ, ਸਾਡੇ ਹਰ ਵਕਤ ਕੋਲੇ ਬੈਠੇ ਹੁੰਦੇ ਆ। ਫਿਰ ਆਨਲਾਈਨ ਜਦੋਂ ਬੱਚੇ ਦੀ ਆਪਣੀ ਮਰਜ਼ੀ ਹੈ ਤਾਂ ਉਹਦੀ ਕੀ ਮਜਬੂਰੀ ਹੈ ਵੀ ਉਹ ਸਾਡਾ ਪੜ੍ਹਾਇਆ ਹੋਇਆ ਪਾਠ ਸੁਣੇ, ਪੜ੍ਹੇ, ਉਹਦੇ ਪ੍ਰਸ਼ਨ ਹੱਲ ਕਰੇ, ਕਿਉਂਕਿ ਸਾਡੇ ਕਰਾਉਣ ਦੇ ਤਰੀਕੇ ਆ ਜਿਹੜੇ। ਦੇਖੋ ਜੇ ਆਪਾਂ ਗੱਲ ਕਰੀਏ ਤਾਂ ਸਭ ਵੱਧ ਨੁਕਸਾਨ ਹੈ ਜਿਹੜਾ ਕਰੋਨਾ ਦੌਰ ਦੇ ਵਿੱਚ ਸਿੱਖਿਆ ਦਾ ਹੋਇਆ ਤੇ ਸਿੱਖਿਆ ਦੇ ਨਾਲ ਬੱਚਿਆਂ ਹੋਇਆ ਤੇ ਬੱਚਿਆਂ ਦੇ ਭਵਿੱਖ ਦਾ ਹੋਇਆ। ਹੁਣ ਬੱਚਿਆਂ ਨੂੰ ਉਸ ਦੌਰ ਚੋਂ ਅਸੀਂ ਕਿਵੇਂ ਕੱਢ ਸਕਦੇ ਸੀਗੇ? ਬੱਚੇ ਘਰਾਂ ਦੇ ਵਿੱਚ ਬੰਦ ਹੈ, ਬੱਚੇ ਨੇ ਖੇਡਣਾ ਹੈ, ਬੱਚੇ ਨੇ ਦੋਸਤਾਂ ਨੂੰ ਮਿਲਣਾ ਹੈ, ਬੱਚੇ ਦਾ ਆਪਣਾ ਇੱਕ ਤਰੀਕਾ ਹੈ ਉਹਦੀ ਜ਼ਿੰਦਗੀ ਦੀ ਡਿਵੈਲਪਮੈਂਟ ਦਾ। ਪਰ ਉਸ ਦੌਰ ਦੇ ਵਿੱਚ ਉਸ ਬੱਚਿਆਂ ਨੂੰ ਕੱਢਣ ਦੀ ਬਜਾਏ ਅਸੀਂ ਹੋਰ ਮਤਲਬ ਕਿ ਜਿਹੜੀਆਂ ਰੂੜ ਚੀਜ਼ਾਂ ਸੀਗੀਆਂ, ਜਿਹੜਾ ਸਿਲੇਬਸ ਬੱਚੇ ਨੂੰ ਸਕੂਲ ਕਲਾਸਰੂਮ ਤਿਆਰ ਨਹੀਂ, ਅਸੀਂ ਉਹਨੂੰ ਕਹਿੰਦੇ ਆ ਕਿ 3 ਮਿੰਟਾਂ ਦੀ ਵੀਡੀਓ ਨਾਲ ਤੂੰ ਸਾਰਾ ਪਾਠ ਪੜ੍ਹ ਦੇਗਾ, ਤੇਰੀ ਸਿੱਖਿਆ ਕੰਪਲੀਟ ਹੋ ਜਾਊਗੀ, ਤੇਰੇ ਪੇਪਰ ਕੰਪਲੀਟ ਹੋ ਜਾਣਗੇ, ਤੇਰਾ 100% ਨਤੀਜਾ ਆ ਜਾਊਗਾ। ਸੋ ਇਹ ਮਤਲਬ ਇੱਕ ਮਸ਼ੀਨੀਕਰਨ ਹੈ ਜਿਹੜਾ ਅਸੀਂ ਉਹਦੇ ਵਾਸਤੇ ਕਰਤਾ। ਖਾਸ ਕਰਕੇ ਇਸ ਸਿਲੇਬਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਏਦਾਂ ਦੀਆਂ ਕ੍ਰੀਏਟਿਵ ਚੀਜ਼ਾਂ, ਕੋਈ ਏਦਾਂ ਦਾ ਕ੍ਰੀਏਟਿਵ ਮਟੀਰੀਅਲ, ਕੋਈ ਬੱਚੇ ਨੂੰ ਰੌਚਕ ਚੀਜ਼ਾਂ ਦੇ ਨਾਲ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਕਿ ਅਸੀਂ ਉਹਨੂੰ ਪਹਿਲਾਂ ਉਹਨੂੰ ਜੋੜਨ ਦੇ ਵਿੱਚ ਕਾਮਯਾਬ ਹੋ ਸਕਦੇ, ਉਹਨੂੰ ਜੋੜਨ ਦੇ ਵਿੱਚ ਸਹਾਈ ਹੋ ਸਕਦੀਆਂ ਇਹ ਚੀਜ਼ਾਂ। ਅਸੀਂ ਸਿੱਧਾ ਹੀ ਜਿਵੇਂ ਉਹਨੂੰ ਕਲਾਸਰੂਮ ਦੇ ਵਿੱਚ ਬਿਠਾ ਕੇ, ਜਿਵੇਂ ਸਰ ਗੱਲ ਕਰਕੇ ਹਟੇ ਆ ਪਹਿਲਾਂ ਕਿ ਮਤਲਬ ਸਿੱਖਣ ਦੇ ਇੱਕ ਪੱਧਰ ਹੁੰਦੇ ਆ ਕਿ ਲਿਖਣ ਦਾ ਪੱਧਰ ਸਭ ਤੋਂ ਲਾਸਟ ਆਉਂਦਾ ਹੈ, ਤੇ ਸਾਡੇ ਟੀਚਰ ਕੀ ਕਰਦੇ ਆ ਕਿ ਸਭ ਤੋਂ ਪਹਿਲਾਂ ਕੰਨ ਤੇ ਮਾਰਦੇ ਆ ਉਹਦੇ ਕਿ ਲਿਖ ਊੜਾ, ਲਿਖਦਾ ਕਾਹਤੋਂ ਨਹੀਂ, ਲਿਖ ਊੜਾ ਲਿਖਦਾ ਕਾਹਤੋਂ ਨਹੀਂ। ਮਤਲਬ ਉਹੀ ਚੀਜ਼ ਹੁਣ ਆਨਲਾਈਨ ਸਿੱਖਿਆ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਉਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਦੀ ਰੁਚੀ ਕੋਈ ਨਹੀਂ ਬੱਚੇ ਦੀ ਉਸ ਚੀਜ਼ ਨੂੰ ਲੈ ਕੇ, ਉਹਨੂੰ ਤਾਂ ਇਹ ਲੱਗਦਾ ਕਿ ਮੇਰਾ ਖਹਿੜਾ ਛੁੱਟਿਆ। ਇੱਕ ਹਾਸੇ ਵਾਲੀ ਗੱਲ ਹੈ ਸਰ, ਪ੍ਰੀ ਪ੍ਰਾਇਮਰੀ ਦਾ ਬੱਚਾ, ਮੈਂ ਮੇਰੇ ਪਿੰਡ ਦੇ ਵਿੱਚ ਹੀ ਰਹਿੰਦਾ, ਹੁਣ ਮੈਨੂੰ ਬੜੀ ਹਾਸੀ ਆਉਂਦੀ ਇਸ ਗੱਲ ਤੇ। ਮੈਂ ਖੇਤ ਨੂੰ ਜਾ ਰਿਹਾ ਮੋਟਰਸਾਈਕਲ ਤੇ, ਤਾਂ ਉਹ ਬੱਚਾ ਖੇਡ ਰਿਹਾ ਹੈ, ਖੇਡਦਾ ਅੱਗੇ ਆ ਗਿਆ, ਮਤਲਬ ਮੋਟਰਸਾਈਕਲ ਦੇ ਸਾਹਮਣੇ ਆ ਗਿਆ ਤੇ ਉਹਨੇ ਪੱਟ ਤੇ ਥਾਪੀ ਮਾਰ ਕੇ ਜਿਵੇਂ ਮੱਲ ਘੁਲਦੇ ਹੁੰਦੇ ਆ, ਮੈਨੂੰ ਕਹਿੰਦਾ ਮਾਸਟਰ ਉਹ ਹੁਣ ਪੜ੍ਹਾ ਕੇ ਦਿਖਾ, ਕਹਿੰਦਾ ਕਿਆ ਬਾਤ ਹੈ, ਕਿਆ ਬਾਤ ਹੈ। ਕਹਿੰਦਾ ਮਾਸਟਰ ਕਿਵੇਂ ਪੜ੍ਹਾਏਗਾ? ਮੈਂ ਹੁਣ ਬੱਚੇ ਤਾਂ ਇਸ ਫੀਲਡ ਚ ਨੇ, ਅਸੀਂ ਉਹਨਾਂ ਤੇ ਮਤਲਬ ਉਹਨਾਂ ਦੇ ਨਤੀਜੇ 100% ਹੋਰ ਅਸੀਂ ਹੋਰ ਤਰੀਕੇ ਨਾਲ ਉਹਨਾਂ ਨੂੰ ਦੇਖ ਰਹੇ ਹਾਂ। ਸੋ ਇਸ ਰੂਪ ਨੂੰ ਸਾਨੂੰ ਕਰਨ ਦੀ ਲੋੜ ਹੈ, ਤੇ ਜਿੰਨਾ ਹੋ ਰਿਹਾ ਇਹਨੂੰ ਵਧੀਆ ਤਰੀਕੇ ਦੇ ਨਾਲ ਕਰਨ ਦੇ ਨਾਲ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਵੇਂ ਸਿਸਟਮ ਬਣਾਵਾਂਗੇ ਤਾਂ ਹੀ ਇਹਦੇ ਅੱਛੇ ਨਤੀਜੇ ਅਸੀਂ ਲੈ ਸਕਦੇ ਜੀ। ਵੈਸੇ ਤਾਂ ਟਾਈਮ ਬਹੁਤ ਘੱਟ ਹੈ, ਪਰ ਫਿਰ ਵੀ ਮੈਂ ਮਨਦੀਪ ਪਾਲ ਮੈਡਮ ਹੋਰਾਂ ਨੇ ਹੱਥ ਖੜਾ ਕੀਤਾ ਹੋਇਆ, ਉਹਨਾਂ ਨੂੰ ਕਹੂੰਗਾ ਕਿ ਸੰਖੇਪ ਦੇ ਵਿੱਚ, ਬਹੁਤ ਸੰਖੇਪ ਦੇ ਵਿੱਚ ਆਪਣੀ ਗੱਲ ਕਰ। ਹੈਲੋ, ਹਾਂਜੀ ਸਰ ਮੈਂ ਬਹੁਤ ਹੀ ਸੰਖੇਪ ਚ ਗੱਲ ਕਰੂੰਗੀ। ਪਹਿਲਾਂ ਤਾਂ ਸਾਡਾ ਵਿਸ਼ਾ ਬਹੁਤ ਵਧੀਆ ਚੁਣਿਆ। ਦੂਜੀ ਗੱਲ ਮੈਂ ਜੋ ਕੁਐਸਚਨ ਕਰਨਾ ਚਾਹੁੰਦੀ ਸਰ, ਜਦੋਂ ਬੱਚਾ ਸਕੂਲ ਚ ਆਉਂਦਾ ਤਾਂ ਇੱਕ ਬੱਚਾ ਨਹੀਂ ਆਉਂਦਾ, ਬਹੁਤ ਸਾਰੇ ਬੱਚੇ ਸਾਡੇ ਸਕੂਲੇ ਆਉਂਦੇ ਜਦੋਂ, ਤਾਂ ਅਸੀਂ ਸਾਰਿਆਂ ਬੱਚਿਆਂ ਨੂੰ ਜੋ ਕੋਈ ਵਿਸ਼ਾ ਪੜ੍ਹਾਉਣਾ ਤਾਂ ਅਗਲੀਆਂ ਪਿਛਲੀਆਂ ਕਿੰਨੀਆਂ ਹੀ ਗੱਲਾਂ ਅਸੀਂ ਜੋੜ ਕੇ ਬੱਚੇ ਨੂੰ ਕੋਈ ਵਿਸ਼ਾ ਪੜ੍ਹਾਉਂਦੇ ਆ, ਕਿੰਨੀਆਂ ਹੀ ਨੈਤਿਕ ਸਿੱਖਿਆਵਾਂ ਨਾਲ, ਕੋਈ ਗੁਰਬਾਣੀ ਨਾਲ ਗੱਲਾਂ ਜੋੜ ਕੇ ਅਸੀਂ ਬੱਚੇ ਨੂੰ ਪੜ੍ਹਾਉਂਦੇ ਆ। ਸੋ ਬੱਚੇ ਦੇ ਵਿੱਚ ਸਕੂਲ ਆ ਕੇ ਫਿਜ਼ੀਕਲ ਡਿਵੈਲਪਮੈਂਟ, ਉਸਦੀ ਮੋਰਲ ਡਿਵੈਲਪਮੈਂਟ, ਉਸਦੀ ਜੋ ਹੈ ਨੈਸ਼ਨਲ ਆਪਾਂ ਕਹਿ ਲਓ ਕਿ ਇੰਟੈਗ੍ਰਿਟੀ ਬਾਰੇ ਅਸੀਂ ਬਹੁਤ ਗੱਲਾਂ ਕਰਦੇ ਹਾਂ ਕਿ ਆਪਾਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਬੱਚੇ ਜਿਹੜੀ ਨੈਸ਼ਨਲ ਆਪਾਂ ਗੱਲ ਕਰੀਏ ਕਿ ਫਿਜ਼ੀਕਲ ਡਿਵੈਲਪਮੈਂਟ, ਉਸਦੀ ਮੋਰਲ, ਉਸਦੀ ਇਮੋਸ਼ਨਲ ਤੇ ਉਸ ਜਿਹੜੀ ਨੈਸ਼ਨਲ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਉਹ ਸਰ ਆਨਲਾਈਨ ਦੇ ਰਾਹੀਂ ਅਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ? ਜੀ ਬਿਲਕੁਲ। ਮੈਡਮ ਮਨਦੀਪ ਪਾਲ ਹੋਰਾਂ ਨੇ ਸਵਾਲ ਵੀ ਜਿਹੜਾ ਕੀਤਾ ਹੈ ਉਹ ਲਗਭਗ ਪਹਿਲੇ ਸਵਾਲਾਂ ਦੀ ਰੋਸ਼ਨੀ ਦੇ ਵਿੱਚ ਹੀ ਹੈ। ਬਿਲਕੁਲ ਮੈਡਮ, ਜਿਹੜੀ ਸਾਡੀ ਰਵਾਇਤੀ ਐਜੂਕੇਸ਼ਨ ਹੈ, ਜਿਹੜੀ ਸਾਡੀ ਆਫਲਾਈਨ ਐਜੂਕੇਸ਼ਨ ਹੈ, ਉਹ ਕੱਲੀ ਐਜੂਕੇਸ਼ਨ ਨਹੀਂ ਹੈਗੀ, ਉਹ ਆਪਣੇ ਆਪ ਦੇ ਵਿੱਚ ਕਲਚਰ ਹੈ ਇੱਕ। ਉਸ ਕਲਚਰ ਦੇ ਵਿੱਚ ਸਾਡੀਆਂ ਸਾਰੀਆਂ ਹਿਊਮਨ ਵੈਲਿਊ ਸ਼ਾਮਲ ਹੁੰਦੀਆਂ ਨੇ, ਉਸ ਕਲਚਰ ਦੇ ਵਿੱਚ ਸਾਡੀਆਂ ਸਾਰੀਆਂ ਸੋਸ਼ਲ ਵੈਲਿਊ ਸ਼ਾਮਲ ਹੁੰਦੀਆਂ ਨੇ, ਸਾਡੀਆਂ ਕਲਚਰਲ ਵੈਲਿਊ ਸ਼ਾਮਲ ਹੁੰਦੀਆਂ ਨੇ, ਸਾਡੀਆਂ ਰਿਲੀਜੀਅਸ ਵੈਲਿਊ ਸ਼ਾਮਲ ਹੁੰਦੀਆਂ ਨੇ। ਇਹ ਸਾਰੀਆਂ ਇਨਪੁਟਸ ਉਹਦੇ ਵਿੱਚ ਸ਼ਾਮਲ ਹੁੰਦੀਆਂ ਨੇ ਤੇ ਉਹਦਾ ਬਦਲ ਤਾਂ ਕੋਈ ਵੀ ਐਜੂਕੇਸ਼ਨ ਹੋਰ ਨਹੀਂ ਹੋ ਸਕਦੀ ਹੈਗੀ। ਆਨਲਾਈਨ ਐਜੂਕੇਸ਼ਨ ਵੀ ਉਹਦਾ ਬਦਲ ਤਾਂ ਕਿਸੇ ਵੀ ਰੂਪ 'ਚ ਨਹੀਂ ਹੋ ਸਕਦੀ ਹੈਗੀ। ਇਹ ਇੱਕ ਵਕਤ ਦੀ ਮਜਬੂਰੀ ਹੈ ਕਿ ਸਾਨੂੰ ਇਹੋ ਜਿਹੇ ਤਰੀਕੇ ਅਪਣਾਉਣੇ ਪੈ ਰਹੇ ਨੇ। ਭਾਵੇਂ ਕਰੋਨਾ ਖਤਮ ਹੋਣ ਤੋਂ ਬਾਅਦ ਵੀ ਅਸੀਂ ਐਸ ਟੂਲ ਇਹਦੀ ਵਰਤੋਂ ਕਰਦੇ ਰਹਾਂਗੇ, ਪਰ ਆਖਰ ਨੂੰ ਜਿਹੜੀ ਮੇਨ ਸਟ੍ਰੀਮ ਹੈ ਸਾਡੀ,
ਉਹ ਸਾਡੀ ਇਹੀ ਐਜੂਕੇਸ਼ਨ ਦੇਣ ਦਾ ਤਰੀਕਾ ਰਹਿਣਾ ਕਿ ਜਿਹਦੇ ਵਿੱਚ ਵਿਦਿਆਰਥੀ ਅਧਿਆਪਕ ਮਿਲ ਕੇ ਉਸੇ ਤਰ੍ਹਾਂ ਇੱਕ ਸੰਸਥਾ ਦੇ ਵਿੱਚ ਪੜ੍ਹਨ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਇਨਪੁਟਸ ਸ਼ਾਮਲ ਹੁੰਦੀਆਂ ਨੇ। ਉਹਦੇ ਨਾਲ ਹੀ ਜਿਹੜਾ ਬਿਹੇਵੀਅਰ ਚੇਂਜ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਇੱਕ ਆਦਰਸ਼ ਇਨਸਾਨ ਸਿਰਜਣ ਦੀ ਗੱਲ ਕਰਦੇ ਹਾਂ, ਇੱਕ ਬਿਹਤਰ ਇਨਸਾਨ ਸਿਰਜਣ ਦੀ ਗੱਲ ਕਰਦੇ ਹਾਂ, ਉਹਦੇ ਵਿੱਚੋਂ ਪੈਦਾ ਹੋਣਾ ਹੈ। ਆਨਲਾਈਨ ਐਜੂਕੇਸ਼ਨ ਉਹਦਾ ਥੋੜਾ ਜਿਹਾ ਹਿੱਸਾ ਹੈ, ਉਹਦੇ ਵਿੱਚ ਕੁਝ ਕੁ ਸਾਡੀ ਹੈਲਪ ਕਰੂਗੀ ਕਿ ਜਿਹੜੀਆਂ ਚੀਜ਼ਾਂ ਤੱਕ ਸਾਡੀ ਰੇਂਜ ਨਹੀਂ ਸੀ, ਜਿਹੜੀਆਂ ਚੀਜ਼ਾਂ ਤੱਕ ਸਾਡੀ ਰੀਚ ਨਹੀਂ ਸੀ, ਅਸੀਂ ਇੰਟਰਨੈਸ਼ਨਲ ਰਿਸੋਰਸਿਸ ਨੂੰ ਯੂਜ਼ ਨਹੀਂ ਕਰ ਸਕਦੇ ਸੀ, ਜਾਂ ਇੱਕੋ ਵੇਲੇ ਬਹੁਤ ਲੋਕਾਂ ਤੱਕ ਜਾ ਨਹੀਂ ਸਕਦੇ ਸੀ, ਉਹੀ ਜਿਹੀਆਂ ਕੁਝ ਚੀਜ਼ਾਂ ਦਾ ਸਾਨੂੰ ਫਾਇਦਾ ਹੋ ਜਾਣਾ ਹੈ। ਅਦਰਵਾਈਜ਼ ਆਫਲਾਈਨ ਐਜੂਕੇਸ਼ਨ ਦਾ ਬਦਲ ਬਿਲਕੁਲ ਵੀ ਆਨਲਾਈਨ ਐਜੂਕੇਸ਼ਨ ਨਹੀਂ ਬਣਦੀ ਹੈਗੀ। ਤੁਸੀਂ ਸਾਰਿਆਂ ਨੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਸੱਚਮੁੱਚ ਆਨਲਾਈਨ ਐਜੂਕੇਸ਼ਨ ਇੱਕ ਉਸੇ ਤਰ੍ਹਾਂ ਦੀ ਟੈਕਨੀਕ ਹੈ ਕਿ ਜੇ ਬੰਦੂਕ ਬਾਂਦਰ ਦੇ ਹੱਥ 'ਚ ਆ ਜਾਂਦੀ ਹੈ ਤਾਂ ਰਿਜ਼ਲਟ ਹੋਰ ਹੁੰਦੇ ਨੇ, ਬੰਦੂਕ ਇੱਕ ਫੌਜੀ ਦੇ ਹੱਥ 'ਚ ਆਉਂਦੀ ਹੈ ਤਾਂ ਰਿਜ਼ਲਟ ਕੁਝ ਹੋਰ ਹੁੰਦੇ ਨੇ। ਜਦੋਂ ਕੋਈ ਵੀ ਟੈਕਨੀਕ ਜਿਹਦੇ ਹੱਥ 'ਚ ਆਉਂਦੀ ਹੈ ਉਹਨੂੰ ਵਰਤਣ ਵਾਲੀਆਂ ਅਥਾਰਟੀਆਂ ਉਸ ਪ੍ਰਤੀ ਕਿੰਨਾ ਗੰਭੀਰ ਹੁੰਦੀਆਂ ਨੇ। ਕੁਝ ਚੀਜ਼ਾਂ ਕਿਸੇ ਕਲਚਰ ਦੇ ਵਿੱਚ ਪੈ ਕੇ ਸਿੱਖੀਆਂ ਜਾ ਸਕਦੀਆਂ ਨੇ। ਅਸੀਂ ਇਸ ਸੰਕਟ ਦੇ ਦੌਰ ਦੇ ਵਿੱਚ ਸਾਡੀ ਪ੍ਰੋਬਲਮ ਇਹ ਬਣੀ ਕਿ ਇੱਕਦਮ ਆਨਲਾਈਨ ਐਜੂਕੇਸ਼ਨ ਸਾਡੇ ਤੇ ਆ ਕੇ ਡਿੱਗ ਪਈ। ਜੇ ਇਹ ਚੀਜ਼ਾਂ ਸਹਿਜ ਰੂਪ ਦੇ ਵਿੱਚ ਹੌਲੀ ਹੌਲੀ ਆਉਂਦੀਆਂ ਫਿਰ ਸ਼ਾਇਦ ਅਸੀਂ ਇਸ ਨੂੰ ਸਹਿਜ ਰੂਪ ਦੇ ਵਿੱਚ ਸਿੱਖਦੇ, ਪਰ ਜਦੋਂ ਇੱਕਦਮ ਸਾਡੀ ਮਜਬੂਰੀ ਬਣ ਗਈ ਤਾਂ ਉਹਦੇ ਵਿੱਚ ਬਹੁਤ ਕੁਝ ਅਨਵਾਂਟਡ ਵੀ ਸਾਡੇ ਉੱਪਰ ਆ ਡਿੱਗਿਆ, ਸਾਡੇ ਉੱਪਰ ਥੋਪ ਦਿੱਤਾ ਗਿਆ, ਜਿਹਦੇ ਵਿੱਚ ਬਹੁਤ ਸਾਰੀਆਂ ਮਾਈਨਸ ਚੀਜ਼ਾਂ ਵੀ ਹੈਗੀਆਂ ਨੇ। ਪਰ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਐਡਮਿਟ ਕਰੀਏ ਤੇ ਜਿਹੜੀਆਂ ਮਾਈਨਸ ਚੀਜ਼ਾਂ ਨੇ ਉਹਨਾਂ ਨੂੰ ਵੀ ਐਡਮਿਟ ਕਰੀਏ ਤੇ ਉਸ ਤੋਂ ਬਾਅਦ ਮਾਈਨਸ ਨੂੰ ਅਸੀਂ ਪੋਜ਼ਿਟਿਵ ਕਰਨ ਦੇ ਵਿੱਚ ਆਪਣਾ ਰੋਲ ਪਲੇ ਕਰੀਏ। ਉਹਦੇ ਵਿੱਚ ਸਰਕਾਰਾਂ ਵੀ ਦੇਖਣ, ਉਹਦੇ ਵਿੱਚ ਸਾਡਾ ਮਹਿਕਮਾ ਵੀ ਦੇਖੇ, ਉਹਦੇ ਵਿੱਚ ਸਾਡਾ ਅਧਿਆਪਕ ਵੀ ਦੇਖੇ, ਬੱਚੇ ਵੀ ਸੋਚਣ ਤੇ ਬੱਚਿਆਂ ਦੇ ਮਾਂ-ਬਾਪ ਵੀ ਸੋਚਣ ਕਿ ਅਸੀਂ ਇਸ ਐਜੂਕੇਸ਼ਨ ਆਨਲਾਈਨ ਪਲੇਟਫਾਰਮ ਨੂੰ ਕਿੰਨਾ ਕੁ ਯੂਜ਼ ਕਰ ਸਕਦੇ ਹਾਂ, ਕਿਸ ਹੱਦ ਤੱਕ ਯੂਜ਼ ਕਰ ਸਕਦੇ ਹਾਂ, ਕਿਸ ਰੂਪ ਦੇ ਵਿੱਚ ਯੂਜ਼ ਕਰ ਸਕਦੇ ਹਾਂ, ਤਾਂ ਕਿ ਅਸੀਂ ਪਹਿਲਾਂ ਤੋਂ ਚੱਲਦੀ ਆ ਰਹੀ ਐਜੂਕੇਸ਼ਨ ਨੂੰ ਸਪੋਰਟ ਕਰ ਸਕੀਏ, ਉਹਨੂੰ ਹੋਰ ਮਜ਼ਬੂਤ ਕਰ ਸਕੀਏ, ਉਹਦੇ ਫਲਾਸ ਘੱਟ ਕਰ ਸਕੀਏ। ਇਹ ਨਾ ਹੋਵੇ ਕਿ ਅਸੀਂ ਉਹਦਾ ਬਦਲ ਬਣਦੇ ਅਸੀਂ ਆਪਣੀਆਂ ਬੇਸਿਕ ਚੀਜ਼ਾਂ ਨੂੰ ਵੀ ਗਵਾ ਲਈਏ। ਇਹ ਸੰਕਟ, ਇਸ ਸੀਮਾਵਾਂ ਤੇ ਇਸ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਲਗਾਤਾਰ ਆਨਲਾਈਨ ਐਜੂਕੇਸ਼ਨ ਦੀਆਂ, ਤੇ ਅਸੀਂ ਅੱਜ ਇਹਦੇ ਕੁਝ ਪਹਿਲੂ ਵਿਚਾਰੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਵਿਦਵਾਨਾਂ ਨਾਲ ਕਦੇ ਹੋਰ ਮਸਲਿਆਂ ਤੇ, ਇਹਦੇ ਹੋਰ ਪਹਿਲੂਆਂ ਤੇ ਆਪਾਂ ਗੱਲਬਾਤ ਕਰਾਂਗੇ। ਮੈਂ ਧੰਨਵਾਦ ਕਰਦਾ ਸੁਰੇਸ਼ ਕੁਮਾਰ ਜੀ ਤੁਹਾਡਾ ਬਹੁਤ-ਬਹੁਤ, ਗੁਰਨੈਬ ਮੰਗਾਣੀਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ, ਰੰਗ ਹਰਜਿੰਦਰ ਤੇ ਮੈਡਮ ਗੁਰਪ੍ਰੀਤ ਕੌਰ ਤੁਹਾਡਾ ਵੀ ਧੰਨਵਾਦ ਕਰਦਾ, ਮੈਡਮ ਸੋਨਜੀਤ, ਮੈਡਮ ਮਨਦੀਪ, ਰੁਪਿੰਦਰ ਸੰਧੂ, ਸੁਖਜੀਵਨ, ਤੁਸੀਂ ਸਾਰੇ ਨਾਲ ਜੁੜੇ ਹੋ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦੇ ਹਾਂ ਕਿ ਸਾਡਾ ਇੱਕ ਕਾਫਲਾ ਇਸੇ ਤਰ੍ਹਾਂ ਚੀਜ਼ਾਂ ਤੇ ਡਿਬੇਟ ਕਰਦਾ ਰਹੂਗਾ, ਸੰਵਾਦ ਰਚਾਉਂਦਾ ਰਹੂਗਾ ਤੇ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਰਹਾਂਗੇ। ਬਹੁਤ-ਬਹੁਤ ਧੰਨਵਾਦ ਸਾਰੇ ਦੋਸਤਾਂ ਦਾ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਤਾਂ ਜਿਵੇਂ ਕਹਿੰਦੇ ਹੁੰਦੇ 100 ਹੱਥ ਰਸਾ ਸਿਰੇ ਤੇ ਗੰਢ, ਸਾਰਿਆਂ ਨੂੰ ਸਾਰਾ ਕੁਝ ਪਤਾ ਹੈ ਵੀ ਕੀ ਕੁਝ ਚੱਲ ਰਿਹਾ ਹੈ ਨਾ ਆਨਲਾਈਨ ਐਜੂਕੇਸ਼ਨ ਦੇ ਨਾਂ ਤੇ। ਹੁਣ ਤਾਂ ਇੱਕੋ ਹੀ ਹੱਲ ਕੀਤਾ ਜਾ ਸਕਦਾ ਹੈ ਕਿ ਇੱਕ ਤਾਂ ਜਿਵੇਂ ਸੁਰੇਸ਼ ਜੀ ਕਹਿੰਦੇ ਸੀ ਕਿ ਪ੍ਰਾਰਥਨਾ ਕਰੋ ਤੇ ਇੱਕ ਆਪਣੇ ਆਪ ਨੂੰ ਸੇਫ ਰੱਖੋ ਤੇ ਆਪਣੇ ਬੱਚਿਆਂ ਨੂੰ ਗੱਲ ਦੱਸੋ। ਹੁਣ ਤਾਂ ਇਹੀ ਹੈ ਕਿ ਜਿੰਨੀ ਛੇਤੀ ਕਰੋਨੇ ਵਾਲੀ ਬਿਮਾਰੀ ਨੂੰ ਭਜਾਇਆ ਜਾ ਸਕਦਾ ਹੈ, ਜਿੰਨੀ ਛੇਤੀ ਬੱਚਿਆਂ ਨੂੰ ਸਕੂਲਾਂ 'ਚ ਬੁਲਾਇਆ ਜਾ ਸਕਦਾ, ਉਹੀ ਇਹਦਾ ਹੱਲ ਹੈ। ਹੋਰ ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਥੈਂਕ ਯੂ ਜੀ, ਬਹੁਤ-ਬਹੁਤ ਧੰਨਵਾਦ।